अल्हम्दुलिल्लाह अल्हम्दुलिल्लाह वकफ़ा वस्सलातु वस्सलामु अला इबादिहिल्लज़ीना इस्तफ़ा ख़ुसूसन अला अफ़ज़लिहिम व ख़ातमिन नबिय्यीन मुहम्मदिनिल अमीन व अला आलिहि व अस्हाबिहि अजमईन। औज़ु बिल्लाहि मिनश शैतानिर रजीम बिस्मिल्लाहिर रहमानिर रहीम। क़ाल अल्लाहु अज़्ज़ा व जल फ़ी किताबिहिल करीम कुल मन यर्ज़ुकुकुम मिनस समाइ वल अर्द अम्मन यमलिकुस समअ वल अबसार व मन युखरिजुल हय्य मिनल मय्यित व युखरिजुल मय्यित मिनल हय्य व मन युदब्बिरुल अम्र फसयक़ूलून अल्लाहु फ़क़ुल अफ़ला तत्तक़ून। सदक़ल्लाहुल अलियुल अज़ीम। रब्बि इश्रह ली सदरी व यस्सिर ली अमरी वहलुल उक़दतम मिन लिसानी यफ़क़हू क़ौली। अल्लाहुम्मा अरिनल हक़्क़ हक़्क़न वरज़ुक़ना इत्तिबाअहू व अरिनल बातिला बातिलन वरज़ुक़ना इज्तिनाबा। आमीन या रब्बल आलमीन। अजीज़ दोस्तों, पंजाबी दौरा तर्जमा कुरान दे हवाले नाल इस वेले साडी 43ਵੀਂ मजलिस का आगाज़ हो रहा है। इस तो पहले 42 मजलिसां ਜਿਹੜੀਆਂ ਹੋਈਆਂ ਆਪਣੀਆਂ, ਉਹਦੇ ਵਿੱਚ ਅਸੀਂ ਸੂਰਾ ਫਾਤਿਹਾ ਤੋਂ ਲੈ ਕੇ ਸੂਰਾ ਯੂਨਸ ਦੀ ਆਇਤ ਨੰਬਰ 30 ਤੱਕ ਪੜ੍ਹਿਆ ਸੀ। ਹੁਣ ਇਸ 43ਵੀਂ ਮਜਲਿਸ ਦੇ ਵਿੱਚ ਅਸੀਂ ਸੂਰਾ ਯੂਨਸ ਦੀ ਆਇਤ ਨੰਬਰ 31 ਤੋਂ ਆਗਾਜ਼ ਕਰਨ ਲੱਗੇ ਹਾਂ। ਔਰ ਇਹ ਆਗਾਜ਼ ਦੇ ਵਿੱਚ ਜਿਹੜੀ ਆਇਤ ਮੈਂ ਪੜ੍ਹੀ ਹੈ ਨਾ, ਇਹ ਸੂਰਾ ਯੂਨਸ ਦੀ ਆਇਤ ਨੰਬਰ 31 ਹੈ। ਇੱਕ ਚੀਜ਼ ਮੈਂ ਪਹਿਲੇ ਦੱਸ ਦੇਵਾਂ ਕਿ ਉਹ ਕੱਲ ਜਿਸ ਵੇਲੇ ਆਪਾਂ ਸ਼ੁਰੂ ਕੀਤਾ ਸੀਗਾ ਇਹ ਸੂਰਾ ਯੂਨਸ ਦਾ ਆਗਾਜ਼ ਕੀਤਾ ਸੀ ਨਾ, ਉਸ ਵੇਲੇ ਮੈਂ ਕੁਝ ਗਰੁੱਪਾਂ ਦਾ ਜ਼ਿਕਰ ਕੀਤਾ ਸੀਗਾ ਤੇ ਉਹਦੇ ਵਿੱਚ ਇੱਕ ਥੋੜ੍ਹੀ ਜਿਹੀ ਮੇਰੇ ਕੋਲੋਂ ਗਲਤੀ ਹੋਈ ਸੀ। ਉਹ ਮੈਂ ਕਿਹਾ ਉਹ ਪਹਿਲਾਂ ਹੀ ਦੱਸ ਦੇਵਾਂ। ਗਲਤੀ ਖੈਰ ਕੋਈ ਐਡੀ ਵੱਡੀ ਨਹੀਂ ਸੀਗੀ। ਮੈਂ ਇਹ ਕਿਹਾ ਸੀ ਕਿ ਸੂਰਾ ਯੂਨਸ ਤੋਂ ਤੀਸਰੇ ਗਰੁੱਪ ਦਾ ਜਿਹੜਾ ਆਗਾਜ਼ ਹੁੰਦਾ ਨਾ, ਇਹ ਸੂਰਾ ਫੁਰਕਾਨ ਤੇ ਜਾ ਕੇ ਮੁਕੰਮਲ ਹੁੰਦਾ। ਇਹ ਗੱਲ ਬਸ ਇਸ ਤਰ੍ਹਾਂ ਵਾ ਕਿ ਇਹ ਸ਼ੁਰੂ ਤੇ ਸੂਰਾ ਯੂਨਸ ਤੋਂ ਹੁੰਦਾ, ਲੇਕਿਨ ਇਹਦਾ ਇਖਤਤਾਮ ਜਿਹੜਾ ਨਾ ਉਹ ਸੂਰਾ ਨੂਰ ਤੇ ਜਾ ਕੇ ਹੁੰਦਾ। ਯਾਨੀ ਸੂਰਾ ਯੂਨਸ ਤੋਂ ਲੈ ਕੇ ਸੂਰਾ ਨੂਰ ਤੱਕ ਇਹ ਗਰੁੱਪ ਚੱਲਦਾ। ਇਹ ਕੋਈ ਇਹ ਨਹੀਂ ਹੈ ਕਿ ਕੋਈ ਮਤਲਬ ਹੈ ਕਿ ਅੱਲਾ ਦਾ ਜਾਂ ਅੱਲਾ ਦੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਦਾ, ਜਾਂ ਅਸੀਂ ਕਹੀਏ ਕਿ ਕੋਈ ਕਿਸੇ ਮਤਲਬ ਪੁਰਾਣੇ ਮੁਫੱਕਰ ਦਾ। ਕੁਰਾਨ ਅੱਲਾ ਦੀ ਕਿਤਾਬ ਹੈ। ਜਦੀਦ ਦੌਰ ਦੇ ਵਿੱਚ ਇਹਦੇ ਤੇ ਗੌਰ ਫਿਕਰ ਕੀਤਾ ਇਮਾਮ ਹਮੀਦੁੱਦੀਨ ਫਰਾਹੀ ਰਹਿਮਤੁल्लाह ਅਲੈਹ ਨੇ, ਔਰ ਉਹਨਾਂ ਦੇ ਸ਼ਾਗਿਰਦ ਅੱਗੋਂ ਅਮੀਨ ਅਹਿਮਦ ਇਸਲਾਹੀ ਰਹਿਮਤੁल्लाह ਅਲੈਹ ਨੇ। ਉਹ ਉਹਨਾਂ ਜਿਹਨਾਂ ਦੀ ਤਫਸੀਰ ਹੈ ਤਦੱਬਰ ਕੁਰਾਨ। ਮੈਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਪੜ੍ਹੇ ਲਿਖੇ ਵਾਲਾ ਲੋਕਾਂ ਵਾਸਤੇ ਮਤਲਬ ਇੱਕ ਤੇ ਹੁੰਦਾ ਨਾ ਸ਼ੁਰੂ ਵਾਲੀ ਬੇਸਿਕ ਜਾਂ ਇੱਕ ਤਸੱਵਰ ਨੂੰ ਦਰੁਸਤ ਕਰਨ ਵਾਲੀ ਜਿਹੜੀ ਤਫਸੀਰ ਹੈ ਨਾ, ਆਮ ਸਾਡੇ ਲੋਕਾਂ ਵਾਸਤੇ, ਉਰਦੂ ਦਾਨ ਲੋਕਾਂ ਵਾਸਤੇ, ਉਹ ਹੈ ਤਫਹੀਮੁਲ ਕੁਰਾਨ ਮੌਲਾਨਾ ਮੌਦੂਦੀ ਰਹਿਮਤੁल्लाह ਅਲੈਹ ਦੀ। ਔਰ ਫਿਰ ਜਿਸ ਵੇਲੇ ਬੰਦੇ ਦਾ ਜ਼ਰਾ ਲੈਵਲ ਉੱਚਾ ਹੋ ਜਾਂਦਾ ਨਾ, ਤੇ ਫਿਰ ਉਹ ਕੋਈ ਦੂਸਰੀਆਂ ਚੀਜ਼ਾਂ ਵੀ ਆ ਜਾਂਦੀਆਂ। ਉਹ ਫਿਰ ਤਦੱਬਰ ਕੁਰਾਨ ਜਿਹੜੀ ਹੈ ਨਾ, ਉਹ ਉਸ ਲੈਵਲ ਦੀ ਹੈ। ਔਰ ਇਸੇ ਤਰ੍ਹਾਂ ਇਹ ਦੋਨਾਂ ਦੀ ਫਿਕਰ ਜਿਹੜੀ ਹੈ, ਤੁਸੀਂ ਸਮਝ ਲਓ ਕਿ ਮੌਲਾਨਾ ਮੌਦੂਦੀ ਰਹਿਮਤੁल्लाह ਅਲੈਹ ਔਰ ਉਹ ਫਰਾਹੀ ਮਕਤਬਾ ਫਿਕਰ ਜਿਹਦੇ 'ਚ ਅਮੀਨ ਅਹਿਮਦ ਇਸਲਾਹੀ ਵੀ ਹੈ, ਇਹਨਾਂ ਦੋਨਾਂ ਦੀ ਫਿਕਰ ਨੂੰ ਇਕੱਠਾ ਕੀਤਾ ਡਾਕਟਰ ਇਸਰਾਰ ਅਹਿਮਦ ਰਹਿਮਤੁल्लाह ਅਲੈਹ ਨੇ।
ਬਹਰਹਾਲ ਉਹ ਉਹਨਾਂ ਦਾ ਦੌਰਾ ਤਰਜਮਾ ਕੁਰਾਨ ਹੈ, ਜਿਹਨੂੰ ਬਿਆਨੁਲ ਕੁਰਾਨ ਦੀ ਸ਼ਕਲ ਦਿੱਤੀ ਗਈ। ਜਿਹੜਾ ਰਮਜ਼ਾਨ ਦੇ ਵਿੱਚ ਦੌਰਾ ਤਰਜਮਾ ਕੁਰਾਨ ਕਰਦੇ ਸੀ ਨਾ, ਉਹਨੂੰ ਦਿੱਤੀ ਗਈ। ਲਿਹਾਜ਼ਾ ਉਹਦੇ 'ਚ ਇੰਨੀ ਡਿਟੇਲ ਤਾਂ ਨਹੀਂ ਹੈ, ਲੇਕਿਨ ਉਹਦੇ 'ਚ ਵੀ ਉਹ ਵੀ ਬੜੀ ਮੁਫੀਦ ਚੀਜ਼ ਹੈ। ਤੇ ਤੀਸਰੀ ਗੱਲ ਇਹ ਸਮਝ ਲਓ ਕਿ ਜਿਸ ਵੇਲੇ ਅਸੀਂ ਕਿਸੇ ਦੀ ਵੀ ਗੱਲ ਕਰਦੇ ਆ ਨਾ, ਉਹਦਾ ਇਹ ਮਤਲਬ ਨਹੀਂ ਹੁੰਦਾ ਕਿ ਉਹਦੇ ਵਿੱਚ ਕੋਈ ਗਲਤੀ ਨਹੀਂ। ਗਲਤੀ ਤੋਂ ਪਾਕ ਸਿਰਫ ਜਿਹੜਾ ਨਾ ਅੱਲਾ ਦੇ ਰਸੂਲ। ਦੇਖੋ ਅੱਲਾ ਤਾਂ ਖੈਰ ਉਹਦੇ ਅੱਲਾ ਦਾ ਤਾਂ ਕੋਈ ਮਾਮਲਾ ਹੀ ਨਹੀਂ ਨਾ ਗਲਤੀ ਵਾਲਾ ਹੈਗਾ। ਆਪਣੇ ਰਸੂਲਾਂ ਨੂੰ ਉਹਨੇ ਯਾਨੀ ਇਹ ਤਹਫਜ਼ ਦਿੱਤਾ, ਉਹਨਾਂ ਨੂੰ ਮਾਸੂਮ ਬਣਾਇਆ। ਰਸੂਲਾਂ ਨੂੰ ਪੈਦਾ ਕੀਤਾ ਗਿਆ, ਅੱਲਾ ਨੂੰ ਕਿਸੇ ਨੇ ਪੈਦਾ ਨਹੀਂ ਕੀਤਾ। ਅੱਲਾ ਨੇ ਰਸੂਲਾਂ ਨੂੰ ਮਾਸੂਮ ਪੈਦਾ ਕੀਤਾ, ਠੀਕ ਹੈ ਨਾ। ਉਹਨਾਂ ਦਾ ਤਹਫਜ਼ ਕੀਤਾ। ਅਗਰ ਉਹਨਾਂ ਕੋਲ ਕੋਈ ਗੱਲ ਅੱਗੇ ਪਿੱਛੇ ਹੋਣ ਲੱਗੇ ਤੇ ਉਹ ਅੱਲਾ ਤਾਲਾ ਉਹਨਾਂ ਨੂੰ ਸੰਭਾਲਣ ਵਾਲਾ ਸੀ। ਬਾਕੀ ਇਨਸਾਨ ਹੈ, ਕੋਈ ਵੀ ਕਿਸੇ ਨੇ ਵੀ ਤਫਸੀਰ ਲਿਖੀ ਆ ਔਰ ਕਿਸੇ ਨੇ ਵੀ ਕੁਛ ਕਿਹਾ, ਤੇ ਸਾਡੇ ਵਰਗੇ ਬੰਦੇ ਤਾਂ ਖੈਰ ਕਿਸੇ ਗਿਣਤੀ 'ਚ ਹੀ ਨਹੀਂ ਆਉਂਦੇ ਨਾ। ਤੇ ਉਹ ਜਿੱਡੇ ਵੱਡੇ ਮਰਜ਼ੀ ਹੋਣ, ਗਲਤੀ ਦੀ ਗੁੰਜਾਇਸ਼ ਹੁੰਦੀ ਹੈ। ਔਰ ਜਿਹੜਾ ਨਾ ਉਹ ਕੋਈ ਭੁੱਲ ਚੁੱਕ ਸਭ ਨੂੰ ਲੱਗ ਸਕਦੀ ਆ। ਔਰ ਇਨਸਾਨ ਦੀ ਆਪਣੇ ਲਾਈਫ ਦੇ ਵਿੱਚ ਵੀ ਕਮਜ਼ੋਰੀਆਂ ਹੋ ਸਕਦੀਆਂ ਵਾ, ਕਿਸੇ ਦੇ ਵੀ ਹੋ ਸਕਦੀਆਂ ਵਾ। ਇਹਦਾ ਸਾਡੇ ਆਮ ਤੌਰ 'ਤੇ ਚੱਲਦਾ ਕਿ ਅਸੀਂ ਜਦੋਂ ਕਿਸੇ ਨੂੰ ਅੱਛਾ ਕਹਿੰਦੇ ਆ ਤਾਂ ਫਿਰ ਅਸੀਂ ਕਹਿੰਦੇ ਹਾਂ ਉਹਦੇ 'ਚ ਗਲਤੀ ਨਹੀਂ ਹੋ ਸਕਦੀ ਹੈਂ। ਤੇ ਜੇ ਕਿਸੇ ਨੂੰ ਬੁਰਾ ਕਹਿੰਦੇ ਆ ਤਾਂ ਅਸੀਂ ਕਹਿੰਦੇ ਹਾਂ ਇਹਦੇ ਵਿੱਚ ਕੋਈ ਅੱਛਾਈ ਨਹੀਂ ਹੋ ਸਕਦੀ। ਇਹ ਬਹੁਤ ਹੀ ਵੱਡੀ ਗੁੰਮਰਾਹੀ ਸਾਡੇ ਯਾਨੀ ਕੌਮ ਦੇ ਵਿੱਚ ਇਹ ਪਾਈ ਜਾਂਦੀ ਹੈ। ਬਹਰਹਾਲ ਇਹ ਵੀ ਇੱਕ ਚੀਜ਼ ਸੀ ਮੈਂ ਕਿਹਾ ਵਾਜ਼ੇ ਕਰ ਦੇਵਾਂ। ਔਰ ਇਸੇ ਹਵਾਲੇ ਨਾਲ ਹੀ ਭਾਵੇਂ ਇਹ ਸਮਝ ਲਓ ਕਿ ਇਹ ਜਿਹੜਾ ਤੀਸਰਾ ਗਰੁੱਪ ਸੂਰਾ ਯੂਨਸ ਤੋਂ ਆਗਾਜ਼ ਹੋ ਰਿਹਾ, ਪਿਛਲੀ ਦਫਾ ਵੀ ਮੈਂ ਦੱਸਿਆ ਸੀਗਾ, ਇਹਦਾ ਜ਼ਮਾਨਾ ਵੀ ਉਹੋ ਹੀ ਆ ਜਿਹੜਾ ਸੂਰਾ ਆਰਾਫ ਔਰ ਸੂਰਾ ਇਨਾਮ ਦਾ ਜ਼ਮਾਨਾ। ਯਾਨੀ ਆਖਰੀ 4 ਸਾਲ ਮੱਕਾ ਦੇ ਕਿਆਮੇ ਮੱਕਾ ਵਹੀ ਦੇ ਨਜ਼ੂਲ ਤੋਂ ਬਾਅਦ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਮੱਕੇ ਦੇ ਵਿੱਚ 12-13 ਸਾਲ ਹੀ ਗੁਜ਼ਾਰੇ ਆ। ਔਰ ਉਹਨਾਂ 12-13 ਸਾਲਾਂ ਦੇ ਵਿੱਚ ਜਿਹੜਾ ਆਖਰੀ 3-4 ਸਾਲ ਹੈ ਨਾ, ਉਹਦੇ ਵਿੱਚ ਇਹ ਨਾਜ਼ਲ ਹੋਈਆਂ ਵਾ। ਔਰ ਇਹ ਤੋਂ ਤੁਹਾਨੂੰ ਇਹ ਅੰਦਾਜ਼ਾ ਹੋਣਾ ਚਾਹੀਦਾ ਹੈ ਕਿ ਦਾਵਤ ਦਿੱਤੀ ਜਾ ਚੁੱਕੀ ਹੈ ਬਹੁਤ ਜ਼ੋਰੋ ਸ਼ੋਰ ਦੇ ਨਾਲ ਹੈਂ। ਤੇ ਤੁਹਾਨੂੰ ਪਤਾ ਨਾ ਕਿ ਜਦੋਂ ਵੀ ਕੋਈ ਇੱਦਾਂ ਦੀ ਗੱਲ ਹੁੰਦੀ ਹੈ ਤੇ ਸ਼ੁਰੂ 'ਚ ਤਲਖੀਆਂ ਨਹੀਂ ਹੁੰਦੀਆਂ, ਲੇਕਿਨ ਸ਼ੁਰੂ 'ਚ ਕੁਛ ਹੋਰ ਅੰਦਾਜ਼ ਹੁੰਦਾ। ਐਂਡ ਤੇ ਜਾ ਕੇ ਫਿਰ ਜਿਹੜਾ ਨਾ ਉਹ ਦਾਵਤ ਦੇਣ ਵਾਲੇ ਜਿਹੜੇ ਹੁੰਦੇ ਆ ਉਹਨਾਂ ਦੇ ਵਿੱਚ ਵੀ ਇਹ ਚੀਜ਼ ਬਹਰਹਾਲ ਇੱਕ ਚੀਜ਼ ਹੁੰਦੀ ਹੈ ਕਿ ਅਸੀਂ ਗੱਲ ਬੜੀ ਸਮਝਾਈ ਹੈ, ਬਾਰ ਸਮਝਾਈ ਹੈ ਹੈਂ। ਤੇ ਉਹਨਾਂ ਨੂੰ ਮੁਖਾਲਫਾਂ ਨੂੰ ਵੀ ਇਹ ਹੁੰਦਾ ਕਿ ਇਹਨਾਂ ਦੀ ਗੱਲ ਜਿਹੜੀ ਆ ਇਹ ਸਾਨੂੰ ਪਸੰਦ ਨਹੀਂ ਗੀ। ਚਲੋ ਜਿੱਦਾਂ ਕਹਿੰਦੇ ਆ ਕਿ 2-4 ਵਾਰੀ ਗੱਲ ਕਰ ਲਈ, ਹੁਣ ਇਹ ਕਰੀ ਜਾ ਰਿਹਾ। ਉਹਨਾਂ ਦਾ ਗੁੱਸਾ ਵੀ ਫਿਰ ਜਿਹੜਾ ਨਾ ਉਹ ਓਨਾ ਹੀ ਉਹ ਵੱਧਦਾ ਹੈ, ਮੁਖਾਲਫਤ ਵੱਧਦੀ ਹੈ। ਔਰ ਇਹ ਨੋਟ ਕਰ ਲਓ, ਨਬੀ ਸੱਲੱਲਾਹੁ ਅਲੈਹਿ ਵਸੱਲਮ ਦੀ ਦਾਵਤ ਜਿਹੜੀ ਸੀ, ਉਹਦੀ ਜਿਹੜੀ ਖੂਬੀ ਸੀ ਉਹ ਇਹ ਸੀ ਕਿ ਉਹ ਕਿਸੇ ਫਰਦ ਨੂੰ ਮੁਤਾਸਰ ਨਹੀਂ ਕਰਦੀ ਸੀ, ਜਾਂ ਕਰਦੀ ਵੀ ਸੀਗੀ ਤੇ ਲੇਕਿਨ ਉਹਦੀ ਕੋਈ ਐਡੀ ਅਹਿਮੀਅਤ ਨਹੀਂ ਸੀ। ਇਹ ਪੂਰੇ ਮਾਸ਼ਰੇ ਨੂੰ ਮੁਤਾਸਰ ਕਰਦੀ ਸੀ, ਯਾਨੀ ਪੂਰੇ ਮਾਸ਼ਰੇ ਦਾ ਇੱਕ ਸੈਟਅਪ ਨਿਜ਼ਾਮ ਤੋੜਦੀ ਸੀ, ਭੰਨਦੀ ਸੀ। ਇਨਕਲਾਬੀ ਦਾਵਤ ਔਰ ਤਬਲੀਗੀ ਦਾਵਤ ਦਾ ਇਹੀ ਫਰਕ ਹੁੰਦਾ, ਨੋਟ ਕਰ ਲਓ। ਤਬਲੀਗ ਠੀਕ ਹੈ ਨਾ, ਤਬਲੀਗ ਜਿਹੜੀ ਹੈ ਨਾ ਉਹਦੀ ਮਿਸਾਲ ਹੈਗੀ ਹੈ ਇੱਕ ਵੇਲ ਦੀ ਮਾਨਦ, ਔਰ ਇਨਕਲਾਬੀ ਦਾਵਤ ਜਿਹੜੀ ਹੈ ਉਹਦੀ ਮਿਸਾਲ ਹੈਗੀ ਹੈ ਇੱਕ ਦਰਖਤ ਦੀ ਮਾਨਦ। ਦਰਖਤ ਜਿਹੜਾ ਨਾ ਉਹ ਜਿਸ ਵੇਲੇ ਵੀ ਉਹ ਉੱਗਦਾ, ਉਹਦੀ ਖੂਬੀ ਇਹ ਹੁੰਦੀ ਹੈ ਕਿ ਉਹ ਉੱਪਰ ਨੂੰ ਉੱਠਦਾ, ਸਿੱਧਾ ਹੀ ਜਾਂਦਾ ਔਰ ਉੱਪਰ ਜਾ ਕੇ ਫੈਲਦਾ।
ਯਾਨੀ ਥੱਲਿਓਂ ਉਹਦਾ ਹੁਜਮ, ਉਹ ਤਨਾ ਜਿਹਨੂੰ ਆਪਾਂ ਕਹਿੰਦੇ ਆ, ਉਹਨੇ ਥੋੜਾ ਜਿਹਾ ਥਾਂ ਘੇਰਿਆ ਹੁੰਦਾ, ਉੱਪਰ ਜਾ ਕੇ ਫਿਰ ਉਹ ਫੈਲਦਾ। ਵੇਲ ਜਿਹੜੀ ਹੈ ਉਹਦੀ ਖਾਸੀਅਤ ਇਹ ਹੈ ਕਿ ਉਹ ਸਿੱਧੀ ਖੜੋ ਹੀ ਨਹੀਂ ਸਕਦੀ, ਉਹਦਾ ਲੱਕ ਹੀ ਨਹੀਂ ਹੁੰਦਾ। ਠੀਕ ਹੈ ਨਾ, ਇਹ ਸਮਝ ਲਓ। ਉਹਨੂੰ ਸਿੱਧਾ ਉਹ ਵੀ ਜੇ ਸਿੱਧਾ ਖੜਾ ਕਰਨਾ ਹੋਵੇ ਤੇ ਫਿਰ ਉਹਨੂੰ ਕਿਸੇ ਦਾ ਸਹਾਰਾ ਚਾਹੀਦਾ ਹੁੰਦਾ, ਉਹ ਆਪਣੇ ਆਪ ਖੜੋ ਹੀ ਨਹੀਂ ਸਕਦੀ। ਔਰ ਉਹਦੀ ਖੂਬੀ ਇਹ ਹੈ ਕਿ ਉਹ ਸ਼ੁਰੂ ਤੋਂ ਹੀ ਫੈਲਣਾ ਸ਼ੁਰੂ ਕਰ ਦਿੰਦੀ ਹੈ, ਜ਼ਮੀਨ ਤੇ ਲੇਟਣਾ ਸ਼ੁਰੂ ਕਰ ਦਿੰਦੀ ਹੈ। ਠੀਕ ਹੈ ਨਾ। ਇਨਕਲਾਬੀ ਦਾਵਤ ਦੇ ਵਿੱਚ ਜਿਹੜੀ ਤਬਲੀਗ ਵੀ ਹੁੰਦੀ ਹੈ ਨਾ, ਉਹ ਤਬਲੀਗ ਵੀ ਜਿਹੜੀ ਹੈ ਨਾ, ਉਹ ਇਸੇ ਤਰ੍ਹਾਂ ਦੀ ਹੁੰਦੀ ਹੈ। ਉਹ ਫੈਲਦੀ ਘੱਟ ਹੈ, ਉਹ ਤਾਂ ਨੂੰ ਜ਼ਿਆਦਾ ਉੱਠਦੀ ਹੈ। ਉਹ ਉਠਾਉਣ ਵਾਲੀ ਤਬਲੀਗ ਹੁੰਦੀ ਹੈ। ਬਹਰਹਾਲ ਇਹ ਵੀ ਇੱਕ ਗੱਲ ਸੀ ਜਿਹੜੀ ਮੈਂ ਕਰ ਦੇਵਾਂ। ਤੇ ਇਹ ਯਾਨੀ ਇਹ ਹੈ ਇਹ ਸਭ ਦਾ ਪਸ ਮੰਜ਼ਰ ਜਿਹਦੇ 'ਚ ਫਿਰ ਇਹ ਸੂਰਤਾਂ ਨਾਜ਼ਲ ਹੋ ਰਹੀਆਂ ਵਾ। ਇਹਦੇ ਵਿੱਚ ਬਹਰਹਾਲ ਇੱਕ ਸੂਰਤ ਸੂਰਾ ਨੂਰ ਜਿਹੜੀ ਹੈ ਇਸ ਗਰੁੱਪ ਦੀ, ਉਹ ਤੇ ਮਦਨੀ ਹੈ। ਤੇ ਬਾਕੀ ਸੂਰਾ ਹਜ ਜਿਹੜੀ ਹੈ ਔਰ ਸੂਰਾ ਹਿਜਰ ਜਿਹੜੀ ਹੈ, ਇਹਦੇ ਬਾਰੇ 'ਚ ਇਖਤਲਾਫ ਆ। ਸੂਰਾ ਹਜ ਦੇ ਬਾਰੇ 'ਚ ਇਹ ਵੀ ਕਿਹਾ ਜਾਂਦਾ ਕਿ ਉਹ ਸਫ਼ਰ ਦੇ ਵਿੱਚ ਨਾਜ਼ਲ, ਯਾਨੀ ਜਦੋਂ ਨਬੀ ਸੱਲੱਲਾਹੁ ਅਲੈਹਿ ਵਸੱਲਮ ਹਿਜਰਤ ਕਰਕੇ ਮਦੀਨੇ ਆ ਰਿਹਾ ਸੀ ਤੇ ਉਸ ਸਫ਼ਰ ਦੇ ਵਿੱਚ ਨਾਜ਼ਲ ਹੋਈ ਹੈ। ਯਾਨੀ ਦੌਰਾਨੇ ਹਿਜਰਤ ਮਦੀਨਾ ਵੱਲ ਹਿਜਰਤ ਜਦੋਂ ਕਰ ਰਿਹਾ ਸੀ ਉਦੋਂ ਨਾਜ਼ਲ ਹੋਈ ਹੈ। ਜ਼ਾਹਿਰ ਆ ਫਿਰ ਉਹ ਵੀ ਐਂਡ ਤੇ ਜਾ ਕੇ ਹੋ ਗਈ। ਬਹਰਹਾਲ ਚਲੋ ਜੀ, ਹੁਣ ਆਪਾਂ ਇਹਦਾ ਅੱਲਾ ਦੇ ਫਜ਼ਲ ਨਾਲ ਆਗਾਜ਼ ਕਰਦੇ ਹਾਂ, ਅੱਲਾ ਦੀ ਤੌਫੀਕ ਦੇ ਨਾਲ। ਫਰਮਾਇਆ, ਕੁਲ ਐ ਨਬੀ ਸੱਲੱਲਾਹੁ ਅਲੈਹਿ ਵਸੱਲਮ, ਇਹ ਕਹਿ ਦਿਓ, ਮਤਲਬ ਕਿ ਇਹਨਾਂ ਨੂੰ ਕਹਿ ਦਿਓ, ਇਹ ਮੱਕੇ ਵਾਲਿਆਂ ਨੂੰ, ਮਨ ਯਰਜ਼ੁਕੁਕੁਮ ਮਿਨ ਅਸ-ਸਮਾኢ ਵਲ ਅਰਦ, ਕਿਹੜਾ ਵਾ ਜਿਹੜਾ ਤੁਹਾਨੂੰ ਆਸਮਾਨ ਔਰ ਜ਼ਮੀਨ ਤੋਂ ਰਿਜ਼ਕ ਦਿੰਦਾ? ਕੌਣ ਆ? ਇਹ ਨੋਟ ਕਰ ਲਓ। ਮੱਕੇ ਵਾਲਿਆਂ ਦੀ ਜਦੋਂ ਵੀ ਗੱਲ ਆਵੇ ਨਾ, ਤੇ ਇਹ ਸਮਝ ਲਿਆ ਕਰੋ ਮੱਕੇ ਵਾਲਿਆਂ ਦੀ, ਮੁਸ਼ਰਿਕੀਨ ਅਰਬ ਦੀ, ਕਿ ਉਹ ਅੱਲਾ ਨੂੰ ਮੰਨਦੇ ਆ, ਅੱਲਾ ਦੇ ਮੁਨਕਰ ਨਹੀਂ। ਠੀਕ ਹੈ ਨਾ। ਇਹ ਅੱਲਾ ਨੂੰ ਉਹ ਮੰਨਦੇ ਆ, ਇਬਰਾਹੀਮ ਇਸਮਾਈਲ ਅਲੈਹਿਸਸਲਾਤੁ ਵਸਸਲਾਮ ਤੋਂ ਚੱਲੇ ਆ ਰਿਹਾ ਆ, ਉਹੋ ਹੀ ਆਪਣੇ ਹਿਸਾਬ 'ਚ ਉਸੇ ਹੀ ਦੀਨ ਦੇ ਉੱਤੇ ਚੱਲੇ ਆ ਰਿਹਾ। ਜਿੱਦਾਂ ਹਰ ਪੈਗੰਬਰ ਤੋਂ ਬਾਅਦ ਫਿਰ ਉਹਦੀ ਔਲਾਦ ਅੱਗੇ ਚੱਲਦੀ ਹੈ, ਔਰ ਉਹ ਜਦੋਂ ਚੱਲਦੀ ਹੈ ਤੇ ਨਸਲ ਦਰ ਨਸਲ ਉਹਦੇ ਵਿੱਚ ਉਹ ਜਿਹੜਾ ਅਸਲੀ ਦੀਨ ਹੈ ਉਹਦੇ ਤੋਂ ਦੂਰੀ ਹੁੰਦੀ ਜਾਂਦੀ ਹੈ, ਔਰ ਕੁਝ ਨਵੀਆਂ ਚੀਜ਼ਾਂ ਉਹਦੇ ਵਿੱਚ ਆਉਂਦੀਆਂ ਜਾਂਦੀਆਂ। ਔਰ ਜਿੰਨਾ ਜਿੰਨਾ ਜ਼ਿਆਦਾ ਵਕਤ ਗੁਜ਼ਰੇਗਾ ਉਹਨਾਂ ਉਹ ਜਿਹੜਾ ਅਸਲੀ ਚੀਜ਼ਾਂ ਉਹਨਾਂ 'ਚ ਰੱਦੋ ਬਦਲ ਆ ਜਾਏਗਾ, ਤਾਂ ਹੋਰ ਕਈ ਖਰਾਬੀਆਂ ਉਹਨਾਂ ਦੇ 'ਚ ਆ ਜਾਣਗੀਆਂ, ਨਵੀਆਂ ਚੀਜ਼ਾਂ ਦਾਖਲ ਹੋ ਜਾਣਗੀਆਂ। ਅਹਿਮੀਅਤਾਂ, ਬਾਜ਼ ਔਕਾਤ ਜ਼ਰੂਰੀ ਚੀਜ਼ ਜਿਹੜੀ ਆ ਉਹਨੂੰ ਗੈਰ ਜ਼ਰੂਰੀ ਸਮਝਣ ਲੱਗ ਪੈਣਗੇ, ਔਰ ਗੈਰ ਜ਼ਰੂਰੀ ਚੀਜ਼ਾਂ ਨੂੰ ਜ਼ਰੂਰੀ ਸਮਝਣ ਲੱਗ ਪੈਣਗੇ। ਇਹ ਹਰ ਮਤਲਬ ਇਹ ਆ ਕਿ ਪੈਗੰਬਰ ਤੋਂ ਬਾਅਦ ਇੱਦਾਂ ਹੁੰਦਾ ਨਾ। ਇਹ ਹੀ ਮੱਕੇ ਵਾਲਿਆਂ ਤੋਂ ਹੋਇਆ। ਅੱਛਾ, ਉਹਦੇ ਵਿੱਚ ਆਮ ਤੌਰ ਤੇ ਇਹ ਗੱਲ ਸਮਝ ਲਓ ਕਿ ਉਹਦੇ ਵਿੱਚ ਜਿਹੜਾ ਮੁੱਢ ਹੁੰਦਾ ਨਾ, ਉਹਦਾ ਤਅਲਕ ਬਰਕਰਾਰ ਰਹਿੰਦਾ ਹੈ। ਮੁੱਢ ਹੈ ਤੌਹੀਦ। ਇਸਮਾਈਲ ਅਲੈਹਿਸਸਲਾਤੁ ਵਸਸਲਾਮ, ਇਬਰਾਹੀਮ ਅਲੈਹਿਸਸਲਾਤੁ ਵਸਸਲਾਮ ਮੁਵਹਿਦ ਸੀ, ਤੇ ਤੌਹੀਦ ਯਾਨੀ ਅੱਲਾ ਨੂੰ ਮੰਨਣਾ। ਫਿਰ ਅੱਲਾ ਦਾ ਘਰ ਵੀ ਉਹਨਾਂ ਨੇ ਬਣਾ ਦਿੱਤਾ। ਉਹ ਜ਼ਾਹਿਰ ਬਾਤ ਹੈ, ਇਹ ਕਿੱਦਾਂ ਹੋ ਸਕਦਾ ਕਿ ਉਹ ਅੱਲਾ ਨੂੰ ਨਾ ਮੰਨਣ ਤੇ ਅੱਲਾ ਦੇ ਘਰ ਨੂੰ ਮੰਨਣ? ਉਹ ਉਹਨੂੰ ਬੈਤੁੱਲਾ ਕਹਿੰਦੇ ਸੀ ਨਾ। ਤਾਂ ਲਿਹਾਜ਼ਾ ਜਿਹੜਾ ਨਾ ਉਹ ਅੱਲਾ ਨੂੰ ਮੰਨਦੇ ਸੀ। ਅਸਲ ਮਸਲਾ ਇਹ ਨਹੀਂ ਸੀ ਕਿ ਉਹ ਅੱਲਾ ਨੂੰ ਨਹੀਂ ਮੰਨਦੇ, ਅਸਲ ਮਸਲਾ ਇਹ ਸੀ ਕਿ ਅੱਲਾ ਦੇ ਨਾਲ ਹੋਰ ਜੋ ਕੁਛ ਉਹਨਾਂ ਨੇ ਰਲਾ ਲਿਆ ਹੈ। ਨੰਬਰ 1 ਤੇ ਉਹਨਾਂ ਨੇ ਜਿਹੜੇ ਅੱਲਾ ਦੇ ਨਾਲ ਸ਼ਰੀਕ ਬਣਾ ਲਿਆ। ਫਿਰ ਉਹ ਕਈ ਸਾਰੀਆਂ ਗੱਲਾਂ ਇੱਦਾਂ ਦੀਆਂ ਸੀ, ਕਈ ਸਮਝਦੇ ਸੀ ਅੱਲਾ ਤੇ ਹੈਗਾ, ਸਭ ਕੁਛ ਹੈਗਾ, ਕਿਆਮਤ ਨਹੀਂ ਆਉਣੀ ਹੈ, ਇਸ ਤਰ੍ਹਾਂ ਦੇ ਕੋਈ ਖਿਆਲਾਤ ਹੈ ਉਹਨਾਂ ਦੇ ਬਣ ਗਏ ਸੀ ਨਵੇਂ। ਤੇ ਬਾਕੀ ਕਈ ਸਾਰੀਆਂ ਚੀਜ਼ਾਂ ਉਹ ਉਹੀ ਲਈ ਹੁਣ ਆਖਰ ਹੱਜ ਕਰਾਉਂਦੇ ਸੀ, ਮਸਜਿਦ ਦੇ ਉਹ ਮੁਤਵੱਲੀ ਸੀਗੇ। ਮੈਂ ਕਹਿੰਦਾ ਤੁਸੀਂ ਇਹ ਸਮਝ ਲਓ ਕਿ
ਇੱਕ ਦੀਨ ਹੈ ਇਸਮਾਈਲ अलैहिस्सलाम ਦਾ। ਉਸ ਦੀਨ ਦੇ ਉਸ ਵਕਤ ਦੇ ਉਹ ਵਾਰਸ ਹੈ। ਭਾਵੇਂ ਦੀਨ ਆਹਿਸਤਾ ਆਹਿਸਤਾ ਖਰਾਬ ਹੋ ਗਿਆ, ਠੀਕ ਹੈ ਨਾ, ਲੇਕਿਨ ਉਹ ਆਪਣੇ ਆਪ ਨੂੰ ਵਾਰਸ ਸਮਝਦੇ ਆ। ਬਹਰਹਾਲ ਇਸ ਵਾਸਤੇ ਅੱਲਾ ਨੂੰ ਤੇ ਉਹ ਮੰਨਦੇ ਆ। ਔਰ ਜਦੋਂ ਬਲਕਿ ਕੁਰਾਨ ਕਰੀਮ 'ਚ ਇੱਥੇ ਸੂਰਾ ਯੂਨਸ ਦੀ ਉਮੀਦ ਹੈ ਆ ਜਾਣਗੀਆਂ ਚੀਜ਼ਾਂ ਕਿ ਉਹ ਆਖਰੀ ਵੇਲੇ ਜਾ ਕੇ ਫਿਰ ਜਿਹੜਾ ਨਾ ਉਹ ਅੱਲਾ ਵੱਲ ਹੀ ਧਿਆਨ ਕਰਦੇ ਆ। ਔਰ ਮੈਂ ਇਹਨੂੰ ਇੱਕ ਮਿਸਾਲ ਦੇ ਨਾਲ ਵੀ ਸਮਝਾਉਣਾ ਹੁੰਦਾ, ਉਹ ਵੀ ਸਮਝ ਲਓ। ਸਾਡੇ ਆਮ ਤੌਰ ਤੇ ਤੁਸੀਂ ਦੇਖਿਆ ਹੋਏਗਾ ਕਿ ਲੋਕ ਜਿਹੜੇ ਆ ਨਾ, ਉਹਨਾਂ ਨੂੰ ਕੋਈ ਕਿਸੇ ਨੂੰ ਬਿਮਾਰੀ ਹੋ ਜਾਏ, ਕਿਸੇ ਨੂੰ ਕੋਈ ਹੋਰ ਪਰੇਸ਼ਾਨੀ ਹੋ ਜਾਏ ਹੈ, ਤੇ ਬਿਲ ਅਮੂਮ ਕੱਚੇ ਅਕੀਦੇ ਦੇ ਲੋਕ ਜਿਹੜੇ ਆ ਨਾ, ਉਹ ਕਿਸੇ ਡਾਕਟਰ ਕੋ ਨਹੀਂ ਜਾਣਗੇ। ਕਿਸੇ ਮਤਲਬ ਹੈ ਕਿ ਚਲੋ ਦੋ ਤਰ੍ਹਾਂ ਦੇ ਲੋਕ ਆ। ਇੱਕ ਉਹ ਲੋਕ ਆ ਜਿਨ੍ਹਾਂ ਕੋਲ ਵਸਾਇਲ ਹੀ ਨਹੀਂ ਹੈਗੇ ਡਾਕਟਰ ਕੋ ਜਾਣ ਦੇ। ਡਾਕਟਰ ਕਿਹੜਾ ਮਤਲਬ ਸਸਤੇ ਆ। ਉਹਨਾਂ ਦੀ ਤੇ ਮਜਬੂਰੀ ਹੁੰਦੀ ਆ ਕਿ ਉਹ ਜਾ ਕੇ ਕਹਿਣ ਮੌਲਵੀ ਸਾਹਿਬ ਦਮ ਕਰ ਦਿਓ, ਜਾਂ ਕਿਸੇ ਪੀਰ ਦੇ ਕੋਲ ਜਾ ਕੇ ਉਹਦੇ ਕੋਲ ਕਹਿਣ ਕਿ ਪੀਰ ਜੀ ਇਹ ਸਾਡਾ ਮਰੀਜ਼ ਹੈ, ਇਹਦਾ ਕੁਛ ਕਰੋ ਹੈਂ, ਜਾਂ ਕਿਸੇ ਮਜ਼ਾਰ ਤੇ ਜਾ ਕੇ ਕੋਈ ਮੰਨਤ ਮੰਨ ਲੈਣ, ਜਾਂ ਕਿਸੇ ਹੋਰ ਕਿਸੇ ਰੂਹਾਨੀ ਜਿਹਨੂੰ ਸਮਝਦੇ ਆ, ਜਿਹਦੀ ਪਗੜੀ ਦੇ ਬਹੁਤੇ ਜ਼ਿਆਦਾ ਵਾਲ ਜਿਹਨੇ ਦਿੱਤੇ ਹੋਏ ਆ ਹੈਂ, ਉਹਨੂੰ ਉਹ ਫਿਰ ਸਮਝਦੇ ਆ ਨਾ। ਤੇ ਇਹ ਇੱਕ ਮਤਲਬ ਆ ਕਿ ਬਣਾਏ ਹੁੰਦੇ ਨਾ ਸ਼ਕਲਾਂ, ਤਾਂ ਕਿ ਪਤਾ ਲੱਗੇ ਵੀ ਇਹ ਤਕਵਾ ਵਾ ਤੇ ਇਹ ਅੱਲਾ ਨੂੰ ਪਹੁੰਚਿਆ ਬਜ਼ੁਰਗ ਆ। ਕਿਸੇ ਦੀ ਹਰੀ ਪਗੜੀ ਹੈ, ਕਿਸੇ ਦੀ ਨੀਲੀ ਪਗੜੀ ਹੈ, ਉਹ ਇਹ ਸਾਰੀਆਂ ਚੀਜ਼ਾਂ ਉਹ ਫਿਰ ਇੱਦਾਂ ਦੇ ਕੋਲ ਜਾਂਦੇ ਆ। ਅੱਛਾ, ਹੁਣ ਜੇ ਵਸਾਇਲ ਨਹੀਂ ਤੇ ਜ਼ਾਹਿਰ ਬਾਤ ਆ ਉਹਨੇ ਇਹੀ ਕਰਨਾ, ਹੋਰ ਉਹਦੇ ਕੋਲ ਕੁਝ ਕਰਨ ਦੀ ਗੁੰਜਾਇਸ਼ ਨਹੀਂ ਹੈਗੀ। ਲੇਕਿਨ ਬਾਜ਼ ਉਹ ਵੀ ਕਿ ਜਿਨ੍ਹਾਂ ਦੇ ਕੋਲ ਵਸਾਇਲ ਹੈਗੇ ਆ, ਉਹ ਵੀ ਤੁਸੀਂ ਦੇਖੋਗੇ ਕਿ ਉਹ ਜਿਸ ਵੇਲੇ ਨਾ ਮਤਲਬ ਇਹ ਆ ਕਿ ਸ਼ੁਰੂ 'ਚ ਮਸਲਨ ਔਲਾਦ ਨਹੀਂ ਹੁੰਦੀ, ਤੇ ਔਲਾਦ ਜਿਹੜੀ ਆ ਉਹ ਨਹੀਂ ਹੁੰਦੀ, ਤੇ ਫਲਾਂ ਕੋਲੋਂ ਤਵੀਜ਼ ਲੈ ਲਿਆ, ਫਲਾਂ ਕੋ ਦਮ ਕਰਾ ਲਿਆ ਹੈਂ, ਫਲਾਂ ਮੌਲਵੀ ਕੋਲੋਂ, ਫਲਾਂ ਪੀਰ ਕੋ, ਫਲਾਂ ਬਜ਼ੁਰਗ ਕੋ, ਫਲਾਂ ਜਾ ਕੇ ਦਰਗਾਹ ਦੇ ਉੱਤੇ ਜਾਂ ਫਲਾਨੇ ਆਸਤਾਨੇ ਦੇ ਉੱਤੇ ਜਾ ਕੇ ਕੋਈ ਮੰਨਤ ਮੰਨ ਲਈ ਕਿ ਮੈਨੂੰ ਪੁੱਤਰ ਦੇ ਦੇਂ, ਇਹ ਕਰ ਦੇਂ, ਉਹ ਕਰ ਦੇਂ, ਕੁਛ ਵੀ ਹੈ। ਇਹ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਕਰਦਾ। ਇਸੇ ਤਰ੍ਹਾਂ ਕੋਈ ਬਿਮਾਰ ਹੋ ਗਿਆ ਤੇ ਉਹਨੇ ਜਾ ਕੇ ਜਿਹੜਾ ਨਾ ਉਹ ਇਹ ਫਿਰਦਾ ਰਿਹਾ। ਅੱਛਾ, ਤੁਸੀਂ ਕਦੀ ਤਜਰਬਾ ਕੀਤਾ ਹੋਏਗਾ ਕਿ ਜਦੋਂ ਇੱਕ ਆਦਮੀ ਬਹੁਤਾ ਜ਼ਿਆਦਾ ਬਿਮਾਰ ਹੋ ਜਾਂਦਾ, ਮਿਸਾਲ ਦੇ ਤੌਰ ਦੇ ਉੱਤੇ ਕਿ ਹੁਣ ਉਹ ਜਿਹੜਾ ਨਾ ਇੱਕ ਫਰਜ਼ ਕਰ ਲਓ, ਇੱਕ ਆਦਮੀ ਨੂੰ ਜਿਹੜਾ ਨਾ ਉਹ ਹੁਣ ਕੈਂਸਰ ਹੋ ਗਿਆ ਅੰਦਰੋਂ ਹੀ ਅੰਦਰ। ਹੁਣ ਉਹ ਤੇ ਪੀਰਾਂ ਕੋਲ ਜਾਂਦਾ ਜੂੰਦਾ ਜਿਹੜਾ ਨਾ ਉਹ ਥੱਕ ਗਿਆ। ਅੱਛਾ, ਉਹ ਠੀਕ ਨਹੀਂ ਹੋਇਆ। ਹੁਣ ਉਹ ਮਹਿਸੂਸ ਕਰਦਾ ਕਿ ਮੈਂ ਬਹੁਤਾ ਜ਼ਿਆਦਾ ਮਸਲਾ ਮੈਨੂੰ, ਔਰ ਮੇਰੇ ਕੋਲ ਵਸਾਇਲ ਵੀ ਹੈਗੇ ਆ ਕਿਸੇ ਡਾਕਟਰ ਕੋਲ ਇਲਾਜ ਕਰਾਉਣ ਦੇ। ਫਿਰ ਉਹ ਇਲਾਜ ਕਰਾਉਣ ਵਾਸਤੇ ਡਾਕਟਰ ਕੋਲ ਜਾਂਦਾ। ਇਹ ਪੀਰ, ਇਹ ਰੂਹਾਨੀ ਜਿਹੜੇ ਹੈਗੇ ਆ ਲੋਕਾਂ ਦਾ ਇਲਾਜ ਕਰਨ ਵਾਲੇ, ਉਹ ਭਾਵੇਂ ਪੀਰ ਸ਼ੋਫ ਹੋਵੇ ਤੇ ਭਾਵੇਂ ਉਹ ਪੀਰ ਇਲਿਆਸ ਕਾਦਰੀ ਹੋਵੇ, ਕੋਈ ਵੀ ਹੋਵੇ, ਠੀਕ ਹੈ ਨਾ, ਉਹ ਜਿਹੜੇ ਮਤਲਬ ਜਿਹੜੇ ਲੋਕਾਂ ਨੂੰ ਦਮ ਕਰ ਦਿੰਦਾ, ਇਹ ਅਖੀਰ ਫਿਰ ਆਪ ਡਾਕਟਰਾਂ ਕੋਲ ਜਾ ਕੇ ਮਰਦੇ ਮੁਰਦੇ ਆ, ਉੱਥੇ ਹੀ ਜਾਂਦੇ ਆ। ਬਹਰਹਾਲ ਉਹ ਇਸ ਤਰ੍ਹਾਂ ਬੰਦਾ ਜਦੋਂ ਡਾਕਟਰ ਕੋਲ ਜਾਂਦਾ ਹੈ, ਡਾਕਟਰ ਅੱਜ ਕੱਲ੍ਹ ਤੁਹਾਨੂੰ ਪਤਾ ਕਿ ਰਿਪੋਰਟਾਂ ਹੁੰਦੀਆਂ ਵਾ, ਰਿਪੋਰਟਾਂ ਦੇ ਵਿੱਚ ਹਰ ਚੀਜ਼ ਜਿਹੜੀ ਸਾਹਮਣੇ ਆ ਜਾਂਦੀ ਹੈ। ਹੁਣ ਉਹ ਜਿਸ ਵੇਲੇ ਰਿਪੋਰਟਾਂ ਜਿਹੜੀਆਂ ਨਾ ਉਹ ਸਾਹਮਣੇ ਆਉਂਦੀਆਂ, ਤੇ ਅਗਰ ਉਹ ਬੰਦਾ ਕੋਈ ਸਮਝਦਾਰ ਹੈ, ਠੀਕ ਹੈ ਨਾ, ਜਿਹੜਾ ਮਰੀਜ਼ ਹੈ, ਜਾਂ ਉਹਦਾ ਕੋਈ ਐਸਾ ਅਜ਼ੀਜ਼ ਜਿਹੜਾ ਨਾ ਮਸਲਨ ਡਾਕਟਰ ਹੈ, ਉਹ ਉਹਨਾਂ ਚੀਜ਼ਾਂ ਨੂੰ ਸਮਝਦਾ, ਜੇ ਤੇ ਉਹ ਇਤਮਾਦ ਕਰ ਸਕਦਾ, ਔਰ ਉਹ ਇਹਨੂੰ ਦੱਸੇ ਕਿ ਬਈ ਤੈਨੂੰ ਤੇ ਹੋ ਗਿਆ ਕੈਂਸਰ, ਹੁਣ ਬਿਲਕੁਲ ਐਂਡ ਹੋ ਗਿਆ ਵਾ ਤੇਰਾ ਹੈਂ, ਤੇ ਹੁਣ ਚੱਲ ਘਰ ਆਰਾਮ ਕਰ ਲਓ। ਹੁਣ ਦੋ ਸੂਰਤਾਂ ਵਾ, ਇੱਕ ਇਹ ਆ ਕਿ ਇੱਥੇ ਹਸਪਤਾਲ 'ਚ ਪੈ 2 ਮਹੀਨੇ ਕੱਢ ਲਓ, ਇਹਦੇ 'ਚ ਇੱਥੇ ਮਰ ਕੇ ਫਿਰ ਲਾਸ਼ ਲੈ ਚੱਲਾਂਗੇ, ਜਾਂ ਘਰ ਲੈ ਚੱਲਦੇ। ਤੁਸੀਂ ਇਹ ਦੇਖ ਲਓ ਕਿ ਕੋਈ ਤੁਹਾਨੂੰ ਇਹ ਨਹੀਂ ਕਹੇਗਾ, ਉਹ ਮਰੀਜ਼ ਜਿੰਨਾ ਮਰਜ਼ੀ ਪੀਰ ਪ੍ਰਸਤ ਹੋਵੇ, ਉਹ ਤੁਹਾਨੂੰ ਇਹ ਨਹੀਂ ਕਹਿਣ ਲੱਗਾ ਕਿ ਮੈਨੂੰ ਲਾਹੌਰ
अली हजवेरी अल मारूफ दाता गंज बख्श दे दरबार ते जाके मेरी मंजी जिहड़ी है ना वो रख दिओ, ते जे ओनू मंजूर होया तो मैं ठीक हो जाना है। या फलानी दरगाह ते रख दो, फलाने आस्थाने ते रख दो, लाल शहबाज कलंदर जाके ना मैनू जेड़ा ना वो एंबुलेंस च पाओ तो उत्थे जाके रख दिओ। मेरे मतलब है कि मुकदरा च सेहत होई, जे ओनू मंजूर होया तो मैं ठीक हो जाऊंगा। नहीं, ਤੁਸੀਂ ਇਹ ਦੇਖੋ ਕਿ ਅੱਜ ਤੱਕ ਕਦੀ ਕੋਈ ਲਾਸ਼ ਕਿਸੇ ਸ਼ਹਿਬਾਜ਼ ਕਲੰਦਰ ਦੇ ਮਜ਼ਾਰ ਤੋਂ ਆਈ ਹੈ ਜੀ? ਜਿਹੜੀ ਇਹ ਬਹੁਤ ਬਿਮਾਰ ਹੋ ਗਿਆ ਸੀ, ਡਾਕਟਰਾਂ ਨੇ ਇਹਨੂੰ ਜਵਾਬ ਦੇ ਦਿੱਤਾ ਸੀ ਤੇ ਫਿਰ ਇਹਨੂੰ ਉੱਥੇ ਲੈ ਗਿਆ ਸੀ ਵੀ ਆਖਰੀ ਇਲਾਜ ਹੈ ਵੀ ਜੇ ਉਹਨੂੰ ਮਨਜ਼ੂਰ ਹੋ ਜਾਏ। ਜਾਂ ਉਹ ਦਾਤਾ ਗੰਜ ਬਖਸ਼ ਅਲੀ ਹਜਵੇਰੀ ਦੇ ਦਰਬਾਰ ਤੇ ਲੈ ਗਏ ਸੀਗੇ ਜੀ, ਉੱਥੇ ਜਾ ਕੇ ਰੱਖ ਦਿੱਤੀ ਸੀ ਲਾਸ਼ ਉੱਥੋਂ ਆਈ ਹੈ। ਇਹ ਲਾਸ਼ਾਂ ਆਪਣੇ ਕੋਲ ਆਉਂਦੀਆਂ, ਐਂਬੂਲੈਂਸ ਆਉਂਦੀ ਆ, ਉਹ ਫਿਰ ਤੁਹਾਨੂੰ ਦੱਸਦੇ ਆ ਕਿ ਮਿਊ ਹਸਪਤਾਲ ਲਾਹੌਰ ਚੋਂ ਆਈ ਹੈ, ਇਹ ਵਿਕਟੋਰੀਆ ਹਸਪਤਾਲ ਬਹਾਵਲਪੁਰ ਚੋਂ ਆਈ ਆ, ਇਹ ਫਲਾਣੇ ਹਸਪਤਾਲ ਚੋਂ ਆਈ ਹੈ, ਇਹ ਸਿਵਲ ਹਸਪਤਾਲ ਚੋਂ ਆਈ ਹੈ, ਇਹ ਜਿਨਾਹ ਹਸਪਤਾਲ ਲਾਹੌਰੋਂ ਆਈ ਹੈ ਲਾਸ਼। ਕਦੀ ਕੋਈ ਤੁਸੀਂ ਇਹ ਐਸੀ ਲਾਸ਼ ਦੇਖੀ ਹੈ ਜਿਹੜੀ ਕਿ ਬਈ ਇਹ ਲਾਸ਼ ਜਿਹੜੀ ਹੈ ਨਾ ਦਾਤਾ ਗੰਜ ਬਖਸ਼ ਤੋਂ ਉਹਦੇ ਅਲੀ ਹਜਵੇਰੀ ਦੇ ਦਰਬਾਰ ਤੋਂ ਆਈ ਹੈ? ਇਹਨੂੰ 2 ਮਹੀਨੇ ਹੋ ਗਏ, ਇਹ ਬਿਮਾਰ ਸੀ ਤੇ ਇਹ ਉੱਥੇ ਜਾ ਕੇ ਰੱਖ ਦਿੱਤੀ। 2 ਮਹੀਨੇ ਹਸਪਤਾਲ 'ਚ ਤਾਂ ਪਿਆ ਰਹੂਗਾ, ਉੱਥੇ ਨਹੀਂ 2 ਦਿਨ ਵੀ ਰੱਖਦਾ ਉਸ ਤੋਂ ਬਾਅਦ। ਲੇਕਿਨ ਜਦੋਂ ਚੰਗਾ ਭਲਾ ਚੱਲਦਾ ਫਿਰਦਾ ਨਾ, ਉਸ ਵੇਲੇ ਕਹੇਗਾ ਮੈਨੂੰ ਉੱਥੋਂ ਇਹ ਮਿਲ ਗਿਆ, ਮੈਨੂੰ ਉਸ ਦਰਬਾਰ ਤੋਂ ਮਿਲ ਗਿਆ, ਮੈਨੂੰ ਉਸ ਪੀਰ ਕੋ ਮਿਲ ਗਿਆ, ਮੈਨੂੰ ਉਸ ਮੁਰਸ਼ਦ ਕੋ ਮਿਲ ਗਿਆ। ਇਹ ਹੈ ਸਾਰਾ ਫਰਾਡ। ਬਹਰਹਾਲ ਅਖੀਰ ਅਸੀਂ ਵੀ ਇਸੇ ਗੱਲ ਤੇ ਆ ਜਾਂਦੇ ਹਾਂ। ਉਹ ਜਦੋਂ ਮਰੀਜ਼ ਘਰ ਪਿਆ ਹੁੰਦਾ ਨਾ ਤੇ ਫਿਰ ਕੋਈ ਪੁੱਛੋ, ਕਹਿੰਦਾ ਬਸ ਜੀ ਹੁਣ ਅੱਲਾ ਹੀ ਹੈ। ਹੁਣ ਜੇ ਅੱਲਾ ਤੇ ਮਰਿਆਂ 'ਚ ਵੀ ਜਾਨ ਪਾ ਦਿੰਦਾ ਤੇ ਅੱਲਾ ਚਾਹੇਗਾ ਤੇ ਠੀਕ ਹੋ ਜਾਏਗਾ, ਉੱਠ ਕੇ ਟੁਰ ਪਾਏਗਾ, ਨਹੀਂ ਤੇ ਬਸ ਫਿਰ ਹੁਣ ਗੱਲ ਤੇ ਮੁੱਕੀ ਖੜੀ ਹੈ। ਇਹੀ ਮੱਕੇ ਵਾਲੇ ਸੀਗੇ। ਇਹਨਾਂ ਚੀਜ਼ਾਂ ਨੂੰ ਜਦੋਂ ਤੁਸੀਂ ਨਹੀਂ ਸਮਝੋਗੇ ਤੇ ਤੁਹਾਨੂੰ ਆਪਣੇ ਸ਼ਿਰਕ ਦਾ ਪਤਾ ਹੀ ਨਹੀਂ ਲੱਗਣਾ। ਠੀਕ ਹੈ ਨਾ? ਤੁਸੀਂ ਬਸ ਮੁਸ਼ਰਕ ਉਹਨਾਂ ਨੂੰ ਕਹਿੰਦੇ ਰਹਿਣਾ, ਤੁਸੀਂ ਆਪ ਵੇਖਣਾ ਹੀ ਨਹੀਂ ਵੀ ਤੁਸੀਂ ਵੀ ਹੋ ਗਏ ਹੋ। ਬਹਰਹਾਲ फरमाया कुल ए नबी सल्लल्लाहु अलैहि वसल्लम इन्हां नूं कहो मैं यरज़ुकुकुम मिनस समाए वल अर्द, क्यों ना जेड़ा तुहानू रिस्क दिंदा आसमान तो जमीन तो। हुण रिश्वत लैण वाला भी कहंदा की कहेगा, ए अल्लाह दा दिता है खाने आ। जेड़ा सूदखोर आ वो भी कहंदा अल्लाह दा दिता खाने आ। चोर भी कहंदा, जेड़ा भैन धी नूं हिस्सा नहीं दिंदा ਉਹਨੂੰ ਵੀ ਤੁਸੀਂ ਪੁੱਛ ਕੇ ਦਿਓ, ਕਹਿੰਦਾ ਸ਼ੁਕਰ ਹੈ ਅੱਲਾ ਦਾ, ਅੱਲਾ ਨੇ ਬੜਾ ਦਿੱਤਾ ਹੋਇਆ। ਇਦਾਂ ਉਹ ਮੱਕੇ ਵਾਲੇ ਵੀ ਇਹੀ ਕਹਿੰਦੇ ਸੀਗੇ ਕਿ ਰਿਜ਼ਕ ਅੱਲਾ ਹੀ ਦਿੰਦਾ, ਭਾਵੇਂ ਆਸਮਾਨ ਤੋਂ ਦੇਵੇ ਤੇ ਭਾਵੇਂ ਜ਼ਮੀਨ ਚੋਂ ਦਿੰਦਾ। ਅਮਨ ਯਮਲਿਕੁ ਸਮਾ ਵਲ ਅਬਸਾਰਾ, ਤੇ ਇਹਨਾਂ ਨੂੰ ਅਗਰ ਪੁੱਛੋ ਕਿ ਕੌਣ ਆ ਇਖਤਿਆਰ ਰੱਖਦਾ ਤੁਹਾਡੇ ਸੁਣਨ ਤੇ, ਯਾਨੀ ਤੁਹਾਡੇ ਸੁਣਨ ਤੇ ਜਾਂ ਤੁਹਾਡੀਆਂ ਅੱਖਾਂ ਤੇ, ਮਤਲਬ ਇਹ ਹੈ ਕਿ ਤੁਹਾਨੂੰ ਅੱਖਾਂ ਤੇ ਤੁਹਾਨੂੰ ਕੰਨ ਇਹ ਕਿਹਦੇ ਦਿੱਤੇ ਹੋਏ ਆ? ਇਹਦਾ ਮਾਲਕ ਕੌਣ ਹੈ? ਵਮਨ ਯੁਖਰਿਜੁਲ ਹਯ ਮਿਨਲ ਮਯਿਤ, ਔਰ ਕੌਣ ਆ ਜਿਹੜਾ ਜ਼ਿੰਦਾ ਕਰ ਦਿੰਦਾ ਮੁਰਦੇ ਵਿੱਚੋਂ? ਮਤਲਬ ਇਹ ਹੈ ਕਿ ਮੁਰਦੇ ਵਿੱਚੋਂ ਜ਼ਿੰਦਾ ਨੂੰ ਕੱਢ ਲੈਂਦਾ। यानी मतलब यह भी जेड़ा मुर्दा शह चो जिंदगी पैदा कर देंदा, मुर्दा चीज चो, वो कौन? व युखरिजुल मय्यता मिनल हई, और जिंदा विचों कढ़ दिंदा मुर्दे नूं। व युदब्बिरुल अमर, और ये सारे मामलात की मनसूबाबंदी कौन करदा? कि एक मखलूक नूं बनाया, उन्होंने कंन दिते, अखां दित्तियां, दिमाग दिता, 2 लत्तां ते चलदा है। एक किड्डा वड्डा बनाया हाथी, 4 लत्तां ते चलदा है, और ओनू कुछ होर तरह का जिसम दिता है। फिर एक ये सारा निज़ाम अगे पिछे है। एक रिज़्क दा भी
ਉਹ ਉੱਤੇ ਗੱਲ ਆ ਗਈ। ਇਹ ਰਿਜ਼ਕ ਦੇਣ ਦਾ ਮਨਸੂਬਾਬੰਦੀ, ਤਦਬੀਰ, ਯੁਦੱਬਰ ਯਾਨੀ ਮੁਦੱਬਰ, ਤਦਬੀਰ ਕਰਨ ਵਾਲਾ, ਮਨਸੂਬਾਬੰਦੀ ਕਰਨ ਵਾਲਾ ਕੌਣ ਕਰਦਾ? ਫਸਯਕੂਲੂਨ ਅੱਲਾਹ। ਨੋਟ ਕਰੋ, ਉਹ ਇਹਨਾਂ ਸਾਰੀਆਂ ਗੱਲਾਂ ਦੇ ਬਾਰੇ ਵਿੱਚ ਕਹਿਣਗੇ ਅੱਲਾਹ। ਇਹ ਹੁਣ ਇਹ ਗੱਲ ਨਹੀਂ ਹੈਗੀ ਕਿ ਉਹ ਨਹੀਂ ਕਹਿਣਗੇ, ਕਿਉਂਕਿ ਉਹਨਾਂ ਦੇ ਸਾਹਮਣੇ ਤੇ ਕੁਰਾਨ ਪੜ੍ਹਿਆ ਜਾਂਦਾ ਅਰਬਾਂ ਦੇ, ਔਰ ਉਹਨਾਂ ਨੂੰ ਸਮਝ ਜਾਂਦੀ। ਉਹ ਕਹਿਣਾ ਜੀ ਨਹੀਂ ਨਹੀਂ, ਅਸੀਂ ਤਾਂ ਨਹੀਂ ਅੱਲਾ ਨੂੰ ਮੰਨਦੇ ਹੀ ਨਹੀਂ ਕਿ ਇਹ ਕਿਹੜੀ ਗੱਲ ਹੈ। ਅਸੀਂ ਤਾਂ ਨਹੀਂ ਕਹਿੰਦੇ ਕਿ ਅੱਲਾ ਰਿਜ਼ਕ ਦਿੰਦਾ, ਅਸੀਂ ਤਾਂ ਨਹੀਂ ਕਹਿੰਦੇ ਕਿ ਅੱਲਾ ਸਾਰਾ ਨਿਜ਼ਾਮ ਚਲਾ ਰਿਹਾ। ਫਕੁਲ, ਤੇ ਐ ਨਬੀ ਸੱਲੱਲਾਹੁ ਅਲੈहि ਵਸੱਲਮ ਇਹਨਾਂ ਨੂੰ ਕਹਿ ਦਿਓ, ਅਫਲਾ ਤੱਤਕੂਨ, ਤੇ ਫਿਰ ਤੁਸੀਂ ਉਸ ਅੱਲਾ ਦਾ ਕੋਈ ਡਰ ਨਹੀਂ ਰੱਖਦੇ, ਉਹਦਾ ਤੁਹਾਨੂੰ ਕੋਈ ਫਿਕਰ ਪਰੇਸ਼ਾਨੀ ਨਹੀਂ ਵੀ ਉਹਦੀ ਨਾਫਰਮਾਨੀ ਤੋਂ ਬਚੀਏ, ਉਹਦੇ ਦੱਸੇ ਰਸਤੇ ਤੇ ਚੱਲੀਏ। ਫਜ਼ਾਲਿਕੁਮੁल्लाहु रब्बुकुमुल हक। ਔਰ ਇਹ ਗੱਲ ਉਸੇ ਤਰ੍ਹਾਂ ਹੀ ਹੈ ਨਾ ਕਿ ਉਹ ਜਦੋਂ ਕੋਈ ਰਿਸ਼ਵਤਖੋਰ ਕਹਿੰਦਾ ਅੱਲਾ ਦਾ ਦਿੱਤਾ ਬੜਾ ਕੁਛ ਆ, ਉਹਨੂੰ ਕਹਾ ਅੱਲਾ ਦਾ ਦਿੱਤਾ ਸਾਰਾ ਕੁਛ ਆ ਤੇ ਤੈਨੂੰ ਅੱਲਾ ਦਾ ਡਰ ਕੋਈ ਨਹੀਂ ਹੈਗਾ ਕਿ ਅੱਲਾ ਤੇ ਰਿਸ਼ਵਤ ਤੋਂ ਮਨਾ ਕਰਦਾ ਤੇ ਤੂੰ ਤਾਂ ਰਿਸ਼ਵਤ ਲੈਣਾ। ਅੱਲਾ ਸੂਦ ਤੋਂ ਮਨਾ ਕਰਦਾ, ਅੱਲਾ ਕਿਸੇ ਦਾ ਹੱਕ ਖਾਣ ਤੋਂ ਮਨਾ ਕਰਦਾ, ਤੂੰ ਧੀ ਭੈਣ ਦਾ ਹੱਕ ਰੱਖੀ ਬੈਠਾ। ਫਜ਼ਾਲਿਕੁਮੁल्लाहु रब्बुकुमुल हक। ਤੇ ਇਹ ਹੈ ਅੱਲਾ ਜਿਹੜਾ ਤੁਹਾਨੂੰ ਪਾਲਣ ਵਾਲਾ ਸੱਚਾ ਹੈ। ਇਹ ਹੈ ਸੱਚਾ ਅੱਲਾ ਜਿਹੜਾ ਤੁਹਾਡਾ ਰੱਬ ਹੈ। ਦੇਖੋ ਇੱਥੇ ਮਤਲਬ ਇਹ ਹੈ ਕਿ ਤਿੰਨ ਚੀਜ਼ਾਂ ਤੇ ਨੋਟ ਕਰੋ, ਅੱਲਾ, ਫਿਰ ਰੱਬ, ਫਿਰ ਅਲ ਹਕ ਹੈ। ਇਹ ਹੈ ਸੱਚਾ ਅੱਲਾ ਰੱਬੁਕੁਮ, ਜਿਹੜਾ ਤੁਹਾਨੂੰ ਪਾਲ ਰਿਹਾ ਵਾ। ਇਹ ਤੁਹਾਨੂੰ ਪਾਲ ਰਿਹਾ, ਜਿਨ੍ਹਾਂ ਨੂੰ ਇਹ ਤੁਹਾਡੀ ਮਤਲਬ ਤੁਹਾਡਾ ਮਾਲਕ ਹੈ, ਤੁਹਾਨੂੰ ਤੁਹਾਡਾ ਦੁੱਖ ਸੁੱਖ ਇਹਦੇ ਵੱਲੋਂ ਆਉਂਦਾ, ਇਹ ਬਾਕੀ ਝੂਠੇ ਆ। ਫਮਾਜ਼ਾ ਬਾਦਲ ਹੱਕ ਇਲਾ ਜ਼ਲਾਲ, ਤੋਂ ਫਰਮਾਇਆ ਕਿ ਹੱਕ ਤੋਂ ਬਾਅਦ ਕੀ ਰਹਿ ਜਾਂਦਾ? ਫਿਰ ਗੁੰਮਰਾਹੀ। ਹੱਕ ਨੂੰ ਛੱਡ ਦਿਓਗੇ ਤਾਂ ਕੀ ਰਹਿ ਜਾਏਗਾ? ਫਿਰ ਗੁੰਮਰਾਹੀ ਰਹਿ ਜਾਏਗੀ, ਤੇ ਤੁਸੀਂ ਫਿਰ ਗੁੰਮਰਾਹੀ ਤੁਰੇ ਫਿਰੋ। ਫਅੰਨਾ ਤੁਸਰਫੂਨ, ਤੇ ਤੁਸੀਂ ਜ਼ਰਾ ਇਹ ਦੇਖੋ ਕਿ ਤੁਸੀਂ ਕਿੱਧਰ ਤੁਰੇ ਫਿਰਦੇ ਹੋ, ਗੁੰਮਰਾਹੀ ਤੁਰੇ ਫਿਰਦੇ ਹੋ। ਕਜ਼ਾਲਿਕ ਹੱਕਤ ਕਲਿਮਾਤੁ ਰੱਬਿਕਾ ਅਲੱਲਜ਼ੀਨ ਫਸਕੂ। ਔਰ ਇਸੇ ਤਰੀਕੇ ਨਾਲ ਜਿਹੜਾ ਨਾ ਉਹ ਐ ਨਬੀ ਸੱਲੱਲਾਹੁ ਅਲੈहि ਵਸੱਲਮ, ਤੁਹਾਡੇ ਰੱਬ ਦੀ ਗੱਲ ਜਿਹੜੀ ਹੈ ਨਾ ਉਹ ਹਕੀਕਤ ਸਾਬਤ ਹੋ ਗਈ ਫਾਸਕਾਂ ਦੇ ਬਾਰੇ ਚ। ਯਾਨੀ ਤੁਹਾਡੀ ਇਹ ਗੱਲ ਸੱਚੀ ਸਾਬਤ ਹੋ ਗਈ ਫਾਸਕਾਂ ਦੇ ਬਾਰੇ ਚ। ਇਹ ਈਮਾਨ ਨਹੀਂ ਲਿਆਉਣਗੇ, ਇਹ ਰਿਸ਼ਵਤ ਲੈਣਗੇ। ਮੈਂ ਮਿਸਾਲ ਸਮਝਾ ਰਿਹਾ, ਰਿਸ਼ਵਤ ਲੈਣਗੇ, ਕਹਿਣਗੇ ਅੱਲਾ ਦਾ ਦਿੱਤਾ ਬਹੁਤ ਕੁਛ ਹੈ, ਤੇ ਜੇ ਇਹਨਾਂ ਨੂੰ ਕਹੋ ਕਿ ਅੱਲਾ ਦੀ ਗੱਲ ਮੰਨੋ, ਅੱਲਾ ਨੇ ਤੇ ਇਸ ਰਿਸ਼ਵਤ ਤੋਂ ਰੋਕਿਆ, ਇਹ ਨਹੀਂ ਮੰਨਣਗੇ। ਠੀਕ ਹੈ ਨਾ, ਇਹ ਨਹੀਂ ਮੰਨਣਗੇ। ਇਹ ਸੂਦੀ ਕਾਰੋਬਾਰ ਕਰਨਗੇ ਤੇ ਨਾਲ ਕਹਿਣਗੇ ਅੱਲਾ ਦਾ ਬੜਾ ਫਜ਼ਲ ਹੈ, ਅੱਲਾ ਦਾ ਦਿੱਤਾ ਬਹੁਤ ਕੁਛ ਹੈ। ਤੇ ਜੇ ਇਹਨਾਂ ਨੂੰ ਕਹੋ ਕਿ ਸੂਦ ਖੋਰਾਂ ਨੂੰ ਤੇ ਅੱਲਾ ਕਹਿੰਦਾ ਹਰਬ ਮਿਨ ਅੱਲਾਹ व रसूल, ਅੱਲਾ ਉਹਦੇ ਰਸੂਲ ਦੇ ਦੁਸ਼ਮਣ ਆ, ਉਹਨਾਂ ਜੰਗ ਕਰ ਦਿਆ। ਉਹ ਛੱਡੋ, ਅੱਲਾ ਦਾ ਦਿੱਤਾ ਕਹਿੰਦੇ ਹੋ ਤੇ ਅੱਲਾ ਨੂੰ ਤੇ ਮੰਨੋ। ਇਹ ਨਹੀਂ ਮੰਨਣਗੇ। ਇਹੀ ਗੱਲ ਅਨਹੁਮ ਲਾ ਯੂਮਿਨੂਨ। ਇਹ ਗੱਲ, ਇਹ ਫਾਸਕ ਜਿਹੜੇ ਆ, ਇਹ ਤੇਰੇ ਰੱਬ ਦੀ ਗੱਲ ਜਿਹੜੀ ਆ, ਇਹ ਇਹਨਾਂ ਦੇ ਉੱਤੇ ਹਕੀਕਤ ਬਣ ਕੇ ਜ਼ਾਹਿਰ ਹੋ ਗਈ ਹੈ ਕਿ ਇਹ ਈਮਾਨ ਨਹੀਂ ਲਿਆਉਣਗੇ। ਕੁਲ, ਐ ਨਬੀ ਸੱਲੱਲਾਹੁ ਅਲੈहि ਵਸੱਲਮ ਇਹਨਾਂ ਨੂੰ ਫਰਮਾ ਦਿਓ, ਇਹਨਾਂ ਨੂੰ ਕਹਿ ਦਿਓ, ਹਲ ਮਿਨ ਸ਼ੁਰਕਾਇਕੁਮ, ਇਹ ਜਿਹਨਾਂ ਨੂੰ ਤੁਸੀਂ ਸ਼ਰੀਕ ਕਰਦੇ ਹੋ, ਇਹਨਾਂ ਦੇ ਚੋਂ ਕੋਈ ਏਦਾਂ ਦਾ ਹੈਗਾ ਮੈਂ ਯਬਦਾਉਲ ਖਲਕਾ, ਜਿਹੜਾ ਜਿਹਨੇ ਇਬਤਦਾ ਕਰੇ ਤਖਲੀਕ ਦੀ, ਯਾਨੀ ਬਗੈਰ ਕਿਸੇ ਚੀਜ਼ ਤੋਂ ਪੈਦਾ ਕਰੇ ਕਿਸੇ ਚੀਜ਼ ਨੂੰ, ਸੁਮਾ ਯੁਈਦੋ, ਜਾਂ ਫਿਰ ਉਹ ਖਤਮ ਹੋ ਜਾਏ, ਜਿੱਦਾਂ ਇਨਸਾਨ ਖਤਮ ਹੋ ਜਾਏਗਾ, ਮਿਟ ਜਾਏਗਾ, ਫਿਰ ਨਵੇਂ ਸਿਰੇ ਤੋਂ ਪੈਦਾ ਕਰਨਾ ਨਾ, ਕੋਈ ਚੀਜ਼ ਨਹੀਂ ਮੌਜੂਦ ਹੈਗੀ, ਫਿਰ ਪੈਦਾ ਕਰਨਾ। ਸੁਮਾ ਯੁਈਦੋ, ਫਿਰ ਉਹਨੂੰ ਪੈਦਾ ਕਰ ਸਕਦਾ ਹੋਵੇ। ਤੋ ਜ਼ਾਹਰਾ ਉਹਨਾਂ ਨੇ ਕੀ ਜਵਾਬ ਦੇਣਾ? ਫਰਮਾਇਆ ਤੁਸੀਂ ਆਪ ਆਖੋ, ਕੁਲ ਅੱਲਾਹੁ ਯਬਦਾਉਲ ਖਲਕਾ। ਦੇਖੋ, ਜਿਹੜੇ ਜਿਸ ਬੰਦੇ को ਜਵਾਬ ਨਾ ਹੋਏਗਾ ਉਹਨੇ ਚੁੱਪ ਰਹਿਣਾ ਹੁੰਦਾ। ਫਰਮਾਇਆ ਆਪ ਇਹਨਾਂ ਨੂੰ ਕਹੋ ਕਿ ਦੇਖੋ ਅੱਲਾ ਵਾ ਜਿਹੜਾ ਤਖਲੀਕ ਦੀ
ਇਬਤਦਾ ਕਰਦਾ ਬਗੈਰ ਕਿਸੇ ਚੀਜ਼ ਤੋਂ, ਔਰ ਜਿਹੜਾ ਉਹ ਉਹਨੂੰ ਬਣਾਉਣ ਵਾਲਾ ਹੈ। ਸੁਮਾ ਯੁਈਦੋ, ਔਰ ਫਿਰ ਜਦੋਂ ਕੋਈ ਚੀਜ਼ ਨਾ ਰਹਿ ਜਾਏਗੀ ਫਿਰ ਉਹ ਬਣਾ ਦੇਗਾ, ਬਣਾ ਸਕਦਾ ਹੈ। ਔਰ ਬਣਾਉਣੇ ਵੀ ਹੈ ਇਨਸਾਨਾਂ ਨੂੰ, ਤਾਂ ਉਹਨੇ ਬਣਾਉਣਾ। ਫਅੰਨਾ ਤੁਫਕੂਨ, ਤੇ ਤੁਸੀਂ ਫਿਰ ਕਿੱਧਰ ਜਾਂਦੇ ਹੋ? ਫਿਰ ਤੁਸੀਂ ਕਿੱਧਰ, ਤੁਹਾਨੂੰ ਗੱਲ ਜਿੱਦਾਂ ਕਹਿੰਦੇ ਕਿਉਂ ਨਹੀਂ ਸਮਝ ਆਉਂਦੀ? ਕੁਲ ਹੈ ਨਬੀ ਸੱਲੱਲਾਹੁ ਅਲੈਹਿ ਵਸੱਲਮ, ਇਹਨਾਂ ਨੂੰ ਪੁੱਛੋ, ਹਲ ਮਿਨ ਸ਼ੁਰਕਾਇਕੁਮ, ਕਿਆ ਤੁਹਾਡੇ ਜਿਹੜੇ ਸ਼ਰੀਕ ਹੈ ਇਹਨਾਂ ਦੇ ਵਿੱਚੋਂ, ਮਤਲਬ ਆ ਕਿ ਇਹ ਤੁਹਾਡੇ ਸ਼ਰੀਕ ਜਿਹੜੇ ਆ, ਇਹਨਾਂ ਨੂੰ ਤੁਸੀਂ ਜ਼ਰਾ ਇਹਦੇ ਤੇ ਗੌਰ ਕੀਤਾ? ਮਨ ਯਹਦੀ ਇਲਲ ਹਕ, ਕਿ ਇਹਨਾਂ ਦੇ ਵਿੱਚੋਂ ਕੌਣ ਆ ਜਿਹੜਾ ਤੁਹਾਨੂੰ ਸਹੀ ਤੌਰ ਤੇ ਰਹਿਨੁਮਾਈ ਕਰ ਰਿਹਾ, ਕੋਈ ਰਹਿਨੁਮਾਈ ਵੀ ਦੇ ਰਿਹਾ? ਨਿਰੇ ਬੁੱਤ ਬਣਾਈ ਬੈਠੇ ਹੋ, ਇਹ ਤੁਹਾਡੀ ਕੋਈ ਰਹਿਨੁਮਾਈ ਕਰਦੇ ਹੈ? ਤੁਹਾਨੂੰ ਕੋਈ ਰਾਹ ਦੱਸਦੇ ਆ? ਕੁਲਿल्लाहु ਯਹਦੀ ਲਿਲ ਹਕ, ਤੇ ਇਹਨਾਂ ਨੂੰ ਕਹੋ ਇਹ ਰਹਿਨੁਮਾਈ ਨਹੀਂ ਕਰਦੇ, ਤੇ ਅੱਲਾਹ ਤਾਂ ਰਹਿਨੁਮਾਈ ਕਰਦਾ ਸਿੱਧੇ ਰਸਤੇ ਦੀ ਤਰਫ। ਅਫਮਨ ਯਹਦੀ ਇਲਲ ਹਕ, ਤੇ ਭਲਾ ਜਿਹੜਾ ਸਿੱਧੇ ਹੱਕ ਦੀ ਤਰਫ ਰਹਿਨੁਮਾਈ ਕਰਦਾ, ਯਾਨੀ ਸਿੱਧੀ ਰਾਹ ਦੀ ਤਰਫ ਜਿਹੜਾ ਉਹ ਲੈ ਕੇ ਚੱਲਦਾ ਜਾਂ ਲਿਜਾਂਦਾ, ਜਾਂ ਉਸ ਪਾਸੇ ਚੱਲਣ ਦੀ ਰਹਿਨੁਮਾਈ ਕਰਦਾ, ਅਹੱਕੋ ਅਨ ਯੁਤਬਾ, ਜ਼ਿਆਦਾ ਹੱਕ ਨਹੀਂ ਰੱਖਦਾ ਕਿ ਉਹਦੀ ਮੰਨੀ ਜਾਵੇ, ਉਹਦੀ ਇਤਬਾ ਕੀਤੀ ਜਾਵੇ। ਅਮਲ ਲਾ ਯਹਿਦੀ ਇਲਾ ਅਨ ਯੁਹਦਾ, ਜਾਂ ਤੁਹਾਡੇ ਖਿਆਲ ਦੇ ਚ ਉਹ ਜ਼ਿਆਦਾ ਹੱਕ ਰੱਖਦਾ ਜਿਹੜਾ ਜਿਹਨੂੰ ਆਪਣੀ ਰਾਹ ਦਾ ਵੀ ਨਾ ਪਤਾ ਹੋਵੇ, ਜਿਹਨੂੰ ਆਪਣੀ ਥਾਂ ਦਾ ਵੀ ਨਾ ਪਤਾ ਹੋਵੇ, ਜਿਹੜਾ ਧੁੱਪੋਂ ਛਾਵੇਂ ਨਾ ਹੋ ਸਕਦਾ ਹੋਵੇ। ਤੁਸੀਂ ਬੁੱਤ ਰੱਖੇ ਆ, ਉਹ ਆਪਣੀ ਮੱਖੀ ਨਹੀਂ ਉਡਾ ਸਕਦੇ ਆਪਣੇ, ਉਹ ਜਿੱਦਾਂ ਸੂਰਾ ਹੱਜ ਦੇ ਰੁਕੂ ਦੇ ਆਖਰੀ ਰੁਕੂ, ਸੂਰਾ ਹੱਜ ਦੇ ਆਖਰੀ ਰੁਕੂ ਦੇ ਚਾਹੁੰਦਾ ਨਾ ਕਿ ਇਹ ਮੱਖੀ ਨਹੀਂ ਉਡਾ ਸਕਦੇ, ਤੇ ਇਹ ਆਪ ਧੁੱਪੇ ਛਾਵੇਂ ਨਹੀਂ ਹੋ ਸਕਦੇ। ਤੇ ਇਹਨਾਂ ਨੂੰ ਧੁੱਪੇ ਛਾਵੇਂ ਵੀ ਤੁਸੀਂ ਕਰਨਾ, ਜੇ ਕਰਨਾ ਤਾਂ ਬਾਰਿਸ਼ ਪੈਂਦੀ ਹੈ ਤਾਂ ਤੁਸੀਂ ਇਹਨਾਂ ਦੇ ਉੱਤੇ ਕੋਈ ਦਿਓ, ਤੇ ਭਾਵੇਂ ਬਚਾ ਲਓ ਇਹਨਾਂ ਨੂੰ, ਤੇ ਇਹ ਗਿੱਲੇ ਹੋ ਜਾਣਗੇ। ਇਲਾ ਯੁਹਦਾ, ਯਾਨੀ ਕੋਈ ਦੂਸਰਾ ਰਹਿਨੁਮਾਈ ਕਰੇ, ਕੋਈ ਦੂਸਰਾ ਉਹਨਾਂ ਦਾ ਫਾਇਦਾ ਸੋਚੇ ਤਾਂ ਸੋਚੇ, ਉਹ ਤੇ ਆਪਣਾ ਨਹੀਂ ਸੋਚ ਸਕਦੇ। ਤੇ ਮਤਲਬ ਇਹ ਹੈ ਕਿ ਉਹਨੂੰ ਤੁਸੀਂ ਕਹਿੰਦੇ ਹੋ ਕਿ ਜੀ ਅਸੀਂ ਇਹਨੂੰ ਮੰਨਣਾ ਵਾ। ਫਮਾ ਲਕੁਮ, ਕੀ ਹੋ ਗਿਆ ਤੁਹਾਨੂੰ? ਕੈਫ ਤਹਕੁਮੂਨ, ਕਿੱਦਾਂ ਦੀਆਂ ਗੱਲਾਂ ਕਰਦੇ ਹੋ? ਵਮਾ ਯਤਬਿ ਅਕਸਰਹੁਮ ਇਲਾ ਜ਼ੰਨਾ, ਔਰ ਇਹਨਾਂ ਦੀ ਅਕਸਰੀਅਤ ਜਿਹੜੀ ਹੈ ਨਾ, ਇਹ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ, ਇਹ ਤੇ ਆਪਣੇ ਗੁਮਾਨ, ਅੰਦਾਜ਼ਾ, ਅਟਕਲ, ਉਹਦੇ ਪਿੱਛੇ ਚੱਲ ਰਹੀ ਹੈ ਕਿ ਇਹ ਬਾਕੀ ਅਸਲ ਦੇ ਵਿੱਚ ਉਹਨਾਂ ਬੁੱਤਾਂ ਨੇ ਕਿਹੜਾ ਕੋਈ ਹਦਾਇਤ ਦੇਣੀ ਹੈ? ਆਪਣੇ ਹੀ ਕੋਈ ਗੱਲਾਂ ਬਣਾਈਆਂ ਹੈ, ਔਰ ਉਸੇ ਦੇ ਉੱਤੇ ਚੱਲ ਰਿਹਾ ਹੈ। ਤੇ ਨਾ ਬੇਸ਼ੱਕ ਹੁਣ ਜਿਸ ਤਰੀਕੇ ਨਾਲ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਵਾ ਸ਼ੇਖ ਅਬਦੁਲ ਕਾਦਰ ਜਿਲਾਨੀ ਨਾਲ ਜੋੜੀਆਂ ਗਈਆਂ, ਔਰ ਜਾਂ ਕਿਸੇ ਹੋਰ ਪੀਰ ਫਕੀਰ ਨਾਲ ਜੋੜੀਆਂ ਗਈਆਂ, ਤੇ ਆਪ ਜੋੜੀਆਂ ਗਈਆਂ। ਉਹ ਮੈਂ ਨਹੀਂ ਮੰਨਦਾ ਕਿ ਅਗਰ ਕੋਈ ਅੱਲਾ ਦਾ ਬੰਦਾ ਹੋਏਗਾ, ਅੱਲਾ ਦਾ ਵਲੀ ਹੋਏਗਾ, ਤਾਂ ਉਹ ਇਹ ਗੱਲਾਂ ਕਹਿ ਕੇ ਗਿਆ। ਇਨ ਜ਼ੰਨਾ ਲਾ ਯੁਗਨੀ ਮਿਨਲ ਹੱਕ ਸ਼ੈਆ, ਔਰ ਬੇਸ਼ੱਕ ਜਿਹੜਾ ਜ਼ਨ ਹੁੰਦਾ ਨਾ, ਐਵੇਂ ਅਟਕਲ, ਇਹ ਕੋਈ ਕੰਮ ਨਹੀਂ ਆਉਂਦਾ ਹੱਕ ਦੇ ਮੁਕਾਬਲੇ ਚ, ਹੱਕ ਦੇ ਸਾਹਮਣੇ ਇਹਦੀ ਕੋਈ ਹੈਸੀਅਤ ਨਹੀਂ ਹੁੰਦੀ। ਇਨ ਅੱਲਾਹ ਅਲੀਮ ਬਿਮਾ ਯਫਲੂਨ, ਔਰ ਅੱਲਾ ਜਾਣਦਾ ਹੈ ਜੋ ਕੁਛ ਤੁਸੀਂ ਕਰਦੇ ਹੋ, ਜਾਂ ਜੋ ਕੁਛ ਉਹ ਕਰ ਰਿਹਾ ਆ, ਅੱਲਾ ਜਾਣਦਾ ਜੋ ਕੁਛ ਉਹ ਕਰ ਰਿਹਾ ਆ। ਵਮਾ ਕਾਨ ਹਾਜ਼ਲ ਕੁਰਾਨ, ਵਮਾ ਕਾਨ ਹਾਜ਼ਲ ਕੁਰਾਨ ਅਨ ਯੁਫਤਰਾ ਮਿਨ ਦੂਨ ਅੱਲਾਹ, ਔਰ ਇਹ ਕੁਰਾਨ ਕੋਈ ਏਡੀ ਮਾਮੂਲੀ ਚੀਜ਼ ਨਹੀਂ ਕਿ ਇਹਨੂੰ ਅੱਲਾ ਤੋਂ ਇਲਾਵਾ ਕੋਈ ਵੀ ਜਿਹੜਾ ਨਾ ਉਹ ਬਣਾ ਲਵੇ, ਇਹੋ ਜਿਹਾ ਕਲਾਮ ਬਣਾ ਲਵੇ। ਵਲਾਕਿਨ ਤਸਦੀਕ ਅੱਲਾਜ਼ੀ ਬੈਨਾ ਯਦਈ, ਔਰ ਇਹ ਤੇ ਉਹ ਆ ਜਿਹੜਾ ਤਸਦੀਕ ਕਰਦਾ ਉਹਦੀ ਵੀ, ਜਿਹੜਾ ਤੁਹਾਡੇ ਕੋਲ ਪਹਿਲੇ ਹੈ, ਯਾਨੀ ਤੌਰਾਤ, ਇੰਜੀਲ, ਹੋਰ ਜਿਹੜੀ ਵੀ ਕੋਈ ਕਿਤਾਬ ਹੈਗੀ ਆ, ਇਹ ਉਹਦੀ ਵੀ ਤਸਦੀਕ ਕਰਦਾ ਵਾ। व तफसील अल किताब, और ਇਹਦੇ ਵਿੱਚ ਜਿਹੜੀਆਂ ਗੱਲਾਂ ਵਾ
ਉਹ ਤਫਸੀਲ ਦੇ ਨਾਲ ਦੱਸੀਆਂ ਗਈਆਂ। ਲਾ ਰੈਬ ਫੀਹ ਮਿਨ ਰੱਬਿਲ ਆਲਮੀਨ, ਔਰ ਕੋਈ ਸ਼ੱਕ ਨਹੀਂ ਕਿ ਇਹ ਜਹਾਨਾਂ ਦੇ ਰੱਬ ਦੀ ਵੱਲੋਂ ਆ। ਅਮਨ ਯਕੂਲੂ ਨਫਤਰਾ, ਕਿਆ ਇਹ ਇਸ ਕੁਰਾਨ ਦੇ ਬਾਰੇ ਚ ਕਹਿੰਦੇ ਆ ਕਿ ਇਹਨੂੰ ਘੜ ਲਿਆ ਗਿਆ? ਉਹ ਕਹਿੰਦੇ ਸੀ ਨਾ ਕਿ ਬਾਜ਼ ਕਹਿੰਦੇ ਸੀ ਕਿ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਬਸ ਇਹ ਆਪੇ ਹੀ ਘੜ ਲਿਆ, ਮਾਜ਼ ਅੱਲਾ। ਮਤਲਬ ਇਹ ਹੈ ਕਿ ਕੋਈ ਫਰਿਸ਼ਤਾ ਨਹੀਂ ਲੈ ਕੇ ਆਇਆ, ਬਸ ਇਹਨਾਂ ਦੀ ਆਪਣੀ ਸੋਚ ਹੈ। ਕੁਲ ਫਾਤੂ ਬਸੂਰਤ ਮਿਨ ਮਿਸਲੇ, ਇਸੇ ਵਾਸਤੇ ਇਹ ਗੱਲ ਦੱਸੀ ਹੈ ਕਿ ਇਹ ਕੁਰਾਨ ਜਿਹੜਾ ਅੱਲਾ ਤੋਂ ਸਿਵਾ ਕੋਈ ਬਣਾ ਹੀ ਨਹੀਂ ਸਕਦਾ। ਠੀਕ ਹੈ ਨਾ? ਉਹ ਜਿਹੜਾ ਕਿਹਾ ਨਾ ਕਿ ਲਾ ਰੈਬ ਫੀਹ ਮਿਨ ਰੱਬਿਲ ਆਲਮੀਨ, ਬਲਕਿ ਉਸ ਤੋਂ ਪਿੱਛੇ ਇਹ ਗੱਲ ਕਹੀ ਹੈ ਨਾ ਕਿ ਵਮਾ ਕਾਨ ਹਾਜ਼ਲ ਕੁਰਾਨ ਅਨ युफ्तरा मिन दूनिल्लाह, ਇਸ ਕੁਰਾਨ ਨੂੰ ਅੱਲਾ ਤੋਂ ਇਲਾਵਾ ਕੋਈ ਬਣਾ ਹੀ ਨਹੀਂ ਸਕਦਾ। ਕੋਈ ਪੈਗੰਬਰ ਨਹੀਂ ਬਣਾ ਸਕਦਾ, ਕੋਈ ਫਰਿਸ਼ਤਾ ਨਹੀਂ ਬਣਾ ਸਕਦਾ। ਔਰ ਇਹ ਜਿਹੜਾ ਇਲਜ਼ਾਮ ਹੈ ਕਿ ਮੁਹੰਮਦ रसूलुल्लाह सल्लल्लाहु अलैहि वसल्लम ने बना लिया, गलत है। ਇੱਥੇ ਅੱਲਾ ਇਹ ਗੱਲ ਫਰਮਾ ਰਿਹਾ, ਅਮ ਯਕੂਲੂਨ ਅਫਤਰਾ, ਇਸ ਕੁਰਾਨ ਦੇ ਬਾਰੇ ਚ ਕਹਿੰਦੇ ਆ ਕਿ ਇਹ ਬਣਾ ਲਿਆ। ਕੁਲ, ਤੈ ਨਬੀ ਸੱਲੱਲਾਹੁ ਅਲੈहि ਵਸੱਲਮ ਇਹਨਾਂ ਨੂੰ ਕਹੋ ਫਾਤੂ ਬਸੂਰਤ ਮਿਨ ਮਿਸਲੇ, ਤੇ ਫਿਰ ਤੁਸੀਂ ਵੀ ਇਹਦੇ ਵਰਗੀ ਜਿਹੜੀ ਫਾਤੂ ਬਸੂਰਤ ਮਿਨ ਮਿਸਲੇ, ਇਹਦੇ ਵਰਗੀ ਇੱਕ ਸੂਰਤ ਬਣਾ ਕੇ ਲੈ ਕੇ ਆਓ। ਇਹ ਜਿਹੜੀ ਗੱਲ ਆ ਰਹੀ ਨਾ ਜੀ, ਇਹਦੇ ਜੈਸੀ ਇੱਕ ਸੂਰਤ ਬਣਾ ਕੇ ਲੈ ਆਓ। ਇਹਦੇ ਤੇ ਜ਼ਰਾ ਤਫਸੀਲ ਦੇ ਨਾਲ ਗੱਲ ਕਰਨ ਦੀ ਜ਼ਰੂਰਤ ਹੈ। ਜੇ ਕੋਈ ਮੌਕਾ ਆਇਆ ਤਾਂ ਮੈਂ ਗੱਲ ਕਰਾਂਗਾ, ਲੇਕਿਨ ਮੈਂ ਤੁਹਾਨੂੰ ਇਹ ਦੱਸ ਦੇਣਾ ਮੋਟਾ ਮੋਟਾ ਕਿ ਸਭ ਤੋਂ ਪਹਿਲੇ ਤੇ ਮੱਕੇ ਦੇ ਵਿੱਚ ਜਿਹੜੀ ਸੂਰਤ ਨਾਜ਼ਲ ਹੋਈ ਹੈ ਨਾ, ਬਨੀ ਇਸਰਾਈਲ, ਉਹਦੇ ਚ ਅੱਲਾਹ ਤਾਲਾ ਨੇ ਇਹ ਗੱਲ ਫਰਮਾਈ ਆ, ਕੁਲ ਲਾ निजतमातिल इंसो वल जिन्नो अला अन यातू बिमिस्ल हाज़ल कुरान ला यातूना बिमिस्लिही अबदा वलो कान बादहुम लिबादिन ज़हीरा, कि अगर ये सारे जिन इंसान जमा हो जान ना इहो जिहा कुरान बनाउण वास्ते जिदा दा ये मुहम्मद रसूलुल्लाह सल्लल्लाहु अलैहि वसल्लम पेश कर रहा है, ये बेशक एक दूसरे की मदद कर लैन, इहो जिहा कुरान नहीं बना सकते। अच्छा, हुण ज़ाहिर गल है कि मक्के दे लोग बड़े मुकर्रर और बड़े अपने आप नूं जिहड़ा ना वो कलाम पढ़े लिखे नहीं सीगे, लेकिन कलाम गलबात एक देखो ना, एक अनपढ़ बंदा स्कूल कॉलेज नहीं गया, लिखना पढ़ना नहीं जानता, मगर ओदी अकल समझ तो सारा कुछ काम कर दिया ना। ये स्कूल कॉलेज तो बने भी होनी है। ते मतलब नबी सल्लल्लाहु अलैहि वसल्लम भी उन्हां चों है ना, तो वो जदों एडा कलाम पेश कर रहा है तो तुसी सारे रल के जिन्हों इहो जिहा कलाम लाओ, कोई कलाम नहीं आया। अच्छा, हुण इह सूरत यूनस तो अगली सूरत सूरा हूद आ, फिर इहदे विच इह गल आ गई। अल्लाह ने कहा कि चलो जे तुसी जिहड़ा ना वो पूरा कुरान नहीं लिया सकते ना, तो ये वर्गियां 10 सूरत बना के लै आओ, 10 सूरत बना के लै आओ। हुण 10 सूरत भी कोई नहीं बना, किहने बनाउणियां सीगियां, ठीक है ना, इस पासे आए नहीं। फिर अल्लाह ताला ने फरमाया सूरा यूनस दे विच, ऐ जिहड़ी हुण असीं पढ़ रहे हैं कि चलो ठीक है 10 सूरत नहीं बनदियां तो एक सूरत बना के लै आओ। ये तीसरा मुकाम है चैलेंज का, और इहदा भी कोई जवाब नहीं आया। मक्के दे विच ये 3 चैलेंज मौजूद है। पूरा कुरान बनी इसराइल च क्या, 10 सूरत सूरा हूद च कईयां, एक सूरत फिर आखिर जिदा इत्थे सूरा यूनस च क्या, जिदा कहंदे ना चल यार इन्ना कर दे, इन्ना नहीं हुंदा तो इन्ना ही कर दे, इन्ना नहीं हुंदा तो इन्ना ही कर दे, हैं उन्होंने घटांदा गया अल्लाह। अच्छा, फिर मदीने आके सूरा बकरा नाजल हुई है, ठीक है ना, तो सूरा बकरा च भी फिर एक सूरत दा क्या गया, अगरचे वो सूरत बकरा जिहड़ी आ ना वो कुरान करीम च पहले आउंदी है, लेकिन वो मदीने आने तो बाद नाज़िल हुई। ए 3 चैलेंज मक्के दे आ, चौथा चैलेंज मदीने दा,
ਔਰ ਨਬੀ ਸੱਲੱਲਾਹੁ ਅਲੈहि ਵਸੱਲਮ ਦੀ ਹਯਾਤ ਦੇ ਵਿੱਚ ਕਿਸੇ ਨੇ ਇਹ ਚੈਲੰਜ ਜਿਹੜਾ ਹੈ ਇਹ ਕਬੂਲ ਹੀ ਨਹੀਂ ਕੀਤਾ। ਔਰ ਮੈਂ ਕਿਸੇ ਮੌਕੇ ਤੇ ਦੱਸਾਂਗਾ, ਇਹ ਹੈ ਅਸਲ ਦੇ ਵਿੱਚ ਨਬੀ ਸੱਲੱਲਾਹੁ ਅਲੈहि ਵਸੱਲਮ ਦਾ ਮੌਜਜ਼ਾ। ਇਹ ਅਸਲ ਮੌਜਜ਼ਾ ਵਾ ਮੁਹੰਮਦ ਰਸੂਲੁल्लाह सल्लल्लाहु अलैहि वसल्लम ਦਾ। ਦੇਖੋ ਮੌਜਜ਼ਾ ਕਿਹਨੂੰ ਕਹਿੰਦੇ ਆ? ਮੌਜਜ਼ਾ ਉਸ ਨੂੰ ਕਹਿੰਦੇ ਆ ਜਿਹਨੂੰ ਕੋਈ ਪੈਗੰਬਰ ਜਿਹੜਾ ਨਾ ਚੈਲੰਜ ਨਾਲ ਪੇਸ਼ ਕਰਦਾ। ਚੈਲੰਜ, ਜਿੱਦਾਂ ਮੂਸਾ अलैहिस्सलाम ਨੂੰ ਫਿਰੌਨ ਨੇ ਕਿਹਾ ਕਿ ਤੇਰੇ ਕੋਲ ਕੀ ਨਿਸ਼ਾਨੀ ਆ? ਉਹਨਾਂ ਨੇ ਕਿਹਾ ਮੇਰੇ ਕੋਲ ਇਹ ਨਿਸ਼ਾਨੀ ਹੈ, ਇਹ ਬਣਾਤਾ ਹੀ ਸੱਪ, ਇਹ ਯਦੇ ਬੈਜ਼ਾ, ਠੀਕ ਹੈ, ਇਹ ਨਿਸ਼ਾਨੀ। ਈਸਾ अलैहिस्सलाम ਨੇ ਕੀ ਆਖਿਆ? ਮੈਂ ਮੁਰਦੇ ਨੂੰ ਜ਼ਿੰਦਾ ਕਰ ਦੇਣਾ, ਮੈਂ ਅੰਨੇ ਨੂੰ ਠੀਕ ਕਰ ਦੇਣਾ, ਮੈਂ ਕੋੜੀ ਨੂੰ ਠੀਕ ਕਰ ਦੇਣਾ। ਇਹ ਹੈ। ਮੁਹੰਮਦ रसूलुल्लाह सल्लल्लाहु अलैहि वसल्लम ने चैलेंज करके सिर्फ एक चीज पेश की है। समझ गया ना? ये गल नोट कर लो। देखो नबी सल्लल्लाहु अलैहि वसल्लम की जिंदगी दे विच बहुत सारियां खरके आदत चीज़ां सी। मसलन नबी सल्लल्लाहु अलैहि वसल्लम जेड़े आ उन्हां नूं पत्थर सलाम करदे सी। नबी सल्लल्लाहु अलैहि वसल्लम जेड़ा ना मस्जिद नबी च खुतबा दिंदे सीगे ते जेड़े खजूर दा है सीगा एक, समझ लो कि उन्होंने तना कहंदे आ, ओदा मतलब तना जेड़ा पिलर जिहा बनया दे तौर ते खड़ा कीता सी ते ओदे नाल आप टेक ला के खुतबा दिंदे सी। ते जदों बाद च मैंबर बनया ते ओदे च रोण दी आवाज़ आ गई। ये वाक़यात आउंदा है कि नबी सल्लल्लाहु अलैहि वसल्लम ने किसे बकरी का दुध चोण लगे जिहदे च दुध नहीं सीगा ते दुध ही दुध हो गया। किसी मौके दे उत्ते खाना थोड़न लगा तो नबी सल्लल्लाहु अलैहि वसल्लम ने जिसकी बरकत दे नाल वो खाना सारी मजलिस नूं पूरा हो गया है। इसे तरीके नाल वो चंद दा जिक्र आंदा वा, ठीक है ना, शक्ल कमर दा। इसे तरीके दे नाल समझ लो कि मिराज दा वाक़या वा, ठीक है ना, ये भी मौजज़ा ही है ना। मौजज़ा इदा नहीं हैगा, असल ये सारे मौजज़े आ, लेकिन मौजज़ा कहंदे आ उस काम नूं जेड़ा ऐलान करके लोकां दे सामने पेश किया जाता ना, और लोकां नूं और लोग वो ना कर सकन, ठीक है ना। मसलन नबी सल्लल्लाहु अलैहि वसल्लम ने कि अल्लाह ने कुरान च ऐलान कर दिता। हुण कुरान करीम च किसी जगह दे उत्ते अल्लाह ने ऐलान नहीं किया या नबी सल्लल्लाहु अलैहि वसल्लम ने नहीं किया कि बई बंदे सद लो ते मैं जेड़ा ना एक बकरी जिहदे थले दुध नहीं हैगा उहदे थलों तुहानूं इन्ना दुध कढ के दिखाना। नबी सल्लल्लाहु अलैहि वसल्लम ने इदा नहीं कहा कि सारे बंदे इकट्ठे हो जाओ, हुण आ फिर देखो ए तना जिहड़ा इहदे च रोण दी आवाज़ आंदी है कि नहीं आंदी। नबी सल्लल्लाहु अलैहि वसल्लम ने यह नहीं कहा कि मैं महराज ते चलना, बई आ तुसीं वेख लो सारे जने जिहड़े आ ना, ये मेरा मौजज़ा। और नबी सल्लल्लाहु अलैहि वसल्लम ने तो आके दस्या, ठीक है ना। ये जेड़े मौजज़े तो है, लेकिन ये रसालत दी तस्दीक या तुसी समझ लो कि एक रसूल जिसनूं चैलेंज दे नाल पेश करदा वो मौजज़ा नहीं, वो मौजज़ा कुरान। जेदे वास्ते चैलेंज जरा नोट करो, सूरा बनी इसराइल दा, कुल ला निजतमातिल इंसो वल जिन्नो अला अन यातू बिमिस्लि हाज़ल कुरान ला यातूना बिमिस्लिही अबदा। सारे इकट्ठे होके लाओ, नहीं लिया सकते। फिर सूरा हूद 10 सूरत बना लो, सारे रल जाओ। फिर एक सूरत बना लो सूरा यूनस च, ला लो जोर, ए अंदाज। फिर ये सूरा बकरा दे विच एक सूरत बना लो, वादू शुहदाकुम मिन दूनिल्लाह। हाँ, और फिर ये भी आंदा कि मक्के दे विच सूरा कौसर 3 आयतां वाली सूरत जिहड़ी लगा भी दी गई, भी चलो ये वर्गी बनाओ। और किसी ने इस चैलेंज नूं कबूल नहीं किया। ये है नबी सल्लल्लाहु अलैहि वसल्लम दी रसालत दा
ਜਿਹੜਾ ਨਾ ਜਿਹੜਾ ਮੋਜਜ਼ਾ ਵਾ ਉਹ ਅਸਲ ਇਹ ਹੈ ਜਿਹਨੂੰ ਅੱਜ ਅਸੀਂ ਨਹੀਂ ਸਮਝਦੇ। ਇਸ ਮੋਜਜ਼ੇ ਦੀ ਤਾਂ ਗੱਲ ਹੀ ਨਹੀਂ ਹੁੰਦੀ, ਠੀਕ ਹੈ ਨਾ। ਇਹ ਮੋਜਜ਼ਾ ਉਸ ਮਤਲਬ ਹੈ ਕਿ ਮੋਜਜ਼ੇ ਦੀ ਤਰ੍ਹਾਂ ਸਮਝ ਲਓ ਜਿਹੜਾ मूसा अलैहिस्सलाम ने फिरौन ਦੇ ਦਰਬਾਰ ਜਾ ਕੇ ਪੇਸ਼ ਕੀਤਾ, ਜਿਹੜਾ ईसा अलैहिस्सलाम ने आके अपनी रसालत के तौर पर लोगों को सद के लोगों को ऐलान करके कहा कि मैं आ करदा वां, ठीक है ना। ये मौजज़ा मुहम्मद और रसूलुल्लाह सल्लल्लाहु अलैहि वसल्लम का, और ये एक जिंदा मौजज़ा वा। ये भी गल समझ लो, ये जिंदा मौजज़ा वा। मसलन मूसा अलैहिस्सलाम की लाठी सिर्फ सप उदों बनती सी जदों मूसा अलैहिस्सलाम उहनूं कहंदे सी, ते मूसा अलैहिस्सलाम की जिंदगी तो बाद वो लाठी कदी किसी ने सप नहीं बनी देखी। समझ आ गई गल। तो ईसा अलैहिस्सलाम के मौजज़े भी उन्होंने नाल खत्म हो गए, फिर कहने बंदा जिंदा करना सी। लेकिन ये कुरान जिहड़ा ये वो मौजज़ा वा कि ये जिंदा मौजज़ा इनू इस तो कहा जाता है कि ये मुहम्मद और रसूलुल्लाह सल्लल्लाहु अलैहि वसल्लम दे चले जान तो बाद भी एदी ओहो ही तासीर है। जिस तरह कुफर शिरक नू मिटा दिता सी, इस मौजज़े ने मुहम्मद और रसूलुल्लाह सल्लल्लाहु अलैहि वसल्लम की जिंदगी च अगर अज मुसलमान वाकयातन उस तरह इस कुरान नू पकड़ लैन ते अज उस वेले तो मुहम्मद और रसूलुल्लाह सल्लल्लाहु अलैहि वसल्लम ऐसी ना, अज पकड़न ते तासीर ओहो ही है, नतीजा ओहो ही निकलेगा। लेकिन पकड़ना वा उस तरह जिदा उन्होंने पकड़िया। ये है जी मौजज़ा, सानू ये पता ही नहीं। मुहम्मद और रसूलुल्लाह सल्लल्लाहु अलैहि वसल्लम का मौजज़ा बतौर रसूल चैलेंज जिस चीज़ का वो ये है। और वैसे तो कई तरह चैलेंज है कुरान दे विच, इस कुरान का ही चैलेंज है। लेकिन यह मैं तुहानू दस्सिया 4 जगह वा, ये मक्के दियां 3 जगह और एक जगह जिहड़ी है मदीने आने तो बाद। वादू मन इस्तताअतुम मिन दूनिल्लाह, और सद लो अल्लाह तो अलावा जिन्होंने जेड़े भी ये काम कर सकते हैं अल्लाह तो अलावा, इन कुंतुम सादिकीन, अगर तुसी सच्चे हो। बल कज़्ज़बू बिमा लम युहीतु बिही इल्म, बल कज़्ज़बू बिमा लम युहीतु बिइल्मिह, ते अल्लाह ताला फरमांदा कि बल्कि ये गल नहीं हैगी, इन्हां ने उस चीज़ नूं झूठ कह दिता जिहड़ी इन्हां दे इलम दे विच या इन्हां दे इलम दे वाल विच नहीं आई। जिद्दां हुंदा ना कि एक गल मैनू समझ नहीं आई तो मैं कह दिता कि यह झूठ है, गलत है, यह नहीं है। यानी मेरा अपना इलम छोटा सी ना, तो वह गल अल्लाह ताला कहंदा कि इन्हां दा इलम जिहड़ा है वह अहाता ही नहीं कर सकिया इस इलम दा, इस कुरान दा, इस इनू समझ ही नहीं सकिया गा। वलम्मा यातिहिम तावीलो, और हजे तक यदी हकीकत इन्हां ते खुली नहीं कि एक किड्डी वड्डी चीज़ है। कज़ालिका कज़्ज़ब अल्लज़ीन मिन क़ब्लिहिम, और इसे तरह पहले भी बड़े जम्मे हैं जेड़े अल्लाह दे कलाम नू झूठ कहंदे रहे इन्हां तो पहले। फंजुर कैफ़ कान आक़िबतु ज़ालिमीन, फिर देखो ऐसे ज़ालिमां दा की बनिया। मतलब है भी इन्हां दा भी फिर नहीं करनगे तो बनेगा वही। वमिनहुम मन युमिनु बिही, और इन्हां दे विचों वो भी है जेड़े ईमान लै आउणगे। वमिनहुम मन ला युमिनु बिही, लेकिन इन्हां विचों वो भी है जिन्हां ने ईमान नहीं लियाना। नबी सल्लल्लाहु अलैहि वसल्लम दस्सिया जा रहा है भी ठीक है तुसीं दावत दा काम तो करो पर इन्हां विचों लै आउणगे ईमान, लेकिन वो भी है जेड़े फिर आके को ओहद बदर दे विच मरनगे ते कोई फिर जेड़ा ना वो सफाई दे विच निकलणगे। सूरह तौबा चो गल आ चुकी ना। व रब्बुका आलम बिल मुफसिदीन, और तेरे रब नूं पता है फसाद करन वालियां दा कि किहड़े इदां दे आ। व इन कज़्ज़बूका, और है नबी सल्लल्लाहु अलैहि वसल्लम अगर ये तुहानू झूठा कहंदे आ, तुहानू कहंदे आ कि नहीं ये सच नहीं कह रहे, अल्लाह दा कलाम नहीं है, फकुल, ते इन्हां नूं कहो ली अमली वलकुम अमलुकुम, मेरे वास्ते मेरे अमल है, तुहाडे वास्ते तुहाडे अमल।
ਅੰਤੁਮ ਬਰੀਊਨ ਮਿਮਾ ਆਮਲ, ਔਰ ਮੈਂ ਬਰੀ ਹਾਂ ਤੁਹਾਡੇ ਅਮਲਾਂ ਤੋਂ। ਇਹ ਨੋਟ ਕਰ ਲਓ, ਜਿੰਨਾ ਚਿਰ ਹਕੂਮਤ ਕਾਇਮ ਨਹੀਂ ਹੋਈ ਮੱਕੇ ਦੇ ਵਿੱਚ, ਨਬੀ ਸੱਲੱਲਾਹੁ ਅਲੈहि ਵਸੱਲਮ ਤਾਕਤ ਨਹੀਂ ਹੈਗੀ ਤੇ ਸਬਰ ਕਰ ਰਿਹਾ। ਆਪ ਦੀਆਂ ਅੱਖਾਂ ਦੇ ਸਾਹਮਣੇ ਬਲਾਲ ਨਾਲ ਜ਼ੁਲਮ ਹੋ ਰਿਹਾ ਔਰ ਯਾਸਰ ਰਜ਼ੀ ਅੱਲਾਹ ਤਾਲਾ ਨੂੰ ਸ਼ਹੀਦ ਕੀਤਾ ਜਾ ਰਿਹਾ, ਸਮੀਆ ਰਜ਼ੀ ਅੱਲਾਹ ਤਾਲਾ ਅਨਹਾ ਨੂੰ ਸ਼ਹੀਦ ਕੀਤਾ ਜਾ ਰਿਹਾ। ਔਰ ਜਿਸ ਵੇਲੇ ਫਿਰ ਮੱਕਾ ਫਤਹ ਹੋ ਗਿਆ, ਹੁਣ ਇਹ ਕਹਿਣ ਦੀ ਲੋੜ ਨਹੀਂ ਹੈਗੀ ਕਿ ਤੁਹਾਡੇ ਅਮਲ ਤੁਹਾਡੇ ਨਾਲ ਆ। ਹੁਣ ਤੁਸੀਂ ਇੱਥੇ ਬੁੱਤ ਰੱਖ ਕੇ ਦੇਖੋ। ਨਬੀ ਸੱਲੱਲਾਹੁ ਅਲੈहि ਵਸੱਲਮ ਨੇ ਫਰਮਾਇਆ, ਜਿਹੜਾ ਕੋਈ ਤੁਹਾਡੇ ਚ ਬੁਰਾਈ ਨੂੰ ਦੇਖੇ ਤੇ ਉਹਨੂੰ ਤਾਕਤ ਨਾ ਰੋਕੇ। ਪਹਿਲੀ ਗੱਲ, ਮਨ ਰਾ ਮਿਨਕੁਮ ਮੁਨਕਰਨ ਫਲਯੁਗਯਿਰਹੁ ਬਿਯਦਿਹ ਫਇਨ ਲਮ ਯਸਤਤਿ ਫਬਿਲਿਸਾਨਿਹ ਫਇਨ ਲਮ ਯਸਤਤਿ ਫਬਿਕਲਬਿਹ। ਉਹ ਦਿਲੋਂ ਬੁਰਾ ਸਮਝਣਾ ਤੇ ਆਖਰੀ ਗੱਲ ਹੈ। ਔਰ ਉਹ ਵੀ ਕਹਿ ਦਿੱਤਾ ਗਿਆ ਕਿ ਈਮਾਨ ਦਾ ਕਮਜ਼ੋਰ ਤਰੀਨ ਦਰਜਾ ਹੈ, ਇਹ ਕਮਜ਼ੋਰ ਤਰੀਨ ਈਮਾਨ ਵਾਲਾ ਮੁਸਲਮਾਨ ਆ। ਵਾਨਾ ਬਰੀਉ ਮਿਮਾ ਤਾਮਲੂਨ, ਔਰ ਮੈਂ ਬਰੀ ਹਾਂ ਜਿਹੜੇ ਤੁਹਾਡੇ ਅਮਲ ਹੈ ਇਹਨਾਂ ਤੋਂ, ਯਾਨੀ ਤੁਹਾਡੇ ਅਮਲਾਂ ਦਾ ਤੁਹਾਡੇ ਨਾਲ ਹੀ ਹੈ। ਵਾ ਮਿਨਹੁਮ ਮਨ ਯਸਤਮਿਊਨਾ ਇਲੈਕ, ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਇਹਨਾਂ ਦੇ ਚ ਉਹ ਵੀ ਹੈ ਜਿਹੜਾ ਤੁਹਾਡੇ ਵੱਲ, ਜਿਹੜਾ ਨਾ ਉਹ ਤੁਹਾਡੀ ਗੱਲ ਤਵੱਜੋ ਨਾਲ ਸੁਣਦਾ। ਇੱਥੇ ਗੱਲ ਆ ਰਹੀ ਯਸਤਮਿਊਨਾ ਇਲੈਕ, ਤੁਹਾਡੇ ਗੱਲ ਤਵੱਜੋ ਨਾਲ ਸੁਣਦਾ। ਆਫਾ ਅੰਤਾ ਤੁਸਮਿਉ ਸੁਮਾ, ਕਿਆ ਤੁਸੀਂ ਐਸੇ ਬਹਿਰੇ ਨੂੰ ਸੁਣਾਓਗੇ? ਹੁਣ ਅੰਦਾਜ਼ਾ ਕਰੋ, ਅੱਲਾਹ ਕਹਿੰਦਾ ਕਿ ਇੱਕ ਬੰਦਾ ਤੁਹਾਡੀ ਗੱਲ ਧਿਆਨ ਨਾਲ ਸੁਣਦਾ ਤੇ ਫਿਰ ਅੱਲਾਹ ਕਹਿੰਦਾ ਇਹ ਬਹਿਰਾ ਵਾ। ਕਿਉਂ ਕਹਿੰਦਾ? ਮੈਂ ਹੁਣ ਸਮਝਾ ਦਿੰਦਾ। ਵਲਉ ਕਾਨੂੰ ਲਾ ਯਾਕਿਲੂਨ, ਔਰ ਅਗਰਚੇ ਉਹ ਅਕਲ ਨਾਲ ਕੰਮ ਵੀ ਨਾ ਲੈਂਦਾ ਹੋਵੇ। ਅਸਲ ਦੇ ਵਿੱਚ ਬਾਜ਼ ਜਿਹੜੇ ਕੁਰੈਸ਼ ਦੇ ਸਰਦਾਰ ਆ ਨਾ, ਉਹ ਨਬੀ ਸੱਲੱਲਾਹੁ ਅਲੈहि ਵਸੱਲਮ ਦੇ ਕੋਲ ਇਸ ਵਾਸਤੇ ਆਉਂਦੇ ਸੀ ਕਿ ਜਾ ਕੇ ਅਸੀਂ ਉੱਥੇ ਬੈਠਾਂਗੇ, ਉਹਨਾਂ ਦੀ ਗੱਲ ਸੁਣਾਂਗੇ, ਬਾਅਦ ਦੇ ਵਿੱਚ ਅਸੀਂ ਆ ਕੇ ਆਪਣੇ ਦੂਸਰੇ ਲੋਕਾਂ ਨੂੰ ਕਹਾਂਗੇ ਕਿ ਅਸੀਂ ਉਹਨਾਂ ਦੀ ਮਜਲਿਸ ਦੇ ਵਿੱਚ ਬੈਠੇ ਹਾਂ, ਅਸੀਂ ਗੱਲ ਸੁਣ ਕੇ ਆਏ ਹਾਂ ਔਰ ਉਹਨਾਂ ਦੀ ਗੱਲ ਦੇ ਵਿੱਚ ਕੋਈ ਵਜ਼ਨ ਨਹੀਂ ਹੈਗਾ, ਜਾਂ ਉਹਨਾਂ ਦੀ ਗੱਲ ਜਿਹੜੀ ਹੈ ਨਾ ਉਹ ਠੀਕ ਨਹੀਂ, ਅਸੀਂ ਆਪਣੇ ਦੀਨ ਦੇ ਉੱਤੇ ਠੀਕ ਆ। ਕਿਉਂਕਿ ਵਜ੍ਹਾ ਇਹ ਹੈ ਨਾ ਕਿ ਜੇ ਅਗਰ ਤੁਸੀਂ ਕਿਸੇ ਬੰਦੇ ਕੋਲ ਬੈਠੇ ਹੀ ਨਹੀਂ, ਗਏ ਨਹੀਂ, ਔਰ ਤੁਸੀਂ ਆ ਕੇ ਇਹ ਗੱਲ ਕਹਿੰਦੇ ਹੋ, ਤਾਂ ਕੋਈ ਬੰਦਾ ਉੱਠ ਕੇ ਤੁਹਾਨੂੰ ਕਹੇਗਾ ਯਾਰ ਤੂੰ ਉਹਦੀ ਗੱਲ ਸੁਣੀ ਹੈ, ਤੁਹਾਡੀ ਉਹਦੇ ਨਾਲ ਮੁਲਾਕਾਤ ਹੋਈ ਹੈ? ਜਿਹੜਾ ਮੁਤਾਸਰ ਹੋਇਆ ਉਹਨੇ ਤੇ ਕਹਿਣਾ ਨਾ। ਤੇ ਇਹ ਫਿਰ ਅੱਗੋਂ ਕਹਿ ਸਕਦਾ ਹਾਂ ਹਾਂ ਮੈਂ ਸੁਣੀ ਹੈ, ਮੈਂ ਬੜਾ ਬੈਠਾ ਉਹਦੇ ਨਾਲ, ਮੇਰੀ ਮਜਲਿਸਾਂ ਉਹਦੇ ਨਾਲ ਹੁੰਦੀਆਂ। ਇਹ ਫਰਮਾਇਆ ਇਹ ਤੁਹਾਡੀ ਗੱਲ ਨਾ ਸਮਝਣ ਵਾਸਤੇ ਆ ਰਿਹਾ ਹੈ, ਨਾ ਸੁਣਨ ਵਾਸਤੇ ਆ ਰਿਹਾ ਹੈ, ਇਹ ਸਿਰਫ ਐਸ ਕੰਮ ਲਈ ਆ ਰਿਹਾ, ਲਿਹਾਜ਼ਾ ਇਹ ਬਹਿ ਰਹੀ ਆ। ਵਮਿਨਹੁਮ ਮਨ ਯਨਜ਼ੁਰੂ ਇਲੈਕ, ਔਰ ਇਹਨਾਂ ਦੇ ਚੋਂ ਉਹ ਆ ਜਿਹੜਾ ਤੁਹਾਡੇ ਵੱਲ ਬੜੇ ਗੌਰ ਨਾਲ ਦੇਖਦਾ, ਮਤਲਬ ਮਜਲਿਸ 'ਚ ਬੈਠ ਕੇ ਇੱਕ ਬੰਦੇ ਨੂੰ ਬੜਾ ਤਵੱਜੋ ਨਾਲ, ਦਿਲ ਲਗੀ ਨਾਲ ਬਜ਼ਾਹਿਰ। ਲੇਕਿਨ ਅੱਗੋਂ ਕੀ ਫਰਮਾਇਆ, ਆਫਾ ਅੰਤਾ ਤਹਦਿਲ ਉਮਯਾ, ਤੇ ਕਿਆ ਨਬੀ ਸੱਲੱਲਾਹੁ ਅਲੈहि ਵਸੱਲਮ ਤੁਸੀਂ ਅੰਨੇ ਨੂੰ ਰਾਹ ਦਿਖਾ ਸਕਦੇ ਆ? ਮਤਲਬ ਇਹ ਜਿਹੜਾ ਗੌਰ ਨਾਲ ਦੇਖਦਾ ਇਹਨੂੰ ਕਿਹਾ ਅੰਨਾ, ਕਿਉਂ ਕਿਹਾ? ਇਸ ਵਾਸਤੇ ਕਿ ਉਹ ਇੱਕ ਮਜਲਿਸ ਨੂੰ ਮੁਤਾਸਰ ਕਰਨ ਵਾਸਤੇ ਕਿ ਜੀ ਇਹ ਬਹੁਤ ਬੜਾ ਧਿਆਨ ਰੱਖਿਆ, ਮੈਂ ਤਾਂ ਅੱਖ ਹੀ ਨਹੀਂ ਝਪਕੀ, ਪੂਰੀ ਨਜ਼ਰ ਜਿਹੜੀ ਹੈ ਉਹਨਾਂ ਦੇ ਉੱਤੇ ਰੱਖੀ ਹੈ ਵੀ ਉਹਨਾਂ ਦੀ ਗੱਲ ਮੈਨੂੰ ਸਵਾਰ ਕੇ ਸਮਝ ਆਵੇ। ਤੇ ਅਸਲ ਗੱਲ ਹੋਈ ਹੈ ਜਿਹੜੀ ਪਿੱਛੇ ਆਈ ਹੈ ਵੀ ਜਾ ਕੇ ਤੇ ਕੋਈ ਨਾ ਕੋਈ ਨੁਕਤਾਚੀਨੀ ਕੱਢਾਂਗੇ, ਕੋਈ ਲੋਕਾਂ ਨੂੰ ਖਰਾਬ ਕਰਾਂਗੇ ਦੂਸਰਿਆਂ ਨੂੰ। ਵਲਉ ਕਾਨੂੰ ਲਾ ਯੁਬਸਿरून, ਜਦੋਂ ਕਿ ਇਹ ਮਤਲਬ ਇਹ ਦੇਖਦੇ ਹੀ ਨਹੀਂ, ਦੇਖਦੇ ਨਹੀਂ, ਮਤਲਬ ਇਹ ਹੈ ਕਿ ਉਹ ਇਸ ਮਕਸਦ ਵਾਸਤੇ ਦੇਖ ਹੀ ਨਹੀਂ ਰਹੇ ਤੁਹਾਡੇ ਵੱਲ। ਇਨ ਅੱਲਾਹ ਲਾ ਯਜ਼ਲਿਮੁ ਨਾਸ ਸ਼ੈਆ, ਔਰ ਅੱਲਾਹ ਤਾਲਾ ਤੇ ਲੋਕਾਂ ਦੇ ਉੱਤੇ ਕੋਈ ਜ਼ੁਲਮ ਨਹੀਂ ਕਰਦਾ। ਵਲਾਕਿਨ ਨਾਸ ਅਨਫੁਸਹੁਮ ਯਜ਼ਲਿਮੂਨ, ਇਹ ਲੋਕੀ ਆਪ ਹੀ ਹੈ ਜਿਹੜੇ ਆਪਣੇ ਇਦਾਂ ਦੇ ਕੰਮ ਕਰਕੇ ਆਪਣੇ ਉੱਤੇ ਜ਼ੁਲਮ ਕਰਦੇ ਆ। ਵ ਯੌਮ ਯਹਸ਼ੁਰਹੁਮ, ਜਿਸ ਦਿਨ ਅੱਲਾਹ ਉਹਨਾਂ ਸਭ ਨੂੰ ਜਮ੍ਹਾਂ ਕਰੇਗਾ, ਕਅਨ ਲਮ ਯਲਬਸੂ ਇਲਾ ਸਾਅਤਮ ਮਿਨ ਨਹਾਰ, ਤੇ ਇਹਨਾਂ ਨੂੰ ਇਦਾਂ ਲੱਗੇਗਾ ਕਿ ਉਹ ਬਸ ਦੁਨੀਆ ਦੇ ਵਿੱਚ ਇਹ ਦਿਨ ਦੀ ਕੋਈ ਇੱਕ ਘੜੀ ਰਹੇ ਆ, ਇਹ ਵੀ ਨਹੀਂ ਲੱਗੇਗਾ ਕਿ ਪੂਰਾ ਦਿਨ ਰਿਹਾ, ਦਿਨ ਦੀ ਘੜੀ ਰਹੇਗਾ। ਔਰ ਇਹ ਮਸਲਾ ਪਤਾ ਸਮਝ ਲਓ, ਉੱਥੇ ਦਿਨ ਹੈ 50,000 ਸਾਲ ਦਾ, ਉਹਦੇ ਹਿਸਾਬ ਨਾਲ ਨਾਪਣਗੇ ਨਾ, ਉਸ ਹਿਸਾਬ ਨਾਲ ਨਾਪਣਗੇ।
ਇੱਥੇ ਤੇ ਦਿਨ ਹੈਗਾ 24 ਘੰਟੇ ਦਾ, ਤੇ ਉੱਥੇ ਦਿਨ ਹੈ 50,000 ਸਾਲ ਦਾ ਕਿਆਮਤ ਦਾ। ਉਹ ਉਸ ਦਿਨ ਨਾਲ ਹਿਸਾਬ ਲਾ ਕੇ ਦੇਖਣਗੇ ਵੀ ਇਹ ਤਾਂ ਘੜੀ ਵੀ ਨਹੀਂ ਬਣਦੀ। ਯਤਾਰਫੂਨ ਬੈਨਹੁਮ, ਔਰ ਇਹ ਇੱਕ ਦੂਸਰੇ ਨੂੰ ਪਹਿਚਾਣ ਵੀ ਰਹੇ ਹੋਣਗੇ। ਕਦ ਖਸਰ ਅੱਲਜ਼ੀਨ ਕਜ਼ਬੂ ਬਿਲਿਕਾ ਅੱਲਾਹ, ਔਰ ਘਾਟੇ 'ਚ ਰਹੇ ਉਹ ਲੋਕ ਜਿਨ੍ਹਾਂ ਨੇ ਅੱਲਾ ਦੀ ਮੁਲਾਕਾਤ ਨੂੰ ਨਹੀਂ ਮੰਨਿਆ, ਯਾਨੀ ਮਰਨਾ ਵਾ ਤੇ ਅੱਲਾ ਕੋਲ ਜਾਣਾ, ਲਿਹਾਜ਼ਾ ਆਪਣੇ ਆਪ ਨੂੰ ਸੰਭਾਲ ਲਈਏ। ਜਿਨ੍ਹਾਂ ਨੇ ਇਹਦੀ ਪਰਵਾਹ ਨਹੀਂ ਕੀਤੀ, ਉਹਨਾਂ ਨੇ ਆਖਰਤ ਨੂੰ ਮਤਲਬ ਇਹ ਕਿ ਫਿਰ ਯਕੀਨੀ ਨਹੀਂ ਸਮਝਿਆ। ਤੇ ਫਰਮਾਇਆ ਕਿ ਬਹੁਤ ਘਾਟੇ 'ਚ ਰਹਿਣਗੇ। ਵਮਾ ਕਾਨੂ ਮੁਹਤਦੀਨ, ਤੇ ਫਿਰ ਇਹ ਹਦਾਇਤ ਵੀ ਨਹੀਂ ਪਾਉਣਗੇ। ਰਾਜੇ ਨੂੰ ਫਿਕਰ ਹੀ ਨਹੀਂ ਕਿ ਹਿਸਾਬ ਦੇਣ ਦੀ, ਤੇ ਉਹਨੂੰ ਪੜ੍ਹਾਈ ਕਰਨ ਦੀ ਕਿਹੜੀ ਲੋੜ ਆ, ਜਦੋਂ ਇਮਤਿਹਾਨ ਹੀ ਨਹੀਂ ਤੇ ਪੜ੍ਹਾਈ ਕਾਹਦੀ। व इम्मा नुरियन्नका बादल्लज़ी नाइदुहुम, तो ऐ नबी सल्लल्लाहु अलैहि वसल्लम, अगर असी तुहानू दिखा दईए बाज ਉਹ ਚੀਜ਼ਾਂ ਜਿਹੜੇ ਅਸੀਂ ਤੁਹਾਡੇ ਨਾਲ ਵਾਅਦੇ ਕਰ ਰਹੇ ਹਾਂ, ਉਹਦੇ ਵਿੱਚੋਂ ਕੋਈ ਚੀਜ਼ ਅਸੀਂ ਤੁਹਾਨੂੰ ਦਿਖਾ ਦਈਏ, ਔਰ ਉਹ ਅੱਗੇ ਆ ਕੇ ਆ ਰਿਹਾ। ਔ ਨਾ ਤਾਂ ਵਫਾਯਨਕ, ਜਾਂ ਅਸੀਂ ਨਾ ਦਿਖਾਈਏ ਤੇ ਤੁਹਾਨੂੰ ਦੇ ਦਈਏ ਵਫਾਤ। ਅੱਲਾ ਕਹਿ ਰਿਹਾ ਨਬੀ, ਅਸੀਂ ਜਿਹੜੀਆਂ ਯਕੀਨ ਦਹਾਨੀਆਂ ਕਰਵਾ ਰਹੇ ਹਾਂ, ਉਹ ਯਕੀਨ ਦਹਾਨੀਆਂ ਕੀ ਸੀ? ਇਹਨਾਂ ਤੇ ਅਜ਼ਾਬ ਮੱਕੇ ਵਾਲਿਆਂ ਤੇ ਆ ਜਾਏਗਾ, ਅੱਲਾ ਇਹਨਾਂ ਦੀ ਪਕੜ ਕਰੇਗਾ। ਅੱਲਾ ਕਹਿੰਦਾ ਇੱਕ ਤੇ ਹੈ ਕਿ ਅਸੀਂ ਤੁਹਾਡੀਆਂ ਅੱਖਾਂ ਦੇਖ ਲੈਣ, ਔਰ ਫਿਰ ਦੇਖ ਵੀ ਲਿਆ, ਠੀਕ ਹੈ ਨਾ। ਜਦੋਂ ਇਸ ਮੁਲਕ ਦੇ ਹੁਕਮਰਾਨ ਬਣੇ ਤਾਂ ਦੇਖ ਨਹੀਂ ਲਿਆ ਕਿ ਅਰਬ ਦੇ ਵਿੱਚ ਤਾਂ ਨਾ ਬੁੱਤ ਦਾ ਵਜੂਦ ਹੈ, ਨਾ ਮੁਸ਼ਰਕ ਦਾ ਵਜੂਦ ਹੈ। ਫਰਮਾਇਆ ਕਿ ਅੱਲਾ ਅਗਰ ਤੁਹਾਨੂੰ ਇਹ ਦਿਖਾ ਦੇਵੇ ਔਰ ਜਾਂ ਨਾ ਦਿਖਾਵੇ ਔਰ ਤੁਹਾਨੂੰ ਦੁਨੀਆ ਚੋਂ ਲੈ ਜਾਵੇ, ਤੇ ਤੁਸੀਂ ਕਾਹਦੀ ਫਿਕਰ ਕਰਦੇ ਹੋ? ਫਾਇਲੈਨਾ ਮਰਜਿਹੁਮ, ਉਹ ਕਿਤੇ ਵੀ ਨਹੀਂ ਜਾਣ ਲੱਗੇ, ਉਹ ਮੁਸ਼ਰਕ। ਉਹਨਾਂ ਨੇ ਸਾਡੇ ਕੋਲ ਆ ਜਾਣਾ ਤੇ ਅਸੀਂ ਉੱਥੇ ਹਿਸਾਬ ਬਰਾਬਰ ਕਰ ਦੇਵਾਂਗੇ ਕਿਆਮਤ ਵਾਲੇ ਦਿਨ। ਯਾਨੀ ਉਹ ਤੁਸੀਂ ਇਹ ਸੋਚੋ ਹੀ ਨਾ ਵੀ ਅਸੀਂ ਨਹੀਂ ਵੇਖਦੇ, ਸਾਡੇ ਸਾਹਮਣੇ ਕੁਛ ਨਹੀਂ ਹੋਇਆ। ਸਾਡੇ ਸਾਹਮਣੇ ਜਿਹੜਾ ਨਾ ਉਹ ਗਜ਼ਾ ਦੇ ਉੱਤੇ ਇੰਨੇ ਲੋਕ ਜਿਹੜੇ ਆ ਉਹ ਸ਼ਹੀਦ ਹੋ ਗਏ। ਮੈਂ ਇੱਕ ਸਮਝਾਉਣ ਵਾਲੀ ਗੱਲ ਕਰਦਾ ਕਿ ਯਾਰ ਉਹਨਾਂ ਨੂੰ ਕੁਛ ਨਹੀਂ ਹੋਇਆ। ਉਹ ਕਿਧਰੇ ਵੀ ਨਹੀਂ ਗਏ ਜਿਨ੍ਹਾਂ ਨੇ ਜ਼ੁਲਮ ਕੀਤਾ। ਫਾਇਲੈਨਾ ਮਰਜਿਹੁਮ, ਸਾਡੇ ਕੋਲ ਆ ਜਾਣਾ। ਸੁਮ ਅੱਲਾਹੁ ਸ਼ਹੀਦੁਨ ਅਲਾ ਮਾ ਯਫਅਲੂਨ, ਤੇ ਫਿਰ ਅੱਲਾ ਨੂੰ ਉਹਨਾਂ ਦੇ ਅਮਲਾਂ ਦਾ ਪਤਾ ਹੀ ਹੈ, ਅੱਲਾ ਉਹਨਾਂ ਦੇ ਅਮਲਾਂ ਦਾ ਸ਼ਾਹਿਦ ਹੀ ਹੈ। ਤੇ ਬਸ ਤੁਹਾਨੂੰ ਕਾਹਦੀ ਫਿਕਰ ਹੈ ਕਿ ਬਈ ਅੱਲਾ ਇਹਨਾਂ ਨੂੰ ਕੁਛ ਨਹੀਂ ਕਹਿੰਦਾ, ਅੱਲਾ ਇਹਨਾਂ ਨੂੰ ਕਿਉਂ ਨਹੀਂ ਪੁੱਛਦਾ, ਅੱਲਾ ਇਹਨਾਂ ਨੂੰ ਸਜ਼ਾ ਕਿਉਂ ਨਹੀਂ ਦਿੰਦਾ ਜਿਹੜੇ ਕੁਰਾਨ ਦੀ ਬੇਹੁਰਮਤੀ ਕਰਦੇ ਆ ਜਾਂ ਈਮਾਨ ਵਾਲਿਆਂ ਨੂੰ ਤੰਗ ਕਰਦੇ ਆ। ਵਾਲੇ ਕੁੱਲੇ ਉਮਤਿਨ ਅਜਲ, ਹੁਣ ਅਗਲੀ ਗੱਲ ਦੱਸੀ, ਹਰ ਉਮਤ ਵਾਸਤੇ ਇੱਕ ਟਾਈਮ ਹੈ ਮੁਕਰਰ। ਯਾਨੀ ਤੁਸੀਂ ਇਹ ਫਿਕਰ ਨਾ ਕਰੋ, ਜਦੋਂ ਕਿਸੇ ਦਾ ਟਾਈਮ ਆਏਗਾ ਉਦੋਂ ਅਸੀਂ ਉਹਦਾ ਹਿਸਾਬ ਕਰ ਲੈਣਾ, ਔਰ ਉਹ ਟਾਈਮ ਅਸੀਂ ਆਪਦੇ ਕੋਲ ਅੱਲਾ ਕਹਿੰਦਾ ਰੱਖਿਆ। ਵਾਲੇ ਕੁੱਲੇ ਉਮਤਿਨ ਅਜਲ, ਹਰ ਉਮਤ ਜਿਹੜੀ ਹੈ ਨਾ ਉਹਦਾ ਇੱਕ ਟਾਈਮ ਹੈ। ਫੈਜ਼ਾ ਜਾ ਰਸੂਲਹੁਮ, ਔਰ ਜਿਸ ਵਕਤ ਉਹਨਾਂ ਦੇ ਕੋਲ ਰਸੂਲ ਆ ਗਿਆ, ਕੋਜ਼ੀਆ ਬੈਨਹੁਮ ਬਿਲਕਸਤ, ਤੇ ਇੱਕ ਗੱਲ ਪੱਕੀ ਹੈ ਕਿ ਰਸੂਲ ਦੇ ਆਉਣ ਤੋਂ ਬਾਅਦ ਫੈਸਲਾ ਕਰ ਦਿੱਤਾ ਗਿਆ। ਇਹ ਨੋਟ ਕਰ ਲਓ, ਇੱਕ ਹੈ ਨਬੀ, ਇੱਕ ਹੈ ਰਸੂਲ। ਇੱਥੇ ਰਸੂਲ ਦੀ ਗੱਲ ਹੋ ਰਹੀ ਹੈ, ਔਰ ਮੁਹੰਮਦ ਰਸੂਲੁल्लाह सल्लल्लाहु अलैहि वसल्लम रसूल ਸੀ। ਨੂਹ अलैहिस्सलाम रसूल, लूत अलैहिस्सलाम रसूल, शुएब अलैहिस्सलाम रसूल, मूसा अलैहिस्सलाम रसूल। ਰਸੂਲ ਦੇ ਨਾਲ ਇਹ ਗੱਲ ਲਾਜ਼ਮੀ ਹੈ ਕਿ ਜੇ ਰਸੂਲ ਨੂੰ ਨਹੀਂ ਮੰਨਣਗੇ ਤੇ ਕੌਮ ਜਿਹੜੀ ਹੈ ਨਾ ਮੰਨਣ ਵਾਲੇ ਮਿਟਾ ਦਿੱਤੇ ਜਾਣਗੇ। ਸਿਰਫ ਇੱਕ ਰਸੂਲ ਜਿਹੜਾ ਨਾ ਉਹਦੇ ਨਾ ਮੰਨਣ ਵਾਲੇ ਨਹੀਂ ਮਿਟਾਏ ਗਏ, ਔਰ ਉਹ ਹੈ ਈਸਾ अलैहिस्सलाम। ਔਰ ਈਸਾ अलैहिस्सलाम ਨੇ ਦੁਬਾਰਾ ਆਉਣਾ ਹੀ ਉਹਨਾਂ ਨੂੰ ਮਿਟਾਉਣ ਵਾਸਤੇ ਆ। ਸਮਝ ਆ ਗਈ ਨਾ ਗੱਲ, ਕਿ ਈਸਾ अलैहिस्सलाम ਨੇ ਅਸਲ ਉਹਨਾਂ ਦਾ ਕੰਮ ਰਹਿੰਦਾ ਵਾ, ਉਹ ਆਪ ਹੀ ਮਿਟਾ ਕੇ ਜਾਣਗੇ ਇਨਸ਼ਾ ਅੱਲਾ, ਜਿਵੇਂ ਮੁਹੰਮਦ ਰਸੂਲੁल्लाह सल्लल्लाहु अलैहि वसल्लम ਨੇ ਮਿਟਾਏ।
तो फरमाया जदों रसूल आ गया तो फिर फैसला हो गया, ਤੁਹਾਨੂੰ ਅਸੀਂ ਰਸੂਲ ਬਣਾ ਕੇ ਭੇਜਾ ਤੇ ਡਰੋ ਨਹੀਂ, ਤੁਹਾਡੇ ਮਤਲਬ ਤੁਹਾਡੇ ਹੁੰਦੇ ਹੀ ਫੈਸਲੇ ਹੋ ਜਾਣਗੇ, ਤੁਸੀਂ ਵੇਖ ਲਓਗੇ ਫੈਸਲਾ। ਵਹਮ ਲਾ ਯੁਜ਼ਲਮੂਨ, ਔਰ ਉਹਨਾਂ ਦੇ ਉੱਤੇ ਕੋਈ ਜ਼ੁਲਮ ਨਹੀਂ ਕੀਤਾ ਗਿਆ ਲੋਕਾਂ ਦੇ। ਇਹ ਅਗਰ ਉਹਨਾਂ ਨੇ ਰਸੂਲ ਦਾ ਇਨਕਾਰ ਕੀਤਾ ਤੇ ਉਹਨਾਂ ਨੂੰ ਸਜ਼ਾ ਮਿਲੀ। ਵਯਕੂਲੂਨ ਮਤਾ ਹਾਜ਼ਲ ਵਾਦ ਇਨ ਕੁੰਤੁਮ ਸਾਦਿਕੀਨ, ਔਰ ਇਹ ਕਹਿੰਦੇ ਆ ਕਿ ਅਗਰ ਤੁਸੀਂ ਸੱਚੇ ਹੋ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਤੇ ਤੁਹਾਡਾ ਵਾਅਦਾ ਕਦੋਂ ਆਉਣਾ? ਤੁਸੀਂ ਕਹਿੰਦੇ ਜੀ ਰਸੂਲ ਨੂੰ ਨਾ ਮੰਨਣ ਵਾਲਿਆਂ ਤੇ ਅਜ਼ਾਬ ਆ ਜਾਂਦਾ ਤੇ ਉਹ ਕਦੋਂ ਆਉਣਾ? ਕੁਲ ਐ ਨਬੀ ਸੱਲੱਲਾਹੁ ਅਲੈहि ਵਸੱਲਮ ਕਹਿ ਦਿਓ, ਲਾ ਅਮਲਿਕੁ ਲਿਨਫਸੀ ਜ਼ਰਰਨ ਵਲਾ ਨਫਾ, ਮੈਂ ਤੇ ਆਪਣੇ ਵੀ ਨਫੇ ਨੁਕਸਾਨ ਦਾ ਮਾਲਕ ਨਹੀਂ, ਉਹ ਅਜ਼ਾਬ ਮੈਂ ਤਾਂ ਲਿਆਣਾ ਨਹੀਂ, ਉਹ ਫੈਸਲਾ ਕਰਨਾ ਅੱਲਾ ਨੇ, ਤੇ ਅੱਲਾ ਨੇ ਮੈਨੂੰ ਟਾਈਮ ਨਹੀਂ ਦੱਸਿਆ, ਉਹ ਜਦੋਂ ਮਰਜ਼ੀ ਕਰੇ। ਲੇਕਿਨ ਇਹ ਅੱਲਾ ਨੇ ਦੱਸਿਆ ਵਾ ਕਿ ਫੈਸਲਾ ਮੈਂ ਕਰਨਾ ਔਰ ਤੁਹਾਡੀ ਜ਼ਿੰਦਗੀ 'ਚ ਹੀ ਕਰਨਾ, ਯਾਨੀ ਫੈਸਲਾ ਤੁਹਾਡੀ ਜ਼ਿੰਦਗੀ 'ਚ ਹੀ ਹੋ ਜਾਣਾ ਵਾ। ਤੇ ਬਾਕੀ ਹੁਣ ਉਹ ਕਦੋਂ ਹੋਣਾ, ਮੈਂ ਤੇ ਆਪਣੇ ਵੀ ਨਫੇ ਨੁਕਸਾਨ ਦਾ ਇਖਤਿਆਰ ਨਹੀਂ, ਤੇ ਮੈਂ ਤੁਹਾਡਾ ਕੀ ਵਿਗਾੜਨਾ, ਜਿੱਦਾਂ ਕਹਿੰਦੇ ਇਲਾ ਮਾਸ਼ਾ ਅੱਲਾ, ਹਾਂ ਬਸ ਜਿੰਨਾ ਅੱਲਾ ਚਾਹਵੇ, ਮੈਨੂੰ ਜਿੰਨੀ ਕੁਵਤ ਦੇ ਦੇ, ਜਿੰਨੀ ਤਾਕਤ ਦੇ ਦੇ, ਉਹਨਾਂ ਮੈਂ ਤੁਹਾਡੇ ਨਾਲ ਪੂਰਾ ਆ ਜਾਵਾਂਗਾ। ਲਿਕੁਲ ਉਮਤਿਨ ਅਜਲ, ਹਰ ਉਮਤ ਵਾਸਤੇ ਇੱਕ ਟਾਈਮ ਹੈ। ਇਜ਼ਾ ਜਾ ਅਜਲਹੁਮ, ਉੱਤੇ ਵੀ ਇਹ ਗੱਲ ਆਈ, ਜਦੋਂ ਉਹਦਾ ਟਾਈਮ ਆ ਜਾਂਦਾ ਫਲਾ ਯਸਤਾਖਿरून ਸਾਅਤਨ ਵਲਾ ਯਸਤਕਦਿਮੂਨ, ਤੇ ਫਿਰ ਨਾ ਜਿਹੜਾ ਨਾ ਉਹ ਘੜੀ ਪਲ ਦੀ ਤਾਖੀਰ ਕੀਤੀ ਜਾਂਦੀ ਹੈ, ਜਾਂ ਘੜੀ ਪਲ ਉਹਨਾਂ ਨੂੰ ਹੋਰ ਛੱਡ ਦਿਓ, ਨਹੀਂ। ਔਰ ਨਾ ਜਿਹੜਾ ਘੜੀ ਪਲ ਪਹਿਲੇ ਹੀ ਅੱਲਾਹ ਤਾਲਾ ਦਾ ਫੈਸਲਾ ਨਾਫਜ਼ ਹੁੰਦਾ ਐਗਜ਼ੈਕਟ ਟਾਈਮ ਦੇ ਉੱਤੇ। ਕੁਲ ਅਰਾਇਤੁਮ, ਇਹਨਾਂ ਨੂੰ ਕਹੋ ਜ਼ਰਾ ਦੇਖੋ, ਇਨ ਆਤਾਕੁਮ ਅਜ਼ਾਬੁਹੂ ਬਯਾਤਨ ਔ ਨਹਾਰਾ, ਕਿ ਅਗਰ ਤੁਹਾਡੇ ਤੇ ਮੇਰਾ ਅਜ਼ਾਬ ਆ ਜਾਏ ਰਾਤ ਨੂੰ ਜਾਂ ਦਿਨ ਨੂੰ, ਕਿਸੇ ਵੇਲੇ ਵੀ ਆ ਜਾਏ, ਮਾਜ਼ਾ ਯਸਤਾਜਿਲੁ ਮਿਨਹੁਲ ਮੁਜਰਿਮੂਨ, ਤੇ ਤੁਸੀਂ ਜ਼ਰਾ ਇਹ ਸੋਚੋ ਕਿ ਜਿਹੜੇ ਮੁਜਰਮ ਆ ਉਹਨਾਂ ਦੇ ਕੋਲ ਕੀ ਤੋੜ ਹੈ। ਮਤਲਬ ਇਹ ਆ ਵੀ ਤੁਸੀਂ ਕਹਿੰਦੇ ਹੋ ਅਜ਼ਾਬ ਲੈ ਆ, ਤੇ ਅਜ਼ਾਬ ਪਹਿਲੀਆਂ ਕੌਮਾਂ ਤੇ ਆਇਆ ਵੀ ਆ, ਉਹਨੂੰ ਤੁਸੀਂ ਮੰਨਦੇ ਵੀ ਹੋ, ਤੇ ਤੁਸੀਂ ਕੋਈ ਤੋੜ ਕੀਤਾ? ਕਿਹੜਾ ਤੋੜ ਆ ਤੁਹਾਡੇ ਕੋਲ? ਸੁੰਮ ਕੀਲ ਲਿਲਜ਼ੀਨ ਜ਼ਲਮੂ, ਔਰ ਫਿਰ ਜ਼ਾਲਮਾਂ ਨੂੰ ਕਹਿ ਦਿੱਤਾ ਜਾਏਗਾ, ਮਤਲਬ ਜਿਸ ਵੇਲੇ ਅਜ਼ਾਬ ਆਏਗਾ ਤਾਂ ਜ਼ਾਲਮਾਂ ਨੂੰ ਕਹਿ ਦਿੱਤਾ ਜਾਏਗਾ, ਹੁਣ ਚੱਖੋ, ਤੁਸੀਂ ਕਹਿੰਦੇ ਸੀ ਨਾ ਕਿ ਅਜ਼ਾਬ ਕਦੋਂ ਆਉਣਾ, ਆ ਗਿਆ, ਜ਼ੂਕੂ ਅਜ਼ਾਬ ਅਲ ਖੁਲਦ, ਔਰ ਹਮੇਸ਼ਾ ਦਾ ਅਜ਼ਾਬ। ਇਹ ਹਮੇਸ਼ਾ ਦਾ ਅਜ਼ਾਬ ਤੇ ਫਿਰ ਆਖਰਤ ਦਾ, ਉਹਦੀ ਗੱਲ ਹੋ ਰਹੀ ਹੈ, ਯਾਨੀ ਫਿਰ ਉਹ ਵੇਲਾ ਵੀ ਆਏਗਾ, ਯਾਨੀ ਦੁਨੀਆ ਦਾ ਅਜ਼ਾਬ ਆਏਗਾ, ਲੇਕਿਨ ਫਿਰ ਇੱਕ ਉਹ ਅਜ਼ਾਬ ਵੀ ਆਏਗਾ ਜਿਹੜਾ ਫਿਰ ਹਮੇਸ਼ਾ ਦਾ ਹੋਏਗਾ। ਹਲ ਤੁਜਜ਼ਊਨ ਇਲਾ ਮਾ ਕੁੰਤੁਮ ਤਕਸਿਬੂਨ, ਤੇ ਫਰਮਾਇਆ ਕਿ ਕਿਆ ਬਦਲਾ ਤੁਹਾਨੂੰ ਨਹੀਂ ਮਿਲੇਗਾ ਜੋ ਤੁਸੀਂ ਕਸਬ ਕੀਤੇ, ਯਾਨੀ ਕਿਆ ਤੁਸੀਂ ਇਹ ਸਮਝਦੇ ਹੋ ਕਿ ਤੁਹਾਨੂੰ ਬਦਲਾ, ਇਹ ਤੁਹਾਡੇ ਕੰਮਾਂ ਦਾ ਬਦਲਾ ਨਹੀਂ ਮਿਲਣਾ, ਏਦਾਂ ਸਮਝਦੇ ਹੋ ਤੁਸੀਂ? ਗਲਤ ਹੈ। ਵਯਸਤੰਬਿਊਨਕਾ ਅਹਕੁਨ ਹੂ, ਔਰ ਫਿਰ ਉਹ ਪੁੱਛਦੇ ਆ ਕਿ ਕਿਆ ਇਹ ਹੱਕ ਹੈ, ਇਹ ਵਾਕਈ ਸੱਚੀ ਗੱਲ ਹੈ? ਇਹ ਨਬੀ ਸੱਲੱਲਾਹੁ ਅਲੈहि ਵਸੱਲਮ ਨੂੰ ਨਾ ਬਸ ਐਵੇਂ ਜਿੱਦਾਂ ਕਹਿੰਦਾ, ਐ ਮੁਹੰਮਦ ਸੱਲੱਲਾਹੁ ਅਲੈहि ਵਸੱਲਮ, ਤੁਸੀਂ ਇਹ ਜਿਹੜੀ ਅਜ਼ਾਬ ਵਾਲੀ ਗੱਲ ਕਰਦੇ ਹੋ, ਇਹ ਵਾਕਿਆ ਪੱਕੀ ਗੱਲ ਹੈ ਜਾਂ ਐਵੇਂ ਮਜ਼ਾਕ ਕਰਦੇ ਹੋ? ਹੈਂ, ਕੁਲ ਐ ਨਬੀ ਸੱਲੱਲਾਹੁ ਅਲੈहि ਵਸੱਲਮ ਇਹਨਾਂ ਨੂੰ ਕਹਿ ਦਿਓ, ਹਾਂ ਵ ਰੱਬੀ, ਮੇਰੇ ਰੱਬ ਦੀ ਕਸਮ, ਇਨਹੁ ਲਲ ਹਕ, ਇਹ ਬਿਲਕੁਲ ਹੱਕ ਹੈ, ਇਹ ਆਉਣਾ ਹੀ ਆਉਣਾ ਹੈ, ਤੁਸੀਂ ਇਹ ਤੁਹਾਡਾ ਵਜੂਦ ਇੱਥੋਂ ਮਿਟਣਾ ਹੀ ਮਿਟਣਾ। ਵਮਾ ਅੰਤੁਮ ਬਿਮੁਜਜ਼ੀਨ, ਤੁਸੀਂ ਇਹਨੂੰ ਰੋਕ ਨਹੀਂ ਸਕਣਾ, ਤੁਸੀਂ ਜ਼ੋਰ ਲਾ ਲਓ, ਮੇਰੀ ਮੁਖਾਲਫਤ ਕਰ ਲਓ, ਪਰ ਇਹਨੂੰ ਰੋਕ ਨਹੀਂ ਸਕੋਗੇ। ਵਲੋ ਅੰਨਾ ਲਿकुल्लि नफ्सिन ज़लमत मा फिल अर्द, और अगर हर शख्स ਜਿਹੜਾ ਵੀ ਇਸ ਜ਼ੁਲਮ ਦੇ ਵਿੱਚ ਮੁਬਤਲਾ, ਜ਼ੁਲਮ ਕੀ ਹੈ ਕਿ ਅੱਲਾਹ ਤਾਲਾ ਦੇ ਇਸ ਕੁਰਾਨ ਨੂੰ ਸੱਚ ਨਹੀਂ ਮੰਨ ਰਿਹਾ, ਰਸੂਲ ਨੂੰ ਸੱਚਾ ਰਸੂਲ ਨਹੀਂ ਮੰਨ ਰਿਹਾ, ਅਗਰ ਉਹਦੀ ਮਲਕੀਅਤ ਹੋ ਜਾਏ, ਵਲੋ ਅੰਨਾ ਲਿकुल्लि नफ्सिन ज़लमत मा फिल अर्द, ਅਗਰ ਜ਼ਮੀਨ ਦੇ ਉੱਤੇ ਜੋ ਕੁਝ ਵੀ ਹੈ ਇਹਦਾ ਉਹ ਮਾਲਕ ਬਣ ਜਾਏ, ਜਿਹਨੇ ਆਪਣੇ ਉੱਤੇ ਇਹ ਜ਼ੁਲਮ ਕਰ ਲਿਆ ਕੁਰਾਨ ਨੂੰ ਸੱਚਾ ਨਾ ਮੰਨ ਕੇ, ਲਫਤਦਤ,
ਤੇ ਜਿਸ ਦਿਨ ਅੱਲਾ ਦੀ ਪਕੜ ਚ ਆਏਗਾ ਇਹ ਸਭ ਕੁਝ ਬਤੌਰੇ ਜੁਰਮਾਨਾ ਦੇ ਕੇ ਛੁੱਟਣ ਦੀ ਖਾਹਿਸ਼ ਕਰੇਗਾ। ਲਫਤਦਤ ਬਹੀ, ਇਹ ਸਾਰਾ ਯਾਨੀ ਉਹ ਪਿੱਛੇ ਆਇਆ ਨਾ ਕਿ ਵਮਾ ਅੰਤੁਮ ਬਿਮੋਜਜ਼ੀਨ ਪਿਛਲੀ ਆਇਤ ਦੇ ਵਿੱਚ, ਹਾਂ ਮੇਰਾ ਰੱਬ ਜਿਹੜਾ ਕੁਲ ਈ ਵ ਰੱਬੀ ਇਨਹੁ ਲਹਕ, ਬਿਲਕੁਲ ਇਹ ਹੱਕ ਹੈ, ਇਹ ਟਾਈਮ ਤੁਹਾਡੇ ਤੇ ਆਉਣਾ। ਵਮਾ ਅੰਤੁਮ ਬਿਮੋਜਜ਼ੀਨ, ਤੁਸੀਂ ਉਹਨੂੰ ਰੋਕ ਨਹੀਂ ਸਕਦੇ। ਵਲੋ ਅੰਨਾ ਲਿकुल्ल नफ्सिन ज़लमत मा फिल अर्द, ਔਰ ਜਿਹੜਾ ਜ਼ੁਲਮ ਤੁਸੀਂ ਕਰ ਰਹੇ ਹੋ, ਅਗਰ ਹਰ ਬੰਦਾ ਇੰਨੀ ਮਲਕੀਅਤ ਉਹਦੇ ਕੋਲ ਹੋ ਜਾਏ, ਇੰਨੇ ਸਮਝ ਲਓ ਕਿ ਐਡਾ ਮਾਲਕ ਬਣ ਜਾਏ ਕਿ ਜ਼ਮੀਨ ਔਰ ਆਸਮਾਨ ਸਭ ਉਹਦੇ ਹੀ ਹੋਣ, ਤੇ ਜਿਸ ਵੇਲੇ ਉਦਣ ਪਕੜ ਆਈ ਤੇ ਸਭ ਜੁਰਮਾਨੇ ਦੇ ਤੌਰ ਦੇ ਉੱਤੇ ਭਰਨ ਵਾਸਤੇ ਤਿਆਰ ਹੋਏਗਾ। व असर नदामत लम्मा रावल अजाब, और जिस वेले अजाब देखेगा या ये देखणगे अजाब, ते उस वेले ये जेड़े अपनी परेशानी जिल्लत यानी ये ਇਹਨਾਂ ਨੂੰ ਯਾਦ ਆਏਗਾ ਨਾ ਕਿ ਇਹ ਮੁਹੰਮਦ ਔਰ ਰਸੂਲੁल्लाह ਸੱਲੱਲਾਹੁ ਅਲੈहि ਵਸੱਲਮ ਸਾਨੂੰ ਸਮਝਾਉਂਦੇ ਹੁੰਦੇ ਸੀ, ਇਹ ਸਾਡੀ ਬਰਾਦਰੀ ਸੀ, ਇਹ ਸਾਡੇ ਮਹੱਲੇ ਦੇ ਰਹਿਣ ਵਾਲੇ ਸੀ, ਇਹ ਸਾਡੇ ਸ਼ਹਿਰ ਦੇ ਰਹਿਣ ਵਾਲੇ ਸੀ, ਇਹ ਯਾਰ ਇਹ ਸਾਨੂੰ ਕਹਿੰਦੇ ਵੀ ਹੁੰਦੇ ਸੀ ਇਹ ਸਾਰੀਆਂ ਗੱਲਾਂ। ਫਿਰ ਯਾ ਮੇਰਾ ਇਹ ਰਿਸ਼ਤੇਦਾਰ ਸੀਗਾ ਯਾਰ, ਇਹ ਰਿਸ਼ਤੇਦਾਰ ਸਮਝਾਉਂਦਾ ਵੀ ਸੀ। ਹੁਣ ਸ਼ਰਮ ਵੀ ਆਏਗੀ। ਵਕੁਜ਼ਿਯ ਬੈਨਹੁਮ ਬਿਲਕਿਸਤ, ਸ਼ਰਮ ਆਵੇ ਨਾ ਆਵੇ ਫੈਸਲਾ ਇਨਸਾਫ ਦੇ ਨਾਲ ਹੋਣਾ, ਉਹਨਾਂ ਦੇ ਦਰਮਿਆਨ ਫੈਸਲੇ ਇਨਸਾਫ ਨਾਲ ਕੀਤੇ ਜਾਣਗੇ। ਵਹੁਮ ਲਾ ਯੁਜ਼ਲਮੂਨ, ਔਰ ਉਹਨਾਂ ਨੂੰ ਉਹਨਾਂ ਦਾ ਕੋਈ ਨੁਕਸਾਨ ਨਹੀਂ ਕੀਤਾ ਜਾਏਗਾ, ਉਹਨਾਂ ਤੇ ਜ਼ੁਲਮ ਨਹੀਂ ਕੀਤਾ ਜਾਏਗਾ। ਉਹਨਾਂ ਨੇ ਜ਼ੁਲਮ ਤੇ ਕੀਤਾ ਖੁਦ ਆਪਣੇ ਉੱਪਰ, ਕੁਰਾਨ ਨੂੰ ਨਾ ਮੰਨ ਕੇ ਜਾਂ ਕੁਰਾਨ ਦੀ ਗੱਲ ਨਾ ਮੰਨ ਕੇ। ਅਲਾ ਇੰਨਾ ਲਿல்லாਹਿ ਮਾ ਫਿਸ ਸਮਾਵਾਤ ਵਲ ਅਰਦ, ਅਗਾਹ ਹੋ ਜਾਓ ਆਸਮਾਨਾਂ ਜ਼ਮੀਨਾਂ ਦੇ ਵਿੱਚ ਹਰ ਚੀਜ਼ ਜਿਹੜੀ ਹੈ ਉਹਦਾ ਮਾਲਕ ਅੱਲਾ ਹੀ ਹੈ। ਅਲਾ ਇੰਨਾ ਵਾਦ ਅੱਲਾਹ ਹੱਕ, ਔਰ ਆਗਾਹ ਹੋ ਜਾਓ ਅੱਲਾ ਦਾ ਵਾਦਾ ਸੱਚਾ ਹੈ। ਯਾਨੀ ਜਦੋਂ ਆਸਮਾਨਾਂ ਜ਼ਮੀਨ ਦੇ ਵਿੱਚ ਹਰ ਚੀਜ਼ ਦਾ ਉਹ ਮਾਲਕ ਹੈ, ਔਰ ਉਹ ਕਹਿੰਦਾ ਕਿ ਐਸਾ ਵਕਤ ਆਉਣਾ ਜਦੋਂ ਮੈਂ ਹਿਸਾਬ ਕਿਤਾਬ ਲੈਣਾ, ਜ਼ਾਲਮਾਂ ਨੂੰ ਉਹਨਾਂ ਦੇ ਜ਼ੁਲਮ ਦਾ ਬਦਲਾ ਦੇਣਾ, ਔਰ ਚੰਗੇ ਕੰਮ ਵਾਲਿਆਂ ਨੂੰ ਉਹਨਾਂ ਦੇ ਚੰਗੇ ਕੰਮਾਂ ਦਾ ਬਦਲਾ ਦੇਣਾ, ਤੇ ਫਿਰ ਉਹ ਵਕਤ ਤੇ ਆਣਾ ਹੀ ਹੈ। ਵਲਾਕਿਨ ਅਕਸਰਹੁਮ ਲਾ ਯਅਲਮੂਨ, ਲੇਕਿਨ ਇਹਨਾਂ ਦੇ ਇਹ ਜਿਹੜੇ ਇਨਕਾਰ ਕਰਨ ਵਾਲੇ ਆ, ਇਹਨਾਂ ਦੀ ਅਕਸਰੀਅਤ ਇਸ ਗੱਲ ਨੂੰ ਸਮਝ ਨਹੀਂ ਪਾ ਰਹੀ। ਹੁਵ ਯੁਹਯੀ व युमीत, ਉਹ ਹੀ ਜ਼ਿੰਦਗੀ ਔਰ ਮੌਤ ਦੇਣ ਵਾਲਾ ਵਾ। व इलैहि तुरजाऊन, और ਉਸੇ ਵੱਲ ਤੁਸੀਂ ਜਾਣਾ ਵੀ ਹੈ। या अय्युहा नास कद जातकुम मौइज़तुम मिन रब्बिकुम, ऐ लोगो ਤੁਹਾਡੇ ਕੋਲ ਤੁਹਾਡੇ ਰੱਬ ਵੱਲੋਂ ਇੱਕ ਬਹੁਤ ਆਲਾ ਨਸੀਹਤ ਆ ਗਈ ਹੈ। ਇਹ ਕੁਰਾਨ ਜਿਹੜਾ ਇਹਨੂੰ ਮਾਮੂਲੀ ਨਾ ਸਮਝੋ, ਇਹ ਤੁਹਾਡੇ ਰੱਬ ਵੱਲੋਂ ਆ ਔਰ ਇੱਕ ਬੜੀ ਨਸੀਹਤ ਹੈ। ਵਾ ਸ਼ਿਫਾਉ ਲਿਮਾ ਫੀ ਸੁਦੂਰ, ਇਹ ਕੁਰਾਨ ਦੀ ਜਿਹੜੀ ਅਜ਼ਮਤ ਆ ਜ਼ਰਾ ਨੋਟ ਕਰੋ। ਇਹ ਤੁਹਾਡੇ ਦਿਲਾਂ ਦੀ ਜਿਹੜੀ ਸਮਝ ਲਾ, ਦਿਲਾਂ ਦੇ ਰੋਗ ਬਿਮਾਰੀ ਦਿਲਾਂ ਦੀਆਂ ਕੀ ਬਿਮਾਰੀਆਂ ਹੁੰਦੀਆਂ, ਹਸਦ, ਲਾਲਚ, ਬੁਗਜ਼, ਜਿਹਦੀ ਵਜ੍ਹਾ ਤੋਂ ਇਨਸਾਨ ਜਿਹੜਾ ਨਾ ਉਹ ਆਖਰਤ ਤੋਂ ਬੇਗਾਨਾ ਹੋ ਜਾਂਦਾ, ਆਖਰਤ ਤੋਂ ਬੇਪਰਵਾਹ ਹੋ ਜਾਂਦਾ, ਲਾਪਰਵਾਹੀ ਕਰਦਾ। ਉਹ ਕਿਸ ਵਜ੍ਹਾ ਤੋਂ ਕਰਦਾ? ਯਾਨੀ ਇਹ ਜਿਹਨਾਂ ਚੀਜ਼ਾਂ ਦੀ ਵਜ੍ਹਾ ਤੋਂ ਤੁਸੀਂ ਆਖਰਤ ਤੋਂ ਲਾਪਰਵਾਹੀ ਕਰਦੇ ਹੋ, ਕੁਰਾਨ ਨੂੰ ਨਹੀਂ ਮੰਨਦੇ, ਇਹ ਕੁਰਾਨ ਨੂੰ ਮੰਨੋਗੇ ਤੇ ਤੁਹਾਡੀ ਲਾਪਰਵਾਹੀ ਦੂਰ ਕਰ ਦੇਗਾ। ਹਸਦ, ਬੁਗਜ਼, ਅਨਾਦ, ਦੁਨੀਆ ਪਰਸਤੀ, ਨਫਸ ਪਰਸਤੀ, ਸ਼ਹਿਵਤ ਪਰਸਤੀ, ਇਸ ਮਤਲਬ ਜਿੰਨੀਆਂ ਵੀ ਜਿਹੜਾ ਨਾ ਉਹ ਤੁਹਾਡੀਆਂ ਕਮਜ਼ੋਰੀਆਂ ਇਹ ਦੂਰ ਕਰੇਗਾ। ਵਹੁਦਮ व रहमतुल लिलमोमिनीन, ਇਹ ਹਦਾਇਤ ਹੈ, ਇਹ ਕੁਰਾਨ ਰਹਿਨਮਾਈ ਕਰਨਾ ਹੈ, ਔਰ ਇਹ ਹੁਦਨ ਵੀ ਹੈ ਤੇ ਵ ਰਹਿਮਾ ਵੀ ਹੈ, ਰਹਿਮਤ ਵੀ ਹੈ। ਜਿਹੜੇ ਇਸ ਹਦਾਇਤ ਨੂੰ ਜਿਹੜਾ ਨਾ ਅੱਗੇ ਆਂਦਾ ਨਾ ਲਿਲ ਮੋਮਿਨੀਨ, ਹੁਦਮ व रहमतुल लिलमोमिनीन, ਜਿਹੜੇ ਇਸ ਹਦਾਇਤ ਦੇ ਉੱਤੇ ਈਮਾਨ ਲੈਣਗੇ ਇਹ ਉਹਨਾਂ ਵਾਸਤੇ ਰਹਿਮਤ ਬਣ ਜਾਏਗਾ। ਹਦਾਇਤ ਦੇ ਉੱਤੇ ਈਮਾਨ ਤੋਂ ਮੁਰਾਦ ਇਹ ਹੈ ਹਦਾਇਤ ਦੇ ਉੱਤੇ ਅਮਲ ਕਰਨਾ। ਕੁਲ ਬਿਫਜ਼ਲਿल्लाहि व बिरहमतिही, या नबी सल्लल्लाहु अलैहि वसल्लम, ਇਹਨਾਂ ਨੂੰ ਕਹਿ ਦਿਓ ਕਿ
ये अल्लाह ताला दा फजल और अल्लाह ताला दी रहमत है। ये कुरान ऐ नबी तुसी कह दो कि एक कोई छोटी चीज नहीं, ये अल्लाह ताला दा फजल और ओदी रहमत है। फबिज़ालिका फलयफरहू, और ये आ वो चीज जेदे उत्ते खुश होना चाहिदा। की मतलब है भी जेनू ये नसीब हो जाए, जेनू ये कुरान नसीब हो जाए, जेनू ये कुरान दी दिती हदायत नसीब हो जाए, जेड़ा इहदे ते ईमान लाए, सही माने च अमल करे, ओनू पुठियां छालां मारनियां चाहिदियां। पुठियां छालां किहनू कहंदे? बहुत खुशी दे नाल इंसान जेड़ा ना वो बहुत कुछ लभ गया मैनू। फलयफरहू फबिज़ालिका, इस कुरान दे उत्ते उन्हां नू खुशियां मनानियां चाहिदियां, पुठियां छालां मारनियां चाहिदियां। हुवा खैरुम मिम्मा यजमऊन, और ये बहुत चंगा वा, बहुत ज्यादा खैर वाला वा ओदे मुकाबले च जेड़ा ਉਹ ਜਮਾ ਕਰਦੇ ਆ ਜਿਨ੍ਹਾਂ ਕੋਲ ਇਹ ਕੁਰਾਨ ਨਹੀਂ ਹੈਗਾ। ਉਹ ਜਿਹੜੇ ਕੁਰਾਨ ਤੋਂ ਦੂਰ ਆ, ਕੁਰਾਨ ਤੋਂ ਮਹਿਰੂਮ ਆ, ਕੁਰਾਨ ਤੋਂ ਨਹੀਂ ਦੇ ਉੱਤੇ ਨਹੀਂ ਮੰਨ ਰਿਹਾ, ਕੁਰਾਨ ਤੇ ਅਮਲ ਨਹੀਂ ਕਰ ਰਿਹਾ, ਆਖਰ ਉਹ ਕੁਛ ਜਮਾ ਤੇ ਕਰ ਰਿਹਾ ਹੈ ਨਾ। कोई रिश्वत ना जमा कर रहा है, कोई सूद ना जमा कर रहा है, कोई जुल्म ना जमा कर रहा है, कोई ठगी झूठ फराड है कुरान तो दूर होकर कर रहा है, कोई भैन धी का हिस्सा नहीं दे रहे हैं, होर या कोई समझ लो कि कोई जिदा भी कोई कर रहा, जो कुछ भी जमा कर रहा है, इन्हां सब नालों ज्यादा वड्डा खैर एक कुरान है जिहदे कोल आ गया। और एक हदीस नबी सल्लल्लाहु अलैहि वसल्लम ने फरमाया, जेड़े बंदे नू अल्लाह ने किताब दा कुरान दा इलम दिता और फिर ओदे दिल विच ये गल आ गई कि अल्लाह ने मैनू जेड़ा ना कुछ नहीं दिता, या मतलब यह कुछ नहीं दिता तो मुराद है भी दुनिया चो कुछ नहीं दिता है, या फलां बंदा जेड़ा ओनू एक बंगला दे दिता है, ओनू एडी कार दे दी है, ओनू इन्ना रकबा दे दिता है, ओनू एनी दौलत दे दी है। अल्लाह कहंदा ओनू ओने कुरान दी कदर ही नहीं की। जेड़ा ना वो नबी सल्लल्लाहु अलैहि वसल्लम कहंदे आ कि ओने कुरान दी कदर ही नहीं की, ओनू पता ही नहीं लगा फिर कि किड्डी वड्डी दौलत ते अल्लाह ने ओनू दे दी है। ये दस्या हो खैरु मिम्मा यजमऊन, कुल अरायतुम मा अंज़लल्लाहु लकुम मिर रिज़्क़। ऐ नबी सल्लल्लाहु अलैहि वसल्लम इन्हां नूं कहो कि जेड़ा रिज़्क तुहानूं तुहाडे वास्ते नाज़िल हुंदा, तुसीं देखदे हो कि जेड़ा रिज़्क तुहाडे लई नाज़िल हुंदा, फजअलतुम मिन्हु हरामम व हलाला, फिर ओहदे च तुसीं हराम और हलाल बना लेंदे हो। यानी ज़ाहिर है वो अपने उन्हां दे कायदे सी ना हराम हलाल दे मक्के वालियां दे। कुल अल्लाहु आज़िना लकुम, क्या अल्लाह ने इज़न दिता, अल्लाह ने हुक्म दिता क्या मेरा रिज़्क जेड़ा इहदे चो इहनूं हलाल समझो ते इहनूं हराम समझो। अम अल्लाह तफ्तरून, या तुसी अल्लाह ताला दी तरफ जेड़ा ओ झूठ मनसूब करदे हो, झूठ जड़दे हो ओहदा नाम लैके। असल दे विच इह गल समझ लो कि दीन दे नाम दे उत्ते जेड़ी भी गुमराही हुंदी है ना, ओनू दीन बना के पेश किया जाता है। आ जेड़ा मतलब यह है कि जी पीर परस्ती है, मज़ार परस्ती है, ओ एक होर परस्ती है, वो पता नहीं केड़ी परस्ती है जिहड़ी वो कहंदे जी लाल शहबाज कलंदर उत्थे जा रहे हैं, इधर जा रहे हैं। ए पंज वाले पीरां दी परस्ती है, सत्त वाले पीरां दी परस्ती है, ए फलानी परस्ती है, ए फलाने दा आस्थाना वा है। सारा जेड़ा ना कदी तुसी ओ जेड़ा इस परस्ती दे पिछे लगे हुंदे आ जाहिल, कदी तुसी अगर देर गौर करो देखो ते ਉਹ ਆਪਣੇ ਆਪ ਨੂੰ ਬੜਾ ਦੀਨਦਾਰ ਸਮਝ ਰਹੇ ਹੁੰਦੇ ਆ। ਉਹ ਕਹਿੰਦੇ ਹੁੰਦੇ ਆ ਇਹ ਮਤਲਬ ਹੈ ਵੀ ਇਹ ਦੀਨ ਦੇ ਵਿੱਚ ਇਹ ਜਾਇਜ਼ ਹੈ, ਉਹ ਕੋਈ ਹਰਾਮ ਸਮਝ ਕੇ ਨਹੀਂ ਕਰ ਰਹੇ ਹੁੰਦੇ, ਗਲਤ ਸਮਝ ਕੇ ਨਹੀਂ ਕਰਦੇ। ਉਹਨਾਂ ਦਾ ਤਸੱਵਰ ਹੀ ਇਦਾਂ ਦਾ ਬਣਿਆ ਹੁੰਦਾ, ਬਣਾਇਆ ਹੁੰਦਾ। ਇਦਾਂ ਹੀ ਇਹ ਮੱਕੇ ਵਾਲੇ ਜਿਹੜੇ ਆ ਨਾ, ਇਹ ਜਿੰਨੇ ਕੰਮ ਕਰਦੇ ਸੀਗੇ, ਇਹ ਤਸੱਵਰ ਇਹ ਹੀ ਦਿੰਦੇ ਸੀਗੇ ਕਿ ਇਹ ਅੱਲਾ ਇਸੇ 'ਚ ਹੀ ਰਾਜ਼ੀ ਹੈ। ਤੇ ਫਰਮਾਇਆ ਤੁਸੀਂ ਆਪਣੇ ਕੋਲੋਂ ਬਣਾ ਕੇ अल्लाह ताला ਨੂੰ ਮਨਸੂਬ करते हो। वमा ज़न्नुल्लज़ीना यफ्तरूना अलल्लाहिल कज़िबा यौमल क़ियामा,
ਔਰ ਜਿਹੜਾ ਨਾ ਫਰਮਾਇਆ ਕਿ ਕੀ ਗੁਮਾਨ ਕੀਤਾ, ਵਮਾ ਜ਼ੰਨੁੱਲਜ਼ੀਨ ਯਫਤरून, ਇਹ ਜਿਹੜੇ ਝੂਠ ਗੱਲਾਂ ਨੂੰ ਜਿਹੜਾ ਉਹ ਜੋੜ ਦਿੰਦੇ ਆ ਫਿਰ ਅੱਲਾ ਦੀ ਤਰਫ, ਹੈ ਕਿ ਅੱਲਾ ਦੀ ਰਜ਼ਾ ਦੀ ਤਰਫ, ਇਹਨਾਂ ਦਾ ਕੀ ਗੁਮਾਨ ਹੈ ਅੱਲਾ ਦੇ ਬਾਰੇ ਚ ਕਿ ਬਈ ਵਮਾ ਜ਼ੰਨੁੱਲਜ਼ੀਨ ਯਫਤरून ਅਲੱਲਾਹਿਲ ਕਾਜ਼ਿਬਾ ਯੌਮਲ क़ियामा, यानी ये जिन्होंने ये झूठ घड़ के अल्लाह की तरफ मनसूख कर दिता, इन्होंने क्यामत नूं की समझिया, क्यामत नूं की गुमान किया भी कोई मामूली जी गल है, यानी कोई एहसास नहीं। इन अल्लाह लजू फज़लिन अलन्नास, अल्लाह ते लोकां ते फजल करदा है, क्योंकि वो क्यामत दा दिन मामूली नहीं, ये लोग बच जान। वलाकिन अक्सरहुम ला यशकुरून, लेकिन इन्हां दी अक्सरियत जिहड़ी आ वो शुक्र नहीं करदी। वमा तकूनु फी शान, और नहीं हुंदे तुसी ए मुहम्मद सल्लल्लाहु अलैहि वसल्लम किसे भी हाल दे विच फरमाया ए मुहम्मद सल्लल्लाहु अलैहि वसल्लम तुसी किसे भी हाल दे विच हुंदे हो। वमा ततलू मिन कुरान, और कुरान दे विचों तुसी जो कुछ भी पढ़ रहे हो या इस कुरान दे उत्ते अमल कर रहे हो, ये तलावत जिहड़ा तला यतलू दोनों मानिया च आंदा है, ये ऐदां पढ़ने च भी आंदा ते ये पिछे अमल करन दे पैरवी विच भी आंदा। यानी तुसीं किसे हाल दे विच होवो और तुसीं कुरान दी पैरवी कर रहे हो, ये गल समझ आई है। गल ये है कि तुसी दुकान ते बैठे हो, तुसी पूरा तोल रहे हो ते तुसी कुरान ते अमल कर रहे हो। कुरान ने क्या ना कि औफुल कैल वल मिक्याल, पूरा करो नाप नूं तोल नूं, ठीक है ना, ते तुसी कुरान ते अमल कर रहे हो। और अगर तुसी जिहड़ा ना वो घट वध तोल रहे हो तो कुरान ते अमल नहीं कर रहे, ठीक है ना। ये निरा यही तो नहीं कि तुसी मसीते कुरान ते अमल कर रहे हो, कुरान तो पूरी जिंदगी वास्ते है ना, जिंदगी दे किसी भी मोड़ ते किसी भी जगह ते तुसी कुरान ते अमल कर रहे हो। हाँ, तुहानू शौरी तौर ते पता होना चाहिए कि मैं ये अल्लाह दा हुक्म है ते मैं इस वास्ते इहदे ते अमल कर रहा। वमा तकून फी शान, किसी भी हाल च किसी जगह ते हो और कुरान तुसी पढ़ रहे हो या उहदे ते बल्कि पढ़ रहे हो या उहदे ते अमल कर रहे हो। वला तामलून मिन अमल, या थे अमल जिहड़ा नाला दा भी आ गया वा, और तुसी इस कुरान दे अमलां दे विचों कोई अमल कर रहे हो। वला तामलून मिन अमल, और तुसी कोई भी अमल कर रहे हो, इल्ला कुन्ना अलैकुम शहूदा, ते नबी सल्लल्लाहु अलैहि वसल्लम असी आप शाहिद हुन्ने आ। अल्लाह कहंदा असी आप शाहिद हुन्ने। आप शाहिद होने का मतलब की है कि असी आप गवाह हुन्ने आ कि तुसी इस कुरान नूं पकड़िया होया है। मुसलमानों, अल्लाह आप गवाह हुंदा है। इस तफीदूना फी, जदों तुसी इहदे च मसरूफ हुंदे हो, मशगूल हुंदे हो, जिस तरह इस वेले मतलब यह है कि मैं मशगूल हाँ और तुसी सुनदे हो तो तुसी मशगूल हो इहदे विच, हैं इस तरह जदों भी तुसी इहदे बारे च पढ़न पढ़ाउण च लगे हो। खैरुकुम मन तअल्लमल कुरान व अल्लमा, ते अल्लाह कहंदा मैं तां आप उस दा शाहिद हुन्ना वां, ओहदा गवाह बन जाना है कि यह बंदा कुरान दी कदर करने वाला सी। वमा याजुब अर रब्बिका मिन मिसकाल ज़र्रतिन फिल अर्द वला फिस समा, ते तुहाडे रब दा ए नबी सल्लल्लाहु अलैहि वसल्लम, तुहाडा रब जिहड़ा है ओहदे तो कोई चीज छुपी हुई नहीं आसमानां दी और जमीन दी। मतलब यह है कि मुसलमानों, ये एडा अमल जिहड़ा कुरान दे हवाले नाल होवे वो किदां छुप जाएगा, कोई शै नहीं छुपी हुई ओहदे तो।
वला असगरा मिन ज़ालिका वला अकबरा, ना ये तो छोटा अमल ना ये तो वड्डा, इला फी किताबे मुबीन, ये सब एक किताब दे विच वाज़े तौर ते दर्ज हुंदा है, और रिकॉर्ड च हुंदा है। अला इन्ना औलिया अल्लाह ला खौफुन अलैहिम वला हुम यहज़नून। ਇਹ ਜਿਹੜੀਆਂ ਆਇਤਾਂ ਨਾ ਜੀ ਇਹ ਦੋ ਆਇਤਾਂ ਵਾ। ਇੱਕ ਹੈ ਆਇਤ ਨੰਬਰ 62 ਤੇ ਇੱਕ ਨੰਬਰ ਹੈ ਇੱਕ ਹੈ ਆਇਤ ਨੰਬਰ 63। ਇਹਨਾਂ ਦੋਨਾਂ ਦੇ ਵਿੱਚ ਇੱਕ ਮਜ਼ਮੂਨ ਆਂਦਾ, ਲੇਕਿਨ ਬਦਕਿਸਮਤੀ ਇਹ ਹੈ ਕਿ ਜਿਹੜਾ ਨਾ ਉਹ ਇਹ ਪਹਿਲੀ ਆਇਤ ਪੜ੍ਹੀ ਜਾਂਦੀ ਹੈ 62 ਵਾਲੀ, 62 ਨੰਬਰ ਆਇਤ ਪੜ੍ਹਦੇ ਆ, ਔਰ 63 ਨੰਬਰ ਆਇਤ ਜਿਹੜੀ ਹੈ ਨਾ ਉਹ ਪੜ੍ਹਦੇ ਵੀ ਨਹੀਂ। ਹਾਲਾਂਕਿ ਪੜ੍ਹ ਵੀ ਦੇਣ ਤੇ ਲੋਕਾਂ ਨੂੰ ਕਿਹੜਾ ਸਮਝ ਆਉਣੀ ਹੈ। ਪਾਕਿਸਤਾਨ 'ਚ ਤੇ 99% ਲੋਕਾਂ ਨੂੰ ਸਮਝ ਹੀ ਨਹੀਂ ਆਉਣੀ ਨਾ, ਲੇਕਿਨ ਉਹ ਪੜ੍ਹਦੇ ਵੀ ਨਹੀਂ। ਜ਼ਰਾ ਇਹਨੂੰ ਹੁਣ ਅੱਜ ਤੁਸੀਂ ਦੋਨਾਂ ਆਇਤਾਂ ਨੂੰ ਪੜ੍ਹ ਲਓ। ਅਲਾ ਇੰਨਾ ਔਲੀਆ ਅੱਲਾਹ ਲਾ ਖੌਫੁਨ ਅਲੈਹਿਮ ਵਲਾ ਹੁਮ ਯਹਜ਼ਨੂਨ। ਆਗਾਹ ਹੋ ਜਾਓ, ਜਿਹੜੇ ਅੱਲਾਹ ਤਾਲਾ ਦੇ ਵਲੀ ਹੈ, ਔਲੀਆ ਅੱਲਾਹ, ਜਿਹੜੇ ਅੱਲਾਹ ਤਾਲਾ ਦੇ ਵਲੀ ਹੈ, ਉਹਨਾਂ ਨੂੰ ਲਾ ਖੌਫੁਨ ਅਲੈਹਿਮ, ਉਹਨਾਂ ਨੂੰ ਕਿਸੇ ਚੀਜ਼ ਦਾ ਖੌਫ ਨਹੀਂ ਹੁੰਦਾ, वला हुम यहज़नून, और ना उन्होंने परेशानी आएगी। अच्छा, ये समझ लो ये गल की है। गल ये है कि खौफ हुंदा है किसी भी मतलब है कि खतरे दे खतरा है ना, ते खौफ आ। जदों खतरा आ गया, मिसाल के तौर पर मेरे को पैसे आ, मैं घर में पैसे रखे हुए आ, हुण मैनू खतरा है कि कोई डाकू ना आ जाए, ये खतरा वा, ठीक है ना। हुण डाकू आ गए ते डाकुओं ने पैसे लुट लाए, खतरा भी टल गया। खतरा खत्म हो गया। हुण की रह गया? हुण अफसोस या हुज़न, हुण अफसोस रह गया बस। हुण नहीं डर वे, क्योंकि हुण पैसे है नहीं, हुण डाकुओं ने की आना, पैसे तो लै गया। अच्छा, हुण जिहड़ा हुज़न आ वो की है? यार मैं पैसे बैंक चों ना ही कढांदा, मेरे को फलाना बंदा करजा मंगदा सी, मैं उन्होंने दे दिंदा, यार मैं फलानी जगह ते ला दिंदा, ऐ कर दिंदा, वो कर दिंदा, मैं घर ना रखदा, जो सौ जो तोड़ भन है ज़हन च आएगी ना कि इनू हुज़न कहते हैं, यानी चोर तो लै गए, हुण हुज़न करदा। इस तरह बंदे का मामला एक है कि इस दुनिया के उत्ते इंसान जदों अमल करदा तो फिर उन्होंने मतलब है कि एक अंदेशा भी हुंदा। अंदेशा की हुंदा कि शायद ये मेरा अमल जिहड़ा ये फायदेमंद ना हो। मिसाल के तौर पर तुसीं फसल जाके काश्त करदे हो ना खेत दे विच, ते डर तो हुंदा ही है ना। साडे आम तौर पर नरमा वगैरह काश्त करदे आ ते फिर दुआवां मंगदे आ भी कोई 10 दिन बारिश ना पवे, जिन्ना चिर पौधा जमीन चों बाहर आ जाए। बारिश पै जाए हल्की जी भी तो जमीन करंड हो जाती है, पौधा बाहर नहीं निकल सकता, फसल बीज ज़ाया हो गया। इनू कहते खौफ है। और दुआ करते हैं कि बई बारिश ना होवे, इदां दी गल ना बने, ठीक है। कोई भी कोई काम भी है, कोई कारोबार है, तां भी बंदे नूं खौफ हुंदा, चलेगा नहीं चलेगा, अज गाहक आएगा नहीं आएगा, कोई सौ। फरमाया जेड़े औलिया अल्लाह वा ना, उन्हां नूं कोई खौफ नहीं हुंदा अपने अमल दा जेड़ा काम कर रहे हुंदे आ। और ला खौफुन अलैहिम, उन्हां ते कोई खौफ नहीं हुंदा। अगली गल की है वला हुम यहज़नून, ते कदी अफसोस नहीं होएगा। जिद्दां हुण वो जेड़ा डाकू पैसे लै गया तो बाद दे विच अफसोस कर रहा ना कि यार मैं ना लियाउंदा, मैं बैंक चों ना कढांदा, मैं फलां जगह ते रख दिंदा, फलाना बंदा मेरे कोलों कर्ज मंगदा सी, मैं उहनूं दे दिंदा। ये हुण हुज़न है ना, क़यामत वाले दिन बड़े लोकां नूं हुज़न होएगा अपने कीते ते। यार मैं आ ना करदा, यार मैं आ ना करदा, मैं भी कर लिया, वो भी कर लिया, बस ए कुरान ही नहीं सीखिया, ए दीन की तरफ ही नहीं आया, मैं अल्लाह के रस्ते के उत्ते जिहाद नहीं किया, मैं अल्लाह के रस्ते के उत्ते खर्च नहीं करता, इत्थे कंजूसी करता रहा। इनू सारा ही हुज़न है। मैं सैनमा बनाता पैसों का, है या मैं फलाना काम कर दिता, मैं ये कर दिता, वो कर दिता।
ਇਹ ਹੁਣ ਜੋ ਕੁਛ ਆਪਣਾ ਕੀਤਾ ਹੈ ਨਾ ਉਹਦੇ ਤੇ ਹੁਜ਼ਨ ਹੁਜ਼ਨ। ਅੱਲਾ ਕਹਿੰਦਾ ਅੱਲਾ ਦੇ ਜਿਹੜੇ ਵਲੀ ਹੁੰਦੇ ਆ ਨਾ, ਉਹ ਜਿਹੜੇ ਕੰਮ ਕਰਦੇ ਆ ਨਾ ਉਹਦੇ 'ਚ ਉਹਨਾਂ ਨੂੰ ਕੋਈ ਖੌਫ ਨਹੀਂ ਹੁੰਦਾ। ਠੀਕ ਹੈ ਨਾ, ਯਾਨੀ ਉਹਨਾਂ ਨੂੰ ਇਸ ਜ਼ਿੰਦਗੀ 'ਚ ਸਭ ਤੋਂ ਵੱਡਾ ਇਨਾਮ ਇਹ ਮਿਲਦਾ ਕਿ ਖੌਫ ਖਤਮ ਹੋ ਜਾਂਦਾ, ਕਿਉਂਕਿ ਉਹਨਾਂ ਨੇ ਚੱਲਣਾ ਹੀ ਅੱਲਾ ਦੇ ਮੁਤਾਬਕ ਹੈ, ਕੁਰਾਨ ਦੇ ਮੁਤਾਬਕ। ਵਲਾ ਹੁਮ ਯਹਜ਼ਨੂਨ, ਤੇ ਨਾ ਕਿਆਮਤ ਦੇ ਦਿਨ ਉਹਨਾਂ ਨੂੰ ਕੋਈ ਅਫਸੋਸ ਹੋਏਗਾ। ਹੁਣ ਅਗਲੀ ਆਇਤ, ਇਹ ਬਣਦੇ ਕਿੱਦਾਂ ਮਾਂ ਔਲੀਆ ਅੱਲਾ? ਫਰਮਾਇਆ ਅੱਲਾਜ਼ੀਨਾ ਆਮਾਨੂ, ਇਹ ਉਹ ਲੋਕ ਹੁੰਦੇ ਆ ਜਿਹੜੇ ਈਮਾਨ ਲਿਆਉਂਦੇ ਆ, ਵਕਾਨੂ ਯੱਤਕੂਨ, ਤੇ ਤਕਵੇ ਦੀ ਮੰਜ਼ਿਲ ਤੱਕ ਪਹੁੰਚ ਜਾਂਦੇ ਆ। ਤੱਕ ਇਹ ਹੁਣ ਤੁਸੀਂ ਏਦਾਂ ਹੀ ਸਮਝ ਲਓ ਜਿੱਦਾਂ ਕਹਿੰਦਾ ਨਾ ਕਿ ਇੱਥੋਂ ਚੱਲਿਆ ਤੇ ਲਾਹੌਰ ਪਹੁੰਚ ਗਿਆ। ਅੱਛਾ, ਲਾਹੌਰ ਪਹੁੰਚ ਗਿਆ ਤੇ ਫਿਰ ਰਸਤੇ 'ਚ ਸਾਹੀਵਾਲ ਨਹੀਂ ਆਇਆ, ਰਾਹ 'ਚ ਆਰਫ ਵਾਲਾ ਨਹੀਂ ਆਇਆ, ਰਾਹ ਦੇ ਵਿੱਚ ਪਤੋ ਕੀ ਨਹੀਂ ਆਇਆ, ਰਾਹ ਦੇ ਵਿੱਚ ਛਾਂਗਾ ਮਾਂਗਾ, ਉਹ ਕੀ ਉਹਨੂੰ ਅੱਜ ਕੱਲ੍ਹ ਫੂਲ ਨਗਰ ਵੀ ਕਹਿੰਦੇ ਆ, ਖਰੇ ਛਾਂਗਾ ਮਾਂਗਾ ਨਹੀਂ, ਉਹ ਫੂਲ ਨਗਰ ਕੁਛ ਹੋਰ ਆ, ਉਹ ਨਹੀਂ ਆਇਆ, ਫਿਰ ਲਾਹੌਰ ਆਇਆ ਨਾ। ਇਸੇ ਤਰ੍ਹਾਂ ਸਮਝ ਲਓ ਇਹ ਤਕਵੇ ਤੱਕ, ਤਕਵਾ ਕਹਿੰਦੇ ਆ ਅੱਲਾ ਦੀਆਂ ਨਾਫਰਮਾਨੀਆਂ ਤੋਂ ਬਚ ਜਾਣਾ, ਅੱਲਾ ਦੀ ਫਰਮਾ ਬਰਦਾਰੀ ਕਰਨਾ। ਇਹਦੇ ਵਿੱਚ ਨਮਾਜ਼ਾਂ ਆ ਗਈਆਂ, ਰੋਜ਼ੇ ਆ ਗਏ, ਜਿਹਾਦ ਆ ਗਿਆ, ਸਾਰਾ ਕੁਝ ਵਿੱਚ ਆ ਗਿਆ, ਕੁਰਾਨ ਪੜ੍ਹਨਾ, ਪੜ੍ਹਾਉਣਾ, ਫੈਲਾਣਾ, ਦਾਵਤ, ਤਬਲੀਗ, ਸਭ ਕੁਛ ਆ ਗਿਆ। ਹੁਣ ਇੱਦਾਂ ਦੇ ਔਲੀਆ ਅੱਲਾ ਹੁੰਦੇ ਆ, ਔਰ ਇਹਦੇ ਤੋਂ ਬਗੈਰ ਜਿਹਨੂੰ ਤੁਸੀਂ ਸਮਝਦੇ ਹੋ ਨਾ ਵੀ ਔਲੀਆ ਅੱਲਾ, ਉਹ ਹੈ ਫਰਾਡ। ਜਿਹਦੀ ਜ਼ਿੰਦਗੀ ਤਕਵੇ ਵਾਲੀ ਹੈ ਹੀ ਨਹੀਂ, ਉਹ ਤਾਂ ਆਪ ਮਾਲ ਇਕੱਠਾ ਕਰਦਾ, ਹਰਾਮ ਹਲਾਲ। ਅੱਜ ਕੱਲ ਔਲੀਆ ਅੱਲਾ ਇਦਾਂ ਦੇ ਹੀ ਹੁੰਦੇ ਆ, ਜਿੱਦਾਂ ਦੇ ਮਤਲਬ ਆ ਵੀ ਸਮਝ ਲਓ ਮੱਕੇ ਦੇ ਮੁਸ਼ਰਕਾਂ ਦੇ ਬਣਾਏ ਔਲੀਆ ਸੀਗੇ। ਅੱਲਾਜ਼ੀਨਾ ਆਮਨੂ ਵਕਾਨੂ ਯੱਤਕੂਨ, ਇਹ ਦੋ ਆਇਤਾਂ ਨੂੰ ਸਮਝ ਲਓ ਬਸ। ਲਹੁਮੁਲ ਬੁਸ਼ਰਾ ਫਿਲ ਹਯਾਤ ਦੁਨੀਆ व फिल आखिरा, ਇਹਨਾਂ ਵਾਸਤੇ ਖੁਸ਼ਖਬਰੀ ਹੈ ਦੁਨੀਆ ਦੀ ਜ਼ਿੰਦਗੀ 'ਚ ਵੀ ਔਰ ਆਖਿਰਤ ਦੇ ਵਿੱਚ ਵੀ। ਲਾ ਤਬਦੀਲਾ ਲਿਕਲਿਮਾਤ ਅੱਲਾ, ਅੱਲਾ ਦੀ ਗੱਲ ਨੂੰ ਕੋਈ ਬਦਲ ਨਹੀਂ ਸਕਦਾ। ਇਹ ਕੀ ਮਤਲਬ ਹੈ? ਇਹ ਇਨਾਮ ਸਿਰਫ ਅੱਲਾ ਦੇ ਵਲੀਆਂ ਨੂੰ ਹੀ ਮਿਲਣ ਵਾਲਾ ਹੈ ਕਿ ਉਹਨਾਂ ਦਾ ਖੌਫ, ਉਹਨਾਂ ਨੂੰ ਆਪਣੀ ਇਸ ਦੁਨੀਆ ਦੀ ਜ਼ਿੰਦਗੀ 'ਚ ਖੌਫ ਨਾ ਹੋਵੇ ਔਰ ਆਖਿਰਤ ਦੇ 'ਚ ਕੋਈ ਪਰੇਸ਼ਾਨੀ, ਹੁਜ਼ਨ ਨਾ ਹੋਵੇ, ਆਪਣੇ ਕੀਤੇ ਤੇ ਅਫਸੋਸ ਨਾ ਹੋਵੇ। ਔਰ ਉਹ ਬੰਦੇ ਉਹ ਹੁੰਦੇ ਆ ਜਿਹੜੇ ਈਮਾਨ ਲਾ ਕੇ ਤਕਵੇ ਤੇ ਪਹੁੰਚ ਜਾਂਦੇ ਆ। ਲਾ ਤਬਦੀਲਾ ਕਲਿਮਾਤ, ਅੱਲਾ ਦੀਆਂ ਗੱਲਾਂ ਬਦਲਣ ਵਾਲੀਆਂ ਨਹੀਂ। ਇਹ ਤੁਹਾਡੇ ਝੂਠੇ ਬਣਾਏ ਹੋਏ ਔਲੀਆ ਅੱਲਾ ਨਹੀਂ ਬਣ ਸਕਦੇ। ਜ਼ਾਲਿਕਾ ਹੁਵਲ ਫੌਜ਼ੁਲ ਅਜ਼ੀਮ, ਇਹ ਅੱਲਾ ਦਾ ਵਲੀ ਬਣ ਜਾਣਾ ਤਾਂ ਬਹੁਤ ਬੜੀ ਕਾਮਯਾਬੀ ਹੈ। ਵਲਾ ਯਹਜ਼ੁਨਕਾ ਕੌਲੁਹੁਮ, ਔਰ ਐ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਤੁਹਾਨੂੰ ਇਹਨਾਂ ਦੀਆਂ ਗੱਲਾਂ ਦੀ ਪਰੇਸ਼ਾਨੀ ਨਾ ਹੋਵੇ। ਅਸਲ 'ਚ ਉਹ ਆਪਣੇ ਉਹਨਾਂ ਦੇ ਔਲੀਆ ਵਾਲੇ ਅੱਲਾ ਬਣਾਏ ਸੀ ਨਾ। ਫਰਮਾਇਆ ਵਲਾ ਯਹਜ਼ੁਨਕਾ ਕੌਲੁਹੁਮ, ਐ ਨਬੀ ਸੱਲੱਲਾਹੁ ਅਲੈहि ਵਸੱਲਮ ਤੁਹਾਨੂੰ ਇਹਨਾਂ ਦੀਆਂ ਗੱਲਾਂ ਦੀ ਪਰੇਸ਼ਾਨੀ ਨਾ ਹੋਵੇ। ਇन्नल इज़्ज़त लिल्लाहि जमीआ, ਇਸ ਵਾਸਤੇ ਕਿ ਇੱਜ਼ਤ ਸਾਰੀ ਦੀ ਸਾਰੀ ਜਿਹੜੀ ਹੈ ਉਹ ਅੱਲਾ ਦੇ ਹੱਥ ਵਿੱਚ ਹੈ। ਹੁਵ ਸਮੀਉਲ ਅਲੀਮ, ਔਰ ਉਹ ਸਭ ਕੁਛ ਸੁਣਨ ਵਾਲਾ ਔਰ ਜਾਣਨ ਵਾਲਾ। ਯਾਨੀ ਠੀਕ ਹੈ, ਇਸ ਵਕਤ ਇਹ ਹੈ ਕਿ ਇਹ ਤੁਹਾਨੂੰ ਮਤਲਬ ਨਬੀ ਸੱਲੱਲਾਹੁ ਅਲੈहि ਵਸੱਲਮ ਨੂੰ ਜਾਂ ਮੁਸਲਮਾਨਾਂ ਨੂੰ ਗੁੰਮਰਾਹ ਕਹਿੰਦੇ ਆ, ਔਰ ਉਹ ਜਿਹੜੇ ਆਪਣੇ ਬਣਾਏ ਔਲੀਆ ਵਾ ਉਹਨਾਂ ਨੂੰ ਬੜੀ ਸ਼ਾਨ ਦਿੰਦੇ ਆ ਲੇਕਿਨ ਇਹ ਤੁਹਾਨੂੰ ਇਹ ਤੋਂ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ, ਕਿਉਂਕਿ ਅੱਲਾ ਦੇ ਨਜ਼ਦੀਕ ਉਹ ਔਲੀਆ ਅੱਲਾ ਨਹੀਂ ਹੈਗੇ ਜਿਨ੍ਹਾਂ ਨੂੰ ਉਹਨਾਂ ਨੇ ਬਣਾਇਆ। ਔਲੀਆ ਅੱਲਾ ਦੀ ਤਾਰੀਫ ਦੱਸ ਦਿੱਤੀ ਹੈ, ਉਹ ਜਿਹਦੇ ਤੇ ਫਿੱਟ ਆਉਂਦੀ ਹੈ ਉਹੀ ਹੋਏਗਾ। ਔਰ ਅੱਲਾ ਸਮੀ ਹੈ, ਅਲੀਮ ਹੈ। ਔਰ ਜ਼ਾਹਿਰ ਗੱਲ ਹੈ ਕਿ ਅੱਲਾ ਤਾਲਾ ਦੇ ਹਾਂ ਆ ਕੇ ਤੇ ਫਿਰ ਗੱਲ ਵਾਜ਼ੇ ਹੋ ਜਾਏਗੀ ਨਾ। ਆਲਾ ਇन्ना लिल्लाहि मन फिस समावाति व मन फिल अर्द, आला इन्ना लिल्लाहि मन फिस समावाति व मन फिल अर्द, क्या इदा नहीं, सॉरी बल्कि दूसरा लफ्ज़ है। अला इन्ना लिल्लाहि मन फिस समावाति व मन फिल अर्द, आओ कान खोल के सुन लो जिदा कहते हैं, याद रखो
जो कुछ भी है आसमाना और जमीन दे विच ये अल्लाह दा ही है। अल्लाह ही दा मालिक है और अल्लाह दे इख्तियार च है और अल्लाह दा ही ये फैसला होएगा कि कौन वाकई ही अल्लाह दा वली है ते कौन झूठा वली सीगा। वो सारी गल उस तरह ओह तुरी आ रही है, यानी असल फैसला मालक दा वा, ये मक्के वालियां दा नहीं। लिहाजा इन्हां दी गल्लां ते तुसीं परेशान नहीं होना। वमा यत्तब वमा यत्तबिउल्लज़ीना यदऊना मिन दूनिल्लाहि शुरका, और नहीं पैरवी करदे जिन्हां नूं जिन्हां कोलों ये दुआवां मंगदे आ अल्लाह तो इलावा शरीक बना के। ऐ मुहम्मद सल्लल्लाहु अलैहि वसल्लम, ये जिन्हां कोलों दुआवां मंगदे आ अल्लाह दा शरीक बना के फिर उन्हां नूं पुकारदे, यदऊना दुआ मंगना पुकारना है अपनी किसी हाजत जरूरत दे विच। ते फरमाया कि ये जेड़ा इस तरह ये मंगदे आ इन्हां दी कोई हैसियत नहीं। यत्तबिउना इल्ला ज़न्न, ये तां गुमान दे नाल बनाए आ, ज़न्न दे नाल इन्हां ने कोई जेड़ा ना वो अपना तसव्वुर बनाया, ये ओदी पैरवी कर रहे आ। व इनहुम इल्ला यखरुसून, और नहीं बस ये तां जेड़ा ना वो अटकल दे उत्ते जिंदगी गुजार रहा, अंदाज़े नाल चल रहा, कोई हकीकत दे उत्ते नहीं मबनी इन्हां दा ये तसव्वुरात। हुवल्लज़ी जअल लकुमुल लैला लितस्कुनू फी, और ਉਹ ਜ਼ਾਤ ਹੈ ਜਿਹਨੇ ਤੁਹਾਡੇ ਵਾਸਤੇ ਰਾਤ ਬਣਾਈ ਜਿਹਦੇ ਵਿੱਚ ਤੁਸੀਂ ਸਕੂਨ ਕਰਦੇ ਹੋ। वन नहारा मुबसिरा, और दिन ਜਿਹੜਾ ਬਿਲਕੁਲ ਰੋਸ਼ਨ ਹੈ। इन्न फी ज़ालिका लआयातिन लिकौमिन यसमऊन, यानी दिन ਨੂੰ ਤੁਸੀਂ ਚੱਲਦੇ ਫਿਰਦੇ ਹੋ, ਰਾਤ ਨੂੰ ਸਕੂਨ ਕਰਦੇ ਹੋ। ਇਹ ਉਸ ਮਾਲਕ ਦਾ ਬਣਾਇਆ ਹੋਇਆ ਤੁਹਾਡੇ ਵਾਸਤੇ ਇਨਾਮ ਹੈ। इन्न फी ज़ालिका लआयातिन लिकौमिन यसमऊन, और बेशक ਇਹ ਰਾਤ ਦਿਨ ਜਿਹੜਾ ਇਹਦੇ ਵਿੱਚ ਵੀ ਨਿਸ਼ਾਨੀਆਂ ਤੁਹਾਡੇ ਵਾਸਤੇ, ਉਹਨਾਂ ਲੋਕਾਂ ਵਾਸਤੇ ਜਿਹੜੇ ਗੱਲ ਨੂੰ ਜਿਹੜਾ ਤਵੱਜੋ ਦੇ ਨਾਲ ਸੁਣਦੇ ਆ, ਉਹ ਇਹਨਾਂ ਨਿਸ਼ਾਨੀਆਂ ਤੋਂ ਵੀ ਜਿਹੜਾ ਨਾ ਉਹ ਹਦਾਇਤ ਪਾ ਜਾਂਦੇ ਆ, ਅੱਲਾ ਨੂੰ ਪਹਿਚਾਣ ਲੈਂਦੇ ਆ। ਅੱਲਾ ਦੀ ਮਤਲਬ ਹੈ ਕਿ वहदानियत या अल्लाह ताला दी तौहीद, यानी इस गल समझ लेंदे कि अल्लाह दा कोई शरीक नहीं। काल इत्तखज़ अल्लाहु वलदा, पर ये फिर भी कहंदे आ कि अल्लाह दी औलाद है, अल्लाह दा बेटा है, अल्लाह दी औलाद है। मक्के दे लोग भी अल्लाह दी औलाद मनदे सी ना फरिश्तियां नूं। फरिश्तियां नूं कहंदे सी ये फरिश्ते जिहड़े आ ना अल्लाह दियां बेटियां वा। आ ਜਿਹੜੇ बुत ज्यादा बनाए सी ਉਹ फरिश्तियां दे नां ते बनाए होए सीगे। वाह वल गनी, क्योंकि फरिश्तियां दे ਉਹ इस्माइल अला ज़ाहिर है जद सानू ਅਸੀਂ ਮੰਨਦੇ ਆ जिब्राइल नूं, इज़राइल नूं, इसराफील नूं, होर फरिश्तियां नूं है करामुन कातिबीन नूं, मतलब ਇਹ ਆ ਵੀ ਅਸੀਂ ਮੰਨਦੇ ਆ फरिश्तियां नूं। ਤੇ क्या ਇਹ फरिश्तियां नूं इब्राहिम अलैहिस्सलाम भी ਮੰਨਦੇ ਸੀ कि नहीं ਮੰਨਦੇ ਸੀ? इस्माइल अलैहिस्सलाम भी ਮੰਨਦੇ ਸੀ, फिर उन्हां दी औलाद भी ਮੰਨਦੀ ਸੀ। ਤੇ ਉਹ ਤਸੱਵਰ ਤੁਰਿਆ ਆ ਰਿਹਾ ਸੀ ਫਰਿਸ਼ਤਿਆਂ ਦਾ ਹੈ। ਔਰ ਫਿਰ ਉਹ ਹੌਲੀ ਹੌਲੀ ਫਰਿਸ਼ਤਿਆਂ ਦੇ ਨਾਵਾਂ ਤੇ ਬੁੱਤ ਬਣਨੇ ਸ਼ੁਰੂ ਹੋ ਗਏ। ਤੇ ਇਹ ਫਰਿਸ਼ਤੇ ਚੂੰਕਿ ਜਿਹੜਾ ਨਾ ਫਰਿਸ਼ਤਿਆਂ ਨੂੰ ਉਹ ਕਹਿੰਦੇ ਸੀ ਅੱਲਾ ਦੀਆਂ ਬੇਟੀਆਂ ਵਾ। ਤੇ ਬਾਪ ਜਿਹੜਾ ਨਾ ਬੇਟੀ ਬੜੀ ਲਾਡਲੀ ਹੁੰਦੀ ਹੈ। ਇਸ ਤਰ੍ਹਾਂ ਫਿਰ ਕਰਕੇ ਨਾ ਉਹਨਾਂ ਨੇ ਬਣਾ ਕੇ ਇਹਨਾਂ ਕੋਲ ਮੰਗਦੇ ਸੀ ਵੀ ਬੇਟੀਆਂ ਸਾਨੂੰ ਲੈ ਕੇ ਦੇਣਗੀਆਂ ਅੱਲਾ ਕੋਲੋਂ ਹੈ। ਤੇ फरमाया अतक़ूलून अलल्लाहि मा ला तालमून, सॉरी पिछे रह गया थोड़ा। काल इत्तख़ज़ल्लाहु वलदा, कहंदे अल्लाह ताला दी भी औलाद है। सुबहानहू, पाक है उन्होंने, तो औलाद दी लोड़ ही कोई नहीं, औलाद तो आप कमजोरी हुंदी है। हुवल गनी, ओ बेपरवाह वा, उन्होंने जरूरत ही नहीं हैगी औलाद दी। लहू मा फिस समावात व मा फिल अर्द, ओ हर चीज का मालिक है, हकम है। इन इंदकुम मिन सुल्तान बिहादा, क्या तुहाडे कोल इहदे वास्ते कोई दलील हैगी है? मतलब यह है कि अल्लाह दा कोई शरीक है, अल्लाह दी कोई औलाद है। पिछे आया ना कि कहंदे अल्लाह दी औलाद है, अल्लाह दी औलाद है, एदी कोई दलील है तुहाडे को? कोई सनद है? आतक़ूलून अलल्लाहि मा ला तालमून,
ਜਾਂ ਤੁਸੀਂ ਐਵੇਂ ਹੀ ਉਹ ਗੱਲ ਕਰ ਦਿੰਦੇ ਹੋ ਜਿਹਦਾ ਤੁਹਾਨੂੰ ਆਪ ਵੀ ਪਤਾ ਨਹੀਂ, ਯਾਨੀ ਤੁਹਾਨੂੰ ਆਪ ਵੀ ਉਹਦੀ ਕੋਈ ਤਸਦੀਕ ਨਹੀਂ, ਤੁਹਾਡੇ ਕੋਲ ਆਪ ਕੋਈ ਸਨਦ ਨਹੀਂ, ਆਪ ਕੋਈ ਯਕੀਨ ਨਹੀਂ, ਲੇਕਿਨ ਬਸ ਉਹ ਅੱਗੇ ਦੇ ਅੱਗੇ ਉਸ ਤਰ੍ਹਾਂ ਚਲਾਈ ਜਾਂਦੇ ਹੋ। ਕੁਲ ਇਨ ਅਲਜ਼ੀਨਾ ਯਫਤरून ਅਲੱਲਾਹਿਲ ਕਜ਼ਿਬ ਲਾ ਯੁਫਲਿਹੂਨ। ਐ ਨਬੀ ਸੱਲੱਲਾਹੁ ਅਲੈहि ਵਸੱਲਮ ਇਹਨਾਂ ਨੂੰ ਕਹਿ ਦਿਓ ਕਿ ਜਿਹੜੇ ਲੋਕ ਅੱਲਾਹ ਦੇ ਨਾਲ ਝੂਠ ਮਨਸੂਬ ਕਰਨਗੇ, ਯਾਨੀ ਝੂਠ ਕੀ ਮਨਸੂਬ ਕਰ ਰਹੇ ਹੋ ਕਿ ਇਹ ਅੱਲਾਹ ਤਾਲਾ ਦੇ ਸ਼ਰੀਕ ਹੈ, ਜਦੋਂ ਕਿ ਅੱਲਾਹ ਨੇ ਇਹਨਾਂ ਨੂੰ ਸ਼ਰੀਕ ਨਹੀਂ ਬਣਾਇਆ। ਉਹ ਕਹਿੰਦੇ ਸੀ ਅੱਲਾਹ ਨੇ ਬਣਾਇਆ, ਪਰ ਰਿਕਾਰਡ ਕੋਈ ਨਹੀਂ ਹੈਗਾ, ਸਨਦ ਕੋਈ ਨਹੀਂ ਹੈਗੀ, ਫਿਰ ਐਵੇਂ ਹੈ। ਤਾਂ ਫਰਮਾਇਆ ਕਿ ਜਿਹੜੇ ਅੱਲਾਹ ਦੀ ਤਰਫ ਝੂਠ ਮਨਸੂਬ ਕਰਨਗੇ, ਲਾ ਯੁਫਲਿਹੂਨ, ਉਹ ਫਲਾਹ ਨਹੀਂ ਪਾਣਗੇ, ਉਹ ਕਾਮਯਾਬ ਨਹੀਂ ਹੋਣ ਵਾਲੇ। ਉਹ ਮਤਾਉਨ ਫਿ ਦੁਨੀਆ, ਬਸ ਦੁਨੀਆ ਦੀ ਜ਼ਿੰਦਗੀ ਦੇ ਦੁਨੀਆ ਦੀਆਂ ਜ਼ਿੰਦਗੀ ਦੀਆਂ ਚਾਰ ਮੌਜਾਂ। ਕੋਈ ਚਾਰ ਮਾਲ ਇਕੱਠਾ ਕਰ ਲਓ, ਕੋਈ ਪੀਰ ਬਣ ਕੇ ਕਰ ਲਓ, ਕੋਈ ਆਸਤਾਨਾ ਬਣਾ ਕੇ ਕਰ ਲਓ, ਕੋਈ ਪੀਰਖਾਨਾ ਬਣਾ ਕੇ ਕੋਈ ਕਰ ਲਓ, ਕਿਸੇ ਹਿਸਾਬ ਨਾਲ ਜਿਹੜਾ ਨਾ ਉਹ ਤੁਸੀਂ ਕੋਈ ਆਪਣੇ ਆਪ ਨੂੰ ਰੰਗ ਲਾ ਕੇ, ਤੇ ਕੋਈ ਲੋਕਾਂ ਕੋ ਇੰਨਾ ਮਿਨਲ ਅਖਬਾਰ ਵ ਰੁਹਬਾਨ ਲਾ ਯਾਕੁਲੂਨਾ ਅਮਵਾਲ अन्नास बिल बातिल, ਸੂਰਾ ਤੌਬਾ ਚ ਆਇਆ ਨਾ। ਇਹ ਨੋਟ ਕਰ ਲਓ ਕਿ ਜਿਸ ਤਰ੍ਹਾਂ ਥਾਣੇਦਾਰ ਜਿਹੜਾ ਨਾ ਉਹਦੇ ਨਾਲੋਂ ਜ਼ਿਆਦਾ ਜਿਹੜਾ ਨਾ ਉਹ ਰਿਸ਼ਵਤ ਤਹਿਸੀਲਦਾਰ ਖਾਂਦਾ, ਲੇਕਿਨ ਲੋਕੀ ਬੁਰਾ ਥਾਣੇਦਾਰ ਨੂੰ ਸਮਝਦੇ ਆ। ਉਹਦੀ ਵਜ੍ਹਾ ਇਹ ਹੈ ਕਿ ਥਾਣੇਦਾਰ ਜਿਹੜਾ ਨਾ ਉਹ ਗਾਲ ਘੁੱਟ ਕੇ ਰਿਸ਼ਵਤ ਲੈਂਦਾ, ਤਹਿਸੀਲਦਾਰ ਗਾਲ ਘੁੱਟ ਕੇ ਨਹੀਂ ਲੈਂਦਾ। ਤਹਿਸੀਲਦਾਰ ਪਟਵਾਰੀ ਤੁਸੀਂ ਉਹਦੇ ਕੋਲ ਜਾਓਗੇ ਨਾ ਤਾਂ ਉਹਨੇ ਤੁਹਾਨੂੰ ਫੌਰਨ ਨਹੀਂ ਕਹਿਣਾ, ਥਾਣੇਦਾਰ ਨੇ ਤਾਂ ਤੁਹਾਨੂੰ ਤੁਹਾਡੇ ਤੇ ਪਰਚਾ ਕੀਤਾ ਹੁੰਦਾ, ਤੁਹਾਨੂੰ ਫੜ ਕੇ ਬਿਠਾਇਆ ਹੁੰਦਾ, ਲਿਆ ਨਹੀਂ ਤਾਂ ਛਿੱਤਰ ਫੇਰਾਂਗੇ, ਅੰਦਰ ਕਰ ਦੇਵਾਂਗੇ, ਅੱਗੇ ਥਾਣੇ ਜੱਜ ਕੋ ਪੇਸ਼ ਕਰ ਦਾਂਗੇ, ਜੇਲ੍ਹ ਚਲਾ ਜਾਏਗਾ। ਹਾਂ, ਡਰ ਦੇ ਦਿਓ ਦਵਾ ਦਵ ਭਾਵੇਂ ਕਿਤੋਂ ਕਰਦਾ ਲਓ। ਤਹਿਸੀਲਦਾਰ ਕੋ ਤੁਸੀਂ ਜਾਓਗੇ, ਪਟਵਾਰੀ ਕੋ ਜਾਓਗੇ, ਗਿਰਦਾਵਰ ਕੋ ਜਾਓਗੇ, ਉਹਨੂੰ ਕਹੋਗੇ ਯਾਰ ਇਹ ਮੇਰਾ ਇੰਤਕਾਲ ਹੋਣਾ, ਇਹ ਮੇਰੀ ਰਜਿਸਟਰੀ ਆ, ਉਹ ਕਹੇਗਾ ਇੰਨੇ ਪੈਸੇ ਲੈ। ਤੁਸੀਂ ਕੋਲ ਪੈਸੇ ਹੈ ਨਹੀਂ, ਉਹ ਕਹੇਗਾ ਚੱਲ ਜਦੋਂ ਹੈਗੇ ਲੈ ਆਈ। 2 ਮਹੀਨੇ ਨੂੰ, 3 ਮਹੀਨੇ ਨੂੰ, 4 ਮਹੀਨੇ ਨੂੰ, 6 ਮਹੀਨੇ ਨੂੰ, ਸਾਲ ਨੂੰ ਲੈ ਆਵੀਂ, 2 ਸਾਲ ਬਾਅਦ ਲੈ ਆਵੀਂ, ਜਦੋਂ ਹੋਣਗੇ ਉਦੋਂ ਲੈ ਆਵੀਂ। ਠੀਕ ਹੈ, ਮਤਲਬ ਇਹ ਜਿਹੜੀ ਰਿਲੈਕਸੇਸ਼ਨ ਆ, ਤੁਸੀਂ ਸਹੂਲਤ ਹੈ, ਇਸ ਵਾਸਤੇ ਤੁਸੀਂ ਉਹਨੂੰ ਘੱਟ ਸਮਝਦੇ ਹੋ, ਹਾਲਾਂਕਿ ਉਹ ਬਹੁਤ ਲੁੱਟਦਾ ਤਹਿਸੀਲਦਾਰ ਪਟਵਾਰੀ ਹੈ। ਤੇ ਇਸੇ ਤਰ੍ਹਾਂ ਸਮਝ ਲਓ ਕਿ ਇਹ ਮੌਲਵੀ ਪੀਰ ਜਿਹੜੇ ਆ, ਇਹ ਕੋਈ ਰੂਹਾਨੀਅਤ ਦੇ ਨਾਂ ਤੇ ਕੋਈ ਪਗੜੀਆਂ ਬੰਨ ਕੇ ਤੇ ਕੋਈ ਬੇਪਗੜੀਆਂ ਵਾਲੇ, ਆ ਖਾਸ ਤੌਰ ਤੇ ਹੁਣ ਤੇ ਇਹਦੇ ਵਿੱਚ ਕੋਈ ਜਿਹਾਦ ਦੇ ਨਾਂ ਦੇ ਉੱਤੇ ਬੜਾ ਮਾਲ ਖਾਦਾ ਲੋਕਾਂ ਨੇ ਜਮ੍ਹਾਂ ਕੀਤਾ। ਉਹ ਜਿੱਦਾਂ ਲੋਕੀ ਕਹਿੰਦੇ ਨਾ ਕਿ ਜੀ ਉਹ ਹਕੂਮਤ ਦੇ ਅਹੁਦੇਦਾਰਾਂ ਨੇ ਵੀ ਬੜਾ ਮਾਲ ਬਣਾਇਆ, ਲੇਕਿਨ ਇਹ ਜਿਹੜੇ ਜਮਾਤ ਹੈ ਸੀ ਨਾ ਜਿਹਾਦ ਤੇ ਭੇਜਣ ਵਾਲੇ, ਬੜਾ ਮਾਲ ਬਣਾਇਆ ਇਹਨਾਂ ਨੇ ਵੀ। ਠੀਕ ਹੈ ਨਾ। ਬਹਰਹਾਲ ਇਹ ਵੀ ਹੁਣ ਲੱਗ ਪਿਆ ਇਸੇ ਕੰਮ ਦੇ ਵਿੱਚ। ਆ ਜਮਾਤਾਂ ਵੀ ਜਿਹੜੀਆਂ ਨਾ, ਇਹਨਾਂ ਦੇ 'ਚ ਬਹੁਤ ਬਿਮਾਰੀਆਂ ਇਹ ਖਾ ਜਾਂਦੇ ਆ। ਮਤਲਬ ਇਹ ਆ ਕਿ ਅਮਦਾਦ ਲੈਣਗੇ, ਇਹ ਜੀ ਸਾਨੂੰ ਅਮਦਾਦ ਦਿਓ, ਇਹ ਜ਼ਕਾਤ ਦਿਓ, ਸਦਕਾ ਦਿਓ, ਫਿਤਰਾਨੇ ਦਿਓ, ਖਾ ਜਾਣਗੇ ਆਪ। ਬਹਰਹਾਲ ਮਤਲਬ 100% ਤਾਂ ਕੋਈ ਨਹੀਂ ਹੁੰਦਾ, ਖਰਾਬੀ ਵੀ ਨਹੀਂ ਹੁੰਦੀ, ਲੇਕਿਨ ਇਹ ਆ ਕਿ ਇਹ ਵੀ ਕੰਮ ਵਿੱਚ ਹੀ ਚੱਲਣ ਡਏ ਹੁੰਦੇ ਆ। ਤੇ ਬਹਰਹਾਲ ਉਹ ਮੈਂ ਦੱਸਣਾ ਇਹ ਸੀਗਾ ਕਿ ਹਕੂਮਤ ਦੇ ਜਿਹੜੇ ਟੈਕਸ ਆ ਨਾ ਉਹ ਬੜੇ ਦੁਖਦੇ ਆ, ਤੇ ਇਹ ਜਿਹੜੇ ਇਹ ਖਾਂਦੇ ਆ ਹੈਂ, ਇੰਨਾ ਮਿਨਲ ਅਖਬਾਰ ਵ ਰੁਹਬਾਨ ਲਾ ਯਾਕੁਲੂਨਾ ਅਮਵਾਲ अन्नास बिल बातिल। ਇਹ ਜਿਹੜੇ ਇਹਨਾਂ ਨੂੰ ਅਸੀਂ ਸਮਝਦੇ ਨੇ ਕਿ ਇਹ ਵੀ ਬਹੁਤ ਬੜਾ ਹਰਾਮ ਖਾਂਦੇ ਆ। ਤੇ ਫਰਮਾਇਆ ਮਤਾਉਨ ਫਿ ਦੁਨੀਆ, ਇਹ ਬਸ ਦੁਨੀਆ ਦਾ ਇੱਕ ਫਾਇਦਾ ਜਿਹੜਾ ਤੁਸੀਂ ਇਹ ਝੂਠੇ ਨਜ਼ਰੀਆਤ ਬਣਾ ਕੇ ਮਾਲ ਇਕੱਠਾ ਕਰ ਲਓਗੇ, ਖਾ ਲਓਗੇ। ਸੁੰਮਾ ਇਲੈਨਾ ਮਰਜਿਉਹੁਮ, ਫਿਰ ਉਹਨਾਂ ਨੇ ਸਾਡੇ ਕੋਲ ਹੀ ਆ ਜਾਣਾ ਨਾ। ਕੀ ਕਰਨਗੇ? ਯਾਨੀ ਇਹ ਦੁਨੀਆ ਦੇ 4 ਦਿਨ ਫਾਇਦੇ ਲੈ ਲੈਣਗੇ। ਸੁੰਮਾ ਇਲੈਨਾ ਮਰਜਿਉਹੁਮ, ਫਿਰ ਉਹਨਾਂ ਨੇ ਸਾਡੇ ਕੋਲ ਆ ਜਾਣਾ। ਸੁੰਮਾ ਨੁਜ਼ੀਕੁਹੁਮੁਲ ਅਜ਼ਾਬ, ਸੁੰਮਾ ਨੁਜ਼ੀਕੁਹੁਮੁਲ ਅਜ਼ਾਬ ਸ਼ਦੀਦ, ਔਰ ਫਿਰ ਅਸੀਂ ਇਹਨਾਂ ਨੂੰ ਸ਼ਦੀਦ ਅਜ਼ਾਬ ਦਾ ਮਜ਼ਾ ਚਖਾਵਾਂਗੇ ਜਦੋਂ ਉੱਥੇ ਆਣਗੇ ਨਾ। ਇਹ ਹੁਣ ਤੇ ਖਾਧਾ ਇਹਨਾਂ ਨੇ ਦੀਨ ਦੇ ਨਾਂ ਤੇ, ਆਪਣੀ ਰੱਬਰੀ ਦੇ ਨਾਂ ਤੇ, ਆਪਣੇ ਆਪ ਨੂੰ ਮੌਲਵੀ ਸਾਬਤ ਕਰਕੇ ਜਾਂ ਆਪਣੇ ਆਪ ਨੂੰ ਪੀਰ ਸਾਬਤ ਕਰਕੇ
ਬੜਾ ਸ਼ਦੀਦ ਅਜ਼ਾਬ ਦੇਵਾਂਗੇ ਇਹਨਾਂ ਨੂੰ ਬਿਮਾ ਕਾਨੂ ਯਕਫੁरून, ਕਿਉਂਕਿ ਇਹ ਹੀ ਤਾਂ ਅਸਲ ਹੈ, ਉਹ ਜਿਹੜੇ ਨਾਸ਼ੁਕਰੀ ਕਰਦੇ ਰਹੇ, ਕੁਫਰ ਕਰਦੇ ਰਹੇ ਆ। ਅੱਲਾ ਨੇ ਏਦਾਂ ਕਿਹਾ ਸੀਗਾ, ਅਕੂਲ ਕੌਲੀ ਹਾਜ਼ਾ ਵਸਤਗਫਿਰਹੁ ਲੀ ਵਲਕੁਮ ਵਲਿਸਾਇਰਿਲ ਮੁਸਲਿਮੀਨ ਵਲ ਮੁਸਲਿਮਾਤ।